शहर दे विच सीवरेज पानी की समस्या जिहड़ी कि लोकां नूं मुढ़ले तौर ते होनी चाहिदी है। तुहानूं की लगदा है कि दोनों पार्टियां दे विच कित्थे कमी, किहड़ी पार्टी नूं ज़्यादा कमी रही? तुहाडा की विचार है कि इह काम नूं पहल दे आधार ते किस तरह सुझाया जा सकदा है? तुहाडी पार्टी दे वल्लों की कोशिशां कीतीआं जाणगीआं? बड़ियां समस्या ऐसियां जिहड़ियां पानी दियां, सीवरेज दियां, गलियां नाली दियां बड़ियां प्रॉब्लमां ऐसियां जिहड़ियां कोई भी किसी ने हल नहीं कीतियां। ये कीतियां भी इन्हां दी प्रशासन की गलती है जां इन्हां दी अपनी गलती है। प्रशासन ਨੂੰ ਜ਼ਿੰਮੇਵਾਰ ਮੰਨਾਂਗੇ ਜੀ, ਕਿਉਂਕਿ ਇਹ ਸਾਰੇ ਕੰਮ ਪ੍ਰਸ਼ਾਸਨ ਦੇ ਆ, ਕਾਰਪੋਰੇਸ਼ਨ ਦੇ ਆ, ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਆ, ਔਰ ਸੈਕਿੰਡ ਸਭ ਤੋਂ ਪਹਿਲਾਂ ਜਿਹੜੇ ਸਾਡੇ ਨੁਮਾਇੰਦੇ ਆ। ਤੇ ਕਾਂਗਰਸ ਸਰਕਾਰ ਹੈ ਜਿਹੜੀ, ਉਹਨਾਂ ਦਾ ਮਤਲਬ ਹਾਊਸ ਦੀ ਮੀਟਿੰਗ ਹੋਈ ਹੈ, ਉੱਥੇ ਮੇਅਰ ਸਾਹਿਬ ਨੇ ਮਤਲਬ ਹਾਊਸ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਪਹਿਲੇ ਅਸੀਂ ਤੁਹਾਡੀ ਜਗ੍ਹਾ 'ਤੇ ਬੈਠੇ ਤੇ ਸੀ, ਮਤਲਬ ਕਿ ਵਿਪਕਸ਼ 'ਚ ਹੀ, ਤੇ ਹੁਣ ਅਸੀਂ ਸੱਤਾ 'ਚ ਹਾਂ ਤੇ ਹੁਣ ਅਸੀਂ ਤੁਹਾਨੂੰ ਮਤਲਬ ਦੱਸਾਂਗੇ ਭਈ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਉਹ ਅਸੀਂ ਤੁਹਾਡੇ ਨਾਲ ਕਰਾਂਗੇ। ਤੇ ਇੱਕ ਮੇਅਰ ਸਾਹਿਬ ਨੂੰ ਇਹ ਕੰਮ ਸੋਭਾ ਨਹੀਂ ਦਿੰਦਾ, ਉੱਥੇ ਉਹਨਾਂ ਕਿਹਾ ਵੀ ਆਪਾਂ ਬਦਲਾ ਲਾਵਾਂਗੇ। ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਕਿ ਮੇਅਰ ਸਾਹਿਬ ਨੇ ਸਾਰੇ ਕਾਂਗਰਸੀ ਐਮਸੀਜ਼ ਦੀ ਜਿਹੜੀ ਗੱਲਬਾਤ ਹੈ ਉਹ ਪ੍ਰੋਪਰ ਤਰੀਕੇ ਨਾਲ ਸੁਣੀ ਹੈ ਤੇ ਹੱਲ ਵੀ ਕੀਤਾ ਹੈ। ਤੇ ਭਾਜਪਾ ਪਾਰਟੀ ਨਾਲ ਕਿਉਂ ਪਾਰਸ਼ੈਲਿਟੀ ਕੀਤੀ ਗਈ ਹੈ? ਇੱਕੋ ਹੀ ਮੰਗ ਰੱਖੀ ਕਿ ਜੇ 29 ਨੰਬਰ ਦਾ ਇਹਦੇ ਵਿੱਚ ਤੁਸੀਂ ਪਾਇਆ ਤਾਂ ਸਾਨੂੰ ਪਰਟੀਕੂਲਰ ਦੱਸੋ ਕਿ 29 ਨੰਬਰ ਤੇ ਕਿੰਨੇ ਪੈਸੇ ਨੇ, ਕਿਹੜੀ ਗਲੀ ਬਣਾਉਣੀ ਹੈ ਤੁਸੀਂ। ਮੇਅਰ ਸਾਹਿਬ ਦਾ ਜਵਾਬ ਸੀ ਅਸੀਂ ਤੁਹਾਨੂੰ ਪੈਸੇ ਦੇ ਦਿੱਤੇ ਨੇ, ਤੁਸੀਂ ਗਲੀ। ਜਦੋਂ 10 ਸਾਲ ਬੀਜੇਪੀ ਸਰਕਾਰ ਔਰ ਅਕਾਲੀ ਦਲ ਸੱਤਾ ਦੇ ਵਿੱਚ ਸੀਗੇ, ਉਸ ਵੇਲੇ ਇਹਨਾਂ ਦੇ ਹੱਥ 'ਚ ਸਾਰੀਆਂ ਪਾਵਰਾਂ ਸੀਗੀਆਂ। ਇਹ ਉਸ ਵੇਲੇ ਦੇ ਟਾਈਮ ਨੂੰ ਦੱਸਦੇ ਨੇ, ਆਪਣੇ 10 ਸਾਲਾਂ ਦੇ ਉਸ ਟਾਈਮ ਦੇ ਵਿੱਚ ਦੱਸਦੇ ਨੇ ਕਿ ਇਹ ਪਾਣੀ ਦੀਆਂ ਸਮੱਸਿਆ, ਇਹ ਗਲੀਆਂ ਦੀਆਂ ਸਮੱਸਿਆ, ਇਹ ਜਿਹੜੀਆਂ ਨੇ ਉਹ 10 ਸਾਲ ਉਸ ਟਾਈਮ ਦੇ ਵਿੱਚ ਵੀ ਤਾਂ ਹੱਲ ਹੋ ਸਕਦੀਆਂ ਸੀਗੀਆਂ। ਸਾਡੇ ਕਾਂਗਰਸ ਦੇ ਜਿੱਤੇ ਹੋਏ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੂੰ ਤਾਂ ਬਾਈਕਾਟ, ਉਹਨਾਂ ਨੂੰ ਤਾਂ ਪੁੱਛਿਆ ਕੁਝ ਨਹੀਂ ਸੀ ਜਾਂਦਾ। ਮੈਂ ਖੁਦ ਇੱਕ ਦੋ ਵਾਰੀ ਮੈਨੂੰ ਕੰਮ ਪੈ ਗਿਆ ਸੀਗਾ, ਮੈਂ ਕਿਸੇ ਆਪਣੇ ਕੇ ਸੱਜਣ ਨੂੰ ਨਾਲ ਲੈ ਕੇ ਮੈਂ ਕਿਹਾ ਯਾਰ ਮੇਰਾ ਕੰਮ ਹੈ ਚਲੋ ਚੱਲੀਏ, ਤੇ ਉਹਨਾਂ ਨੇ ਅੰਦਰੋਂ ਦੇਖ ਕੇ ਬਾਹਰ ਸਾਨੂੰ ਬੁਲਾਇਆ ਤੱਕ ਵੀ ਨਹੀਂ। ਉਹਨਾਂ ਨੇ ਤਾਂ ਅੱਜ ਤੱਕ ਕਿਸੇ ਦੀ ਕੰਪਲੇਂਟ ਵੀ ਨਹੀਂ ਸੁਣੀ। ਇਹ ਤਾਂ ਫਿਰ ਵੀ ਇਹ ਕਿ ਗਰਾਊਂਡ ਲੈਵਲ ਤੇ ਮੇਰੇ ਖਿਆਲ 'ਚ ਮੇਰੀ ਵਾਰਡ ਦੇ ਵਿੱਚ ਇਹ ਸਾਰੀ ਪਬਲਿਕ ਇੱਥੇ ਆ, ਤੁਸੀਂ ਪੁੱਛ ਕੇ ਦੇਖ ਸਕਦੇ ਹੋ ਕਿ ਮੇਅਰ ਸਾਹਿਬ, ਸਾਡੇ ਐਮਐਲਏ ਸਾਹਿਬ ਕਿੰਨੀ ਕੁ ਵਧੀਆ ਰਾਜਨੀਤੀ ਕਰਦੇ ਨੇ। ਔਰ ਇਸੇ ਵਾਰਡ ਦੇ ਵਿੱਚ ਪਰਟੀਕੂਲਰ ਮੈਂ ਆਪਣੀ 29 ਨੰਬਰ ਵਾਰਡ ਦੀ ਗੱਲ ਕਰਾਂਗੇ। ਇਸ ਗੱਲ ਨਾਲ ਮੇਰੇ ਜਿਹੜੇ ਵਿਰੋਧੀ ਪਾਰਟੀ ਦੇ ਮੇਰੇ ਹੈ ਦੇ ਭਰਾ ਹੀ ਨੇ ਸਾਰੇ, ਪਰ ਇਹ ਵੀ ਸਹਿਮਤੀ ਕਰਨਗੇ ਕਿ ਮੇਰੀ ਵਾਰਡ ਦੇ ਵਿੱਚ ਹਰ ਛੋਟੇ ਤੋਂ ਲੈ ਕੇ ਵੱਡੇ ਕੰਮ ਦੇ ਵਿੱਚ ਮੇਅਰ ਸਾਹਿਬ, ਐਮਐਲਏ ਸਾਹਿਬ, ਆਸ਼ੀਸ਼ ਜੀ ਹਰ ਵਾਰੀ ਆਏ ਨੇ। ਸ਼ਹਿਰ 'ਚ ਜਿੰਨੇ ਕੁ ਪਿਛਲੇ ਸਾਡੇ ਅਸ਼ਵਨੀ ਸ਼ਰਮਾ ਜੀ ਜਦੋਂ ਐਮਐਲਏ ਸੀ, ਜਿੰਨੇ ਉਹਨਾਂ ਨੇ ਵੱਡੇ ਕੰਮ ਕੀਤੇ ਆ। ਪਠਾਨਕੋਟ ਦੇ ਜਿਹੜੇ ਇਸ ਵੇਲੇ ਦੇ ਮੌਜੂਦਾ ਵਿਧਾਇਕ ਨੇ, ਇਹਨਾਂ ਨੇ ਕੋਈ ਕੰਮ ਨਹੀਂ ਇਸ ਤਰ੍ਹਾਂ ਦਾ ਕੀਤਾ ਕਿ ਜਿਹੜਾ ਵਿਧਾਇਕ ਦਾ ਕਰਨ ਵਾਲਾ ਹੋਵੇ। ਹਾਂ, ਗਲੀਆਂ ਨਾਲੀਆਂ ਦੇ ਪਿੱਛੇ ਪਏ ਨੇ, ਜਿਹੜੇ ਐਮਸੀਆਂ ਦੇ ਕੰਮ ਨੇ ਉਹ ਵਿਧਾਇਕ ਜੀ ਕਰ ਰਹੇ ਨੇ, ਲੇਕਿਨ ਐਮਐਲਏ ਦਾ ਕੰਮ ਇਹਨਾਂ ਨੇ ਕੋਈ ਨਹੀਂ ਕੀਤਾ। ਇੱਕ ਇੰਡਸਟਰੀ ਦਾ ਬੜਾ ਰੌਲਾ ਪਾਉਂਦੇ ਨੇ ਕਿ ਮੈਂ ਪੈਪਸੀ ਦੀ ਇੰਡਸਟਰੀ ਇੱਥੇ ਲਿਆਂਦੀ, ਪੈਪਸੀ ਦੀ ਇੰਡਸਟਰੀ ਲਿਆਂਦੀ। ਉਹ ਪੈਪਸੀ ਦੀ ਇੰਡਸਟਰੀ ਖੰਨਾ ਜੀ ਜਦੋਂ ਐਮਪੀ ਸੀ ਉਹਨਾਂ ਦੇ ਦੁਆਰਾ ਲਿਆਂਦੀ ਗਈ ਹੈ, ਨਾ ਕਿ ਇਹ ਐਮਐਲਏ ਸਾਹਿਬ ਵਿੱਚ ਦੁਆਰਾ। ਪਠਾਨਕੋਟ ਦੇ ਕਿੰਨੇ ਕਿੱਥੇ ਮੁੰਡੇ ਲਵਾਏ ਨੇ ਜੇ ਇੰਡਸਟਰੀ ਆਈ ਹੈ ਤੇ ਅੱਜ ਤੱਕ ਕੋਈ ਅੰਕੜਾ ਨਹੀਂ ਦਿੱਤਾ ਇਹਨਾਂ ਨੇ। ਕਿ ਕੋਈ ਗੱਲ ਨਹੀਂ, ਕੋਈ ਖਾਸ ਗਲੀਆਂ ਜਿਹੜੀ ਇੱਧਰ ਹੁਣ ਡਿਵੈਲਪਮੈਂਟ ਹੋਈ ਹੈ ਇੱਧਰ ਨੂੰ ਹੋਈ ਆ, ਇੱਧਰ ਕੁਛ ਰਹਿੰਦਾ ਹੈਗਾ ਤੇ ਇੱਧਰ ਵੀ ਦੇਖੋ ਗਲੀਆਂ ਬਿਲਕੁਲ ਤਿਆਰ ਨੇ। ਇਹ ਸਾਰੀਆਂ ਹੀ ਬੀਜੇਪੀ ਦੇ ਟਾਈਮ ਤੇ ਹੋਈਆਂ ਨੇ ਔਰ ਸਾਡੇ ਬੰਟੀ ਐਮਸੀ ਨੇ ਕਰਵਾਈ ਦੀਆਂ। ਲੇਕਿਨ ਵਿਜ ਸਾਹਿਬ ਹੋਰ ਇੱਕ ਵੀ ਪਰਚਾ ਨਹੀਂ ਦੱਸ ਸਕੇ ਕਿ ਰਾਜਨੀਤੀ ਦਾ ਅਸੀਂ ਕਿਹੜਾ ਕਰਵਾਇਆ। ਇਹਨਾਂ ਸਿਰਫ ਝੂਠ ਦੀ ਰਾਜਨੀਤੀ ਕੀਤੀ, ਪਰ ਅਸੀਂ ਦੱਸਾਂਗੇ ਇਹਨਾਂ ਨੂੰ ਹੁਣ ਜਿਹੜੇ ਟਾਈਮ ਆਏਗਾ ਅਸੀਂ ਦੱਸਾਂਗੇ ਕਿ ਇਹਨਾਂ ਨੇ ਰਾਜਨੀਤੀ ਕਿੰਨੇ ਪਰਚੇ ਕੀਤੇ ਨੇ। ਪਿਛਲੀ ਗਲੀ ਹੈ ਉਹ ਤਿਆਰ ਕਿਉਂ ਨਹੀਂ ਹੋ ਰਹੀ? ਇਹਨਾਂ ਨੇ ਕਿਹਾ ਜੀ ਸਾਡੀ ਉਸ ਗਲੀ 'ਚ ਬੋਰਡ ਨਹੀਂ ਹੈਗੇ। ਇਹਦਾ ਮਤਲਬ ਬੋਰਡ ਨਹੀਂ ਹੈਗੇ ਤੇ ਇਹ ਇਸ ਇਲਾਕੇ 'ਚ ਗਲੀ ਨਹੀਂ ਹੈਗੀ। ਉਸ ਗਲੀ ਦੇ ਵਿੱਚ ਜਾਨਵਰ ਰਹਿੰਦੇ ਆ, ਬੰਦੇ ਨਹੀਂ ਰਹਿੰਦੇ। ਬੜੇ ਹੀ ਦੇ ਨਾਲ ਐਸੀ ਇੰਨੀ ਕੁ ਸਾਨੂੰ ਬਿਜਲੀ ਦੀ ਪ੍ਰੋਬਲਮ ਰਹੀ ਹੈ ਨਾ, ਸਿੰਗਲ ਫੇਸ ਆਂਦਾ ਰਿਹਾ, ਟਰਾਂਸਫਾਰਮਰ ਦੀ ਇੰਨੀ ਪਰੇਸ਼ਾਨੀ ਨਹੀਂ ਜਿੰਨੀ ਕਹਿਣ ਦੀ ਗੱਲ ਨਹੀਂ। ਇਹਨਾਂ ਨੂੰ ਮੈਂ ਇੱਥੇ ਖਿਲਾਰ ਕੇ ਕਿਹਾ, ਮੈਂ ਕਿਹਾ ਗੱਲ ਸੁਣੋ ਮੇਰੀ, ਮੈਂ ਕਿਹਾ ਸਾਡੇ ਬੱਚੇ ਨਹੀਂ ਰਾਤ ਨੂੰ ਸੌਂਦੇ, ਮੈਂ ਕਿਹਾ ਸਾਡੀ ਇੰਨੀ ਦਿੱਕਤ ਹੈ ਭਾਜੀ, ਸਾਨੂੰ ਇੱਕ ਟਰਾਂਸਫਾਰਮਰ ਲਵਾ ਦਿਓ। ਇਹਨਾਂ ਨੇ ਸਿਰਫ ਇੱਕੋ ਹੀ ਜਵਾਬ ਦਿੱਤਾ ਕਿ ਸਾਡੀ ਉੱਪਰ ਸੁਣਾਈ ਨਹੀਂ ਹੈਗੀ। ਔਰ ਵਿਕਰਮ ਭਾਜੀ ਬੀਜੇਪੀ ਦੇ ਰਹੇ ਨੇ, ਉਹ ਇਹਨਾਂ ਦੀ ਬੇਈਮਾਨ ਪਾਰਟੀ ਹੀ, ਉਸ ਕਰਕੇ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ। ਬੀਜੇਪੀ ਦੇ ਪ੍ਰਧਾਨ ਜਿਹੜੇ ਮੇਅਰ ਨੇ ਉਹਨਾਂ ਨੇ ਅਸ਼ਵਨੀ ਸ਼ਰਮਾ ਰਿਹਾ, ਚਾਹੇ ਰਿਹਾ ਮਾਸਟਰ ਮੋਹਨ ਲਾਲ, ਅਸੀਂ ਕਦੇ ਸ਼ਕਲ ਹੀ ਨਹੀਂ ਦਿਖੀ ਉਹਨਾਂ ਦੀ ਵੀ ਉਹ ਇੱਥੇ ਆਉਂਦੇ ਨੇ ਕਿ ਚਾਹੇ ਨਹੀਂ ਆਉਂਦੇ। ਉਹਨਾਂ ਨੇ ਕਦੇ ਆਣ ਕੇ ਗਲੀਆਂ 'ਚ ਬਾਤ ਨਹੀਂ ਪੁੱਛੀ। ਕਰੋਨਾ ਦਾ ਇੰਨਾ ਜ਼ੋਰ ਰਿਹਾ ਆ, ਸਾਰੀਆਂ ਗਲੀਆਂ ਦੇ ਵਿੱਚ ਸਪਰੇਅ ਹੋਈ ਹੈ, ਸਾਰੀਆਂ ਗਲੀਆਂ ਦੇ ਸਪਰੇਅ। ਇੱਥੇ ਕੋਈ ਡੰਗਰ ਥੋੜੇ ਲੈਂਦੇ ਸੀ। ਫੋਨ ਤੋਂ ਇੱਕ ਵਾਰੀ ਮੇਅਰ ਸਾਹਿਬ ਨੂੰ ਫੋਨ ਕੀਤਾ, ਉਹਨਾਂ ਦਾ ਬਿਜ਼ੀ ਆ ਰਿਹਾ, ਦੂਸਰੇ ਮਿੰਟ ਬਾਅਦ ਉਹਨਾਂ ਦੀ ਕਾਲ ਆ ਗਈ ਮੈਨੂੰ, ਕਹਿੰਦੇ ਦੱਸੋ ਬੇਟਾ। ਮੈਂ ਕਿਹਾ ਸਰ ਮੈਂ ਰਾਜੀਵ ਵਧਵਾ ਵਾਰਡ ਨੰਬਰ 29 'ਚੋਂ ਬੋਲਦਾ ਪਿਆ, ਸਾਡਾ ਕੰਮ ਜਿਹੜਾ ਹੈਗਾ 8-10 ਦਿਨ ਤੋਂ ਵੀ ਸ਼ੁਰੂ ਕੀਤਾ, ਪ੍ਰੋਬਲਮ ਹੋ ਗਈ। ਕਹਿੰਦੇ ਬੇਟਾ ਅੱਧੇ ਘੰਟੇ ਦਾ ਟਾਈਮ ਲੈ, ਮੈਂ ਉੱਥੇ ਵਿਦਿਨ 30 ਮਿੰਟ ਤੋਂ ਆਪਣੀ ਕਾਰ ਲੈ ਕੇ ਇੱਥੇ ਆਇਆ, ਪੂਰੀ ਉਹਨਾਂ ਦੀ ਟੀਮ ਆਈ ਆ।
ਉਹਨਾਂ ਨੇ ਉਸ ਟਾਈਮ ਤੇ ਇੰਜੀਨੀਅਰ ਸੱਦਿਆ, ਆਰਕੀਟੈਕਟ ਸਾਰੇ ਸੱਦੇ, ਉਹਦੀ ਉਹ ਬੇਇੱਜ਼ਤੀ ਕੀਤੀ ਆ ਕਿ ਤੂੰ ਕੀ ਬਣਾਇਆ, ਤੂੰ ਕਿੱਥੋਂ ਫੜ ਕੇ ਆਇਆ, ਕਿਹੜੇ ਬਣਾਤੇ ਸੀਵਰੇਜ। ਪਰ ਤੇ ਜਿਹੜਾ ਰੁਜ਼ਗਾਰ ਆ ਉਹ ਕਿਸੇ ਨੂੰ ਨਹੀਂ ਮਿਲਿਆ। ਇਸ ਮਹੱਲੇ ਵਿੱਚ ਕੋਈ ਹੱਥ ਖੜਾ ਕਰਕੇ ਦੱਸ ਦੇ ਜਿਹਨੂੰ ਰੁਜ਼ਗਾਰ ਮਿਲਿਆ ਹੈਗਾ। ਹੈਗੀ ਹੈ, ਮੈਂ ਆਪਣੇ ਬੇਟਾ ਮੇਰਾ ਮਤਲਬ ਪੜ੍ਹੇ ਲਿਖਿਆ ਹੈ, ਮੈਂ ਉਹਨਾਂ ਨੂੰ ਰਿਜ਼ੂਮ ਦੇ ਕੇ ਆਈ ਕਿ ਕੰਪਨੀ 'ਚ ਲਗਾਓ, ਉਹਨਾਂ ਨੇ ਕੋਈ ਨਹੀਂ ਲਗਵਾਇਆ ਔਰ ਉਹਨਾਂ ਨੇ ਠੇਕੇ ਤੇ ਦੇ ਦਿੱਤੀ ਹੈ। ਕੋਈ ਵੀ ਸਾਡੇ ਬਾਹਰ ਦਾ ਕੋਈ ਵੀ ਬੱਚਾ ਬੋਲੇ ਇਸ ਇੰਡਸਟਰੀ 'ਚ ਲੱਗਿਆ ਹੈ, ਕੋਈ ਬੱਚਾ ਲੱਗਿਆ, ਮੈਂ ਖੁਦ ਸਾਡੇ ਬੱਚੇ ਬਾਹਰ ਖੱਜਲ ਹੋਏ ਕਰਦੇ ਆ ਬੇਰੋਜ਼ਗਾਰੀ। ਅਗਰ ਉਹ ਬੱਚੇ ਇੰਡਸਟਰੀ ਚਲਾਉਂਦੇ ਆ, ਇੱਧਰ ਦੇ ਬੱਚੇ ਲੈਂਦੇ ਆ, ਬੇਰੋਜ਼ਗਾਰੀ ਨਹੀਂ ਕੱਟੇਗੀ ਨਾ। ਇਹ ਇਹਨਾਂ ਦੀ ਸੁਣਦਾ ਵੀ ਰਿਹਾ ਆ ਔਰ ਇਹਨਾਂ ਨੂੰ ਮੇਰੇ ਖਿਆਲ 'ਚ ਇਹਨਾਂ ਨੂੰ ਰਾਸ਼ਨ ਕਾਰਡ ਵੀ ਹੁਣ ਮੈਂ ਹੀ ਬਣਾ ਕੇ ਦਿੱਤਾ ਆ। ਜਿਨ੍ਹਾਂ ਨੇ ਸਾਡੇ ਤੇ ਆਰੋਪ ਲਾਏ ਆ ਨਾ ਕਿ ਨਹੀਂ ਆ, ਇਹਨਾਂ ਨੂੰ ਮੇਰੇ ਖਿਆਲ ਰਾਸ਼ਨ ਕਾਰਡ ਵੀ ਮੇਰੇ ਟਾਈਮ ਹੁਣੇ ਹੀ ਬਣ ਕੇ ਆਇਆ। ਗੁਟਕਾ ਫੜ ਕੇ ਕਿਹਾ ਸੀ ਕਿ ਮੈਂ 3 ਮਹੀਨਿਆਂ ਦੇ ਅੰਦਰ ਇਹ ਖਤਮ ਕਰ ਦਿਆਂਗਾ, ਲੇਕਿਨ ਹੁਣ ਸਰਕਾਰ ਉਹਨਾਂ ਦੀ ਜਾਣ ਵਾਲੀ ਵੀ ਹੋ ਗਈ ਹੈ, ਲੇਕਿਨ ਉਹਨਾਂ ਵੱਲੋਂ ਖਤਮ ਨਹੀਂ ਹੋਇਆ। ਤੇ ਚਿੱਟਾ ਸਿੱਧੂ ਜੀ ਨੇ ਵੀ ਉਹਨਾਂ ਦੀ ਕਾਫੀ ਖਿਚਾਈ ਕੀਤੀ ਤੇ ਹੁਣ ਸਿੱਧੂ ਜੀ ਨੇ ਪ੍ਰਧਾਨ ਬਣਾਤਾ ਤੇ ਹੁਣ ਸਿੱਧੂ ਜੀ ਵੀ ਚੁੱਪ ਹੋ ਗਏ ਨੇ ਕਿ ਕੁਰਸੀ ਮਿਲ ਗਈ ਹੈ ਤੇ ਠੀਕ ਹੈ ਜੀ, ਚਿੱਟਾ ਤੇ ਚੱਲਦੇ ਰਹਿਣਾ ਇਦਾਂ। ਚਿੱਟਾ ਨਾਮਕ ਜਿਹੜੀ ਸਾਡੇ ਦੀਮਕ ਲੱਗਾ ਸਾਡੇ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਸਾਡੇ ਨੌਜਵਾਨਾਂ ਨੂੰ, ਸਾਡੇ ਸਾਥੀਆਂ ਨੂੰ, ਭੈਣ ਭਰਾਵਾਂ ਸਾਰਿਆਂ ਨੂੰ, ਇਹ ਕਿਹਦੀ ਦੇਣ ਹੈ? ਇਹ ਉਸੇ ਪਾਰਟੀ ਦੀ ਦੇਣ ਹੈ। ਗਰੰਟੀ ਦਿੱਤੀ ਹੈਗੀ ਹੈ 300 ਯੂਨਿਟ ਜਿਹੜੀ ਆ ਫ੍ਰੀ ਦੇਵਾਂਗਾ। ਸਰ ਜਿਵੇਂ ਮਾਤਾ ਜੀ ਵੀ ਕਹਿ ਰਹੇ ਨੇ ਕਿ ਲਾਈਟ ਤੇ ਆਉਂਦੀ ਨਹੀਂ ਹੈ, ਪੰਜਾਬ ਦੇ ਵਿੱਚ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਲੋਕਾਂ ਦੇ ਘਰਾਂ ਦੇ ਵਿੱਚ 8-8 ਘੰਟੇ ਦੇ ਕੱਟ ਲੱਗ ਰਹੇ ਨੇ, ਲਾਈਟ ਤੇ ਆਉਂਦੀ ਨਹੀਂ ਹੈ। ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਐਡਾ ਵੱਡਾ ਵਾਅਦਾ ਕਰ ਦਿੱਤਾ ਹੈ, ਵਾਅਦੇ ਨੂੰ ਪੂਰਾ ਕਿਵੇਂ ਕਰਨਗੇ? ਸਾਡੀ ਪਾਰਟੀ ਇਸ ਵੇਲੇ ਸੱਤਾ ਵਿੱਚ ਹੈਗੀ ਹੈ, ਉਹੀ ਇਹ ਕੰਮ ਕਰਾਉਣ ਤੇ ਹੁੰਦੇ ਨਾ, ਉਹ ਕੇਜਰੀਵਾਲ ਨੇ ਥੋੜੇ ਆ ਕੇ ਇੱਥੇ ਕਰਾਣੇ ਆ। ਕੇਜਰੀਵਾਲ ਦੀ ਸਰਕਾਰ ਆ ਜਿੱਦਾਂ ਦਿੱਲੀ ਦੇ ਵਿੱਚ ਉਹਨੇ ਕੀਤੇ ਹੈਗੇ ਕੰਮ, ਸਾਰਿਆਂ ਨੂੰ ਪਤਾ ਦਿੱਲੀ ਦੇ ਵਿੱਚ ਸਾਰੇ ਕੰਮ ਹੋ ਰਹੇ ਨੇ। ਕਿਹੜਾ ਕੰਮ ਜਿਹੜਾ ਐਸਾ ਦਿੱਲੀ ਦੇ ਵਿੱਚ ਨਹੀਂ ਹੋ ਰਿਹਾ? ਇਹ ਪਿਛਲੀਆਂ ਬਰਸਾਤਾਂ ਦੇ ਰਿਕਾਰਡ ਵੀ ਕਢਾ ਕੇ ਚੈੱਕ ਕੀਤੇ ਜਾ ਸਕਦੇ ਨੇ। ਇਹ ਨਹੀਂ ਹੈ ਕਿ ਐਮਐਲਏ ਸਾਹਿਬ ਨੇ ਵਿਚਾਰਿਆਂ ਨੇ ਕੋਈ ਜਾਦੂ ਕਰਤਾ ਕਿ ਉਹਨਾਂ ਦੇ ਟਾਈਮ ਤੇ ਜਾ ਕੇ ਹੁਣ ਸਾਰੀਆਂ ਸੜਕਾਂ ਤੇ ਸਾਰੇ ਮੁਹੱਲੇ ਸਾਰੇ ਏਰੀਆ 'ਚ ਪਾਣੀ ਆ ਰਿਹਾ ਹੈ। ਇਹ ਪਾਣੀ ਦੀ ਜਿਹੜੀ ਸਮੱਸਿਆ ਬਰਸਾਤਾਂ 'ਚ 1-2 ਮਹੀਨੇ ਜਿਹੜੀ ਆ ਉਹ ਸਾਰੇ ਏਰੀਏ ਵਾਸਤੇ ਪੂਰੇ ਪਠਾਨਕੋਟ 'ਚ ਆਉਂਦੀ ਹੈ। ਬੀਜੇਪੀ ਦੇ ਸ਼ਾਸਨ ਪਿਛਲੇ ਟਾਈਮ ਦੇ ਵਿੱਚ ਦੇਖੋ ਉਦੋਂ ਵੀ ਹੁੰਦਾ ਰਿਹਾ, ਉਸ ਤੋਂ ਪਹਿਲਾਂ ਵੀ ਹੁੰਦਾ ਰਿਹਾ। ਘਰਾਂ 'ਚ ਆ ਸਕਦੇ ਨੇ, ਉਸ ਵੇਲੇ ਉਹ ਇਹ ਨਹੀਂ ਵੇਖਦੇ ਕਿ ਕੌਣ ਹੈ, ਚੰਗਾ ਆ, ਮਾੜਾ ਆ, ਇਹ ਹੈ ਉਹ ਹੈ। ਅਸੀਂ ਉਹ ਚੀਜ਼ ਨੂੰ ਖਤਮ ਕਰਾਂਗੇ ਕਿ ਸਭ ਤੋਂ ਪਹਿਲਾਂ ਸਾਡੇ ਵਾਰਡ ਦੇ ਵਿੱਚ ਕੋਈ ਦੁੱਖ ਤਕਲੀਫ ਹੋਏਗੀ, ਸਾਡੇ ਨੁਮਾਇੰਦੇ, ਸਾਡੇ ਮੇਅਰ ਹੋਣਗੇ, ਸਾਡੇ ਐਮਐਲਏ ਹੋਣਗੇ, ਸਾਡੇ ਵਾਰਡ ਦੇ ਨੁਮਾਇੰਦੇ ਹੋਣਗੇ, ਉਹ ਲੋਕਾਂ ਦੇ ਘਰ ਜਾ ਕੇ ਆਪ ਸਮੱਸਿਆ ਨੂੰ ਸੁਣਨਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਮਹਿਕ ਰੰਧਾਵਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਰਮਨਦੀਪ ਸਿੰਘ। ਜਨਤਾ ਦੀ ਅਦਾਲਤ ਦੇ ਵਿੱਚ ਵਾਰਡ ਨੰਬਰ 29 ਦੇ ਸਾਰੇ ਕੈਂਡੀਡੇਟਸ ਤੇ ਵਾਰਡ ਵਾਸੀਆਂ ਦਾ ਬਹੁਤ-ਬਹੁਤ ਸਵਾਗਤ ਹੈ ਕਿ ਆਚੀ ਨਿਊਜ਼ ਕਰਦਾ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜਿਹੜੇ ਸਾਨੂੰ ਦਰਸ਼ਕ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜਨਤਾ ਦੀ ਅਦਾਲਤ ਸਪਾਂਸਰਡ ਬਾਈ ਡਾਕਟਰ KD ਤੇ ਸਾਗਰ ਇਲੈਕਟ੍ਰੀਕਲ। ਸਭ ਤੋਂ ਪਹਿਲਾਂ ਇੰਟਰੋਡਿਊਸ ਕਰਵਾਵਾਂਗੇ ਪਾਰਟੀਆਂ ਦੇ ਕੈਂਡੀਡੇਟਸ ਨਾਲ। ਕਾਂਗਰਸ ਪਾਰਟੀ ਤੋਂ ਧੀਰਜ ਹੀਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹੈ KRT ਨਿਊਜ਼ ਨੈਟਵਰਕ। ਤਾੜੀਆਂ ਮਾਰ ਕੇ ਸਵਾਗਤ ਕਰੋ ਇਹਨਾਂ ਦਾ। ਨਾਲ ਹੀ ਬੀਜੇਪੀ ਦੇ ਵੱਲੋਂ ਨਰੇਸ਼ ਜੀ ਆਏ ਨੇ, ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਸੀਂ ਜਨਤਾ ਦੀ ਅਦਾਲਤ ਦੇ ਵਿੱਚ। ਦਿਲਾਵਰ ਜੀ ਆਮ ਆਦਮੀ ਪਾਰਟੀ ਤੋਂ, ਤੁਹਾਡਾ KRT ਨਿਊਜ਼ ਨੈਟਵਰਕ ਬਹੁਤ-ਬਹੁਤ ਸਵਾਗਤ ਕਰਦਾ ਹੈ। ਸਾਰੀਆਂ ਹੀ ਪਾਰਟੀਆਂ ਦੇ ਅਸੀਂ ਨੁਮਾਇੰਦਿਆਂ ਨੂੰ ਇੱਥੇ ਬੁਲਾਇਆ ਸੀਗਾ, ਪਰ ਕਿਸੇ ਕਾਰਨਵਸ਼ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟਸ ਨੇ ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚੇ ਨੇ। ਫਿਲਹਾਲ ਅਸੀਂ ਉਹਨਾਂ ਦੀ ਜਿਹੜੀ ਜਗ੍ਹਾ ਜਾਂ ਕੁਰਸੀ ਹੈ ਖਾਲੀ ਛੱਡੀ ਹੋਈ ਹੈ, ਕਿਸੇ ਵੀ ਵਕਤ ਉਹ ਆ ਕੇ ਸਾਨੂੰ ਜੁਆਇਨ ਕਰ ਸਕਦੇ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜੀ ਮੈਮ। ਜਨਤਾ ਦੀ ਅਦਾਲਤ 'ਚ ਬਹੁਤ-ਬਹੁਤ ਸਵਾਗਤ ਹੈ। ਜਨਤਾ ਦੀ ਕਸੌਟੀ 'ਚ ਉਤਰੇਗਾ ਕੌਣ? ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇੰਟਰੋਡਿਊਸ ਕਰਾ ਦਈਏ ਕਿ ਸਾਡਾ ਮੇਨ ਮਕਸਦ ਹੈ ਜਨਤਾ ਦੀ ਅਦਾਲਤ ਲਗਾਉਣਾ ਕਿ ਤੁਸੀਂ ਜਨਤਾ ਹੋ, ਤੁਸੀਂ ਆਪਣੇ ਸਵਾਲ ਇਹਨਾਂ ਕੈਂਡੀਡੇਟਸ ਦੇ ਅੱਗੇ, ਇਹਨਾਂ ਪਾਰਟੀਆਂ ਦੇ ਅੱਗੇ ਰੱਖ ਸਕਦੇ ਹੋ, ਦਿਲ ਖੋਲ ਕੇ ਰੱਖ ਸਕਦੇ ਹੋ। ਸਾਰੇ ਹੀ ਮੁੱਦੇ ਜਿਹੜੇ ਕਿ ਤੁਹਾਡੇ ਵਾਰਡ ਦੇ ਆਪਣੇ ਹੋਣਗੇ, ਡਿਵੈਲਪਮੈਂਟ ਦੇ ਮੁੱਦੇ ਹੋਣਗੇ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਤੁਸੀਂ ਇਹਨਾਂ ਕੋਲ ਪੁੱਛਣਾ ਚਾਹੁੰਦੇ ਹੋ। ਅੱਜ ਇੱਥੇ ਚਾਰੇ ਹੀ ਕੈਂਡੀਡੇਟ ਤੁਹਾਡੇ ਕੋਲ ਮੌਜੂਦ ਹੋਣਗੇ। ਫਿਲਹਾਲ ਤੇ 3 ਹਨ, ਜੇਕਰ ਚੌਥੇ ਆ ਜਾਂਦੇ ਨੇ ਸਾਰੇ ਹੀ ਪਾਰਟੀਆਂ ਦੇ ਕੈਂਡੀਡੇਟ ਤੁਹਾਡੇ ਕੋਲ ਇੱਥੇ ਮੌਜੂਦ ਹੋਣਗੇ। ਤੁਸੀਂ ਉਹਨਾਂ ਕੋਲ ਸਾਰੇ ਹੀ ਸਵਾਲ ਇੱਥੇ ਡਾਇਰੈਕਟ ਪੁੱਛ ਸਕਦੇ ਹੋ। ਤੇ ਇੱਕ ਅਸੀਂ ਹਦਾਇਤ ਦੇਣਾ ਚਾਹਾਂਗੇ ਕਿ ਸਰ ਕੋਈ ਵੀ ਜਿਹੜਾ ਕਿ ਕਿਸੇ ਦੇ ਪਰਸਨਲੀ ਅਟੈਕ ਨਹੀਂ ਕੀਤਾ ਜਾਣਾ ਚਾਹੀਦਾ। ਕੋਈ ਵੀ ਮੁੱਦਾ ਹੈ, ਕੋਈ ਵੀ ਗੱਲਬਾਤ ਹੈ, ਅਸੀਂ ਪਾਰਟੀ ਨੂੰ ਲੈ ਕੇ, ਡਿਵੈਲਪਮੈਂਟ ਨੂੰ ਲੈ ਕੇ, ਕੰਮਾਂ ਨੂੰ ਲੈ ਕੇ ਹੀ ਕਰਨੀ ਹੈ। ਕਿਸੇ ਤੇ ਕੋਈ ਵੀ ਪਰਸਨਲ ਅਟੈਕ ਨਹੀਂ ਕਰਨਾ ਜਿਹਦੇ ਨਾਲ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਹਾਨੀ ਪਹੁੰਚੇ। ਸੋ ਇੱਕ ਰਿਕੁਐਸਟ ਹੈ ਸਰ ਸਾਡੀ KRT ਨਿਊਜ਼ ਇੱਕ ਤੁਹਾਨੂੰ
ਅਵੇਅਰਨੈਸ ਦੇਣਾ ਚਾਹੁੰਦੀ ਹੈ ਕਿ ਕਿਸੇ ਨੇ ਵੀ ਕਿਸੇ ਦੀ ਪਾਰਟੀ ਦੇ ਆਣ ਬਾਣ ਸ਼ਾਨ ਦੇ ਖਿਲਾਫ ਨਹੀਂ ਬੋਲਣਾ, ਤਾਂ ਕਿ ਕਿਸੇ ਦੇ ਵੀ ਮਨਾਂ ਨੂੰ ਠੇਸ ਪਹੁੰਚੇ। ਤੇ ਸਾਰੇ ਜਾਣੇ ਕੋਆਪਰੇਟ ਕਰਨ ਸਾਡੇ ਨਾਲ, ਕਿਸੇ ਨੇ ਗਾਲੀ ਗਲੋਚ ਨਹੀਂ ਕਰਨਾ ਹੈ। ਸਾਡੀ KRT ਟੀਮ ਸਪੈਸ਼ਲ ਤੁਹਾਨੂੰ ਇੱਕ ਅਵੇਅਰਨੈਸ ਦਿੰਦੀ ਹੈ, ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਹ ਖੁਦ ਦਾ ਆਪ ਜ਼ਿੰਮੇਵਾਰ ਹੋਵੇਗਾ। ਧੰਨਵਾਦ। ਸੋ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਵਾਰਡ ਨੰਬਰ 29 ਦੇ ਮੌਕੇ ਦੇ MC ਨੇ ਨਰੇਸ਼ ਜੀ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਰ ਮੁੱਦੇ ਬਹੁਤ ਸਾਰੇ ਨੇ, ਖਾਸ ਕਰਕੇ ਡਿਵੈਲਪਮੈਂਟ ਦੇ। ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਆਪਣੇ ਹੀ ਵਾਰਡ ਦੇ ਲੋਕਾਂ ਨੂੰ ਗਲੀਆਂ ਨਾਲੀਆਂ ਦੇ ਪਾਣੀ ਦੀ ਸਮੱਸਿਆ ਦੇ ਵਿੱਚ ਉਲਝ ਕੇ ਰਹਿਣਾ ਪੈ ਰਿਹਾ। ਹਜੇ ਤੱਕ ਜਿਹੜੀ ਸਮੱਸਿਆ ਗਰਾਊਂਡ ਲੈਵਲ ਤੇ ਆਪਾਂ ਦੇਖੀਏ ਤੇ ਕਿਸੇ ਵੀ ਤਰ੍ਹਾਂ ਕਲੀਅਰ ਨਹੀਂ ਹੁੰਦੀ ਨਜ਼ਰ ਆ ਰਹੀ ਹੈ। ਕਿਉਂ ਟਾਈਮ ਲੱਗ ਰਿਹਾ? ਕਿੰਨਾ ਕੁ ਲੋਕਾਂ ਨੂੰ ਹੋਰ ਚੱਲਣਾ ਪਵੇਗਾ ਇਸ ਸਮੱਸਿਆ ਨਾਲ? ਸਭ ਤੋਂ ਪਹਿਲਾਂ ਤੁਸੀਂ ਵਾਰਡ ਨੰਬਰ 29 ਦੇ ਭਾਜਪਾ ਪਾਰਟੀ ਤੋਂ ਪਾਰਸ਼ਦ ਹੋ, ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਥੈਂਕ ਯੂ। ਤੁਸੀਂ ਆਪਣੇ ਸਵਾਲ ਦਾ ਜਵਾਬ ਦਿਓ। ਸਭ ਤੋਂ ਪਹਿਲਾਂ ਮੈਂ KRT ਨਿਊਜ਼ ਦਾ ਇਹ ਜਨਤਾ ਦੀ ਅਦਾਲਤ ਲਾਉਣ ਲਈ ਬਹੁਤ ਬਹੁਤ ਧੰਨਵਾਦ ਕਰਨਾ, ਤੇ ਨਾਲ ਹੀ ਮੇਰੀ ਵਾਰਡ ਦੀ ਆਈ ਹੋਈ ਜਨਤਾ ਦਾ ਵੀ ਮੈਂ ਬਹੁਤ ਸਵਾਗਤ ਕਰਨਾ ਹੈ। ਮੈਡਮ, ਗੱਲ ਕੀਤੀ ਤੁਸੀਂ ਡਿਵੈਲਪਮੈਂਟ ਤੇ। ਇੱਦਾਂ ਹੈ ਕਿ ਅਜੇ ਮੈਨੂੰ ਪਾਰਸ਼ਦ ਬਣੇ, ਮੇਰੀ ਵਾਈਫ ਪਾਰਸ਼ਦ ਨੇ ਇਸ ਵਾਰਡ ਤੋਂ, ਤੇ ਜੇ ਕੰਮ ਜ਼ਿਆਦਾਤਰ ਜਿੱਦਾਂ ਜੈਂਟਸ ਹੀ ਦੇਖਦੇ ਆ ਤੇ ਮੈਂ ਹੀ ਦੇਖਣਾ ਹੈ। ਇੱਕ ਗੱਲ ਤਾਂ ਇਹ ਹੈ ਕਿ ਸਾਡੀ ਜਿਹੜੀ ਇਹ ਵਾਰਡ ਹੈ ਨਾ ਮੈਡਮ, ਇਹਦਾ ਸਵਰੂਪ ਇਸ ਤਰ੍ਹਾਂ ਦਾ ਹੈ ਕਿ ਇਹ ਮਤਲਬ ਹਰ ਕੋਈ 2-4-6 ਮਹੀਨੇ ਬਾਅਦ ਨਾ ਡਿਵੈਲਪ ਹੋ ਰਹੀ ਹੈ। ਕਲੋਨੀਆਂ ਨਵੀਆਂ ਬਣਦੀਆਂ ਨੇ। ਨੈਚੁਰਲੀ ਗੱਲ ਹੈ ਕਿ ਜੇ ਉੱਥੇ ਲੋਕੀ ਆਉਣਗੇ ਰਹਿਣਗੇ, ਉਹਨਾਂ ਨੂੰ ਮੂਲਭੂਤ ਸੁਵਿਧਾਵਾਂ ਜਿਹੜੀਆਂ ਉਹ ਸਾਰੀਆਂ ਚਾਹੀਦੀਆਂ ਨੇ। ਉਸ ਲਈ ਥੋੜ੍ਹਾ ਜਿਹਾ ਜਿਵੇਂ ਨਵਾਂ ਕੋਈ ਏਰੀਆ ਵੱਸਦਾ ਹੈ ਤੇ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ ਕਿ ਕਈ ਵਾਰੀ ਉੱਥੇ ਭਰਤੀ ਨਹੀਂ ਪਈ ਹੁੰਦੀ, ਕਈ ਵਾਰੀ ਉੱਥੇ ਪ੍ਰੋਪਰ ਬਾਉਂਡਰੀ ਵਾਲ ਨਹੀਂ ਹੋਈ ਹੁੰਦੀ। ਤੇ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖ ਕੇ ਅਸੀਂ ਜੋ ਵੀ ਹੋਏਗਾ ਸਾਡੇ ਵੱਲੋਂ ਉਹ ਅਸੀਂ ਕਰਾਂਗੇ। ਬਾਕੀ ਰਹੀ ਗੱਲ ਸੀਵੇਜ ਦੀ ਬਲੋਕੇਜ ਦੀ, ਉਹ ਥੋੜ੍ਹੀ ਦੇਰ ਪਹਿਲਾਂ ਤਾਂ ਜੇਈ ਸਾਹਿਬ ਜਿਹੜੇ ਇੱਧਰ ਦੇ ਇੰਚਾਰਜ ਨੇ ਨਰੇਸ਼ ਜੀ, ਉਹਨਾਂ ਨਾਲ ਗੱਲ ਹੋਈ ਸੀ ਤੇ ਮੇਨ ਜਿਹੜੀ ਢਾਂਗੂ ਰੋਡ ਦੀ ਸਾਡੀ ਮੇਨ ਸੀਵੇਜ ਲਾਈਨ ਹੈ ਉਹਦੇ 'ਚ ਫਾਲਟ ਸੀ, ਤੇ ਜਿਹੜੀ ਇੱਕ ਇਹਨਾਂ ਦੀ ਗੱਡੀ ਹੈ ਜੈਟਿੰਗ ਮਸ਼ੀਨ ਹੈ ਉਹਦਾ ਨੋਜ਼ਲ 'ਚ ਖਰਾਬੀ ਸੀ, ਜਿਹਦੇ ਨਾਲ ਨਾ ਉੱਥੇ ਉਹ ਕਲੀਅਰ ਨਹੀਂ ਹੋ ਪਾ ਰਿਹਾ ਸੀ। ਉਹਦੇ ਨਾਲ ਜਿਹੜਾ ਪਿਛਲਾ ਇਲਾਕਾ ਸਾਰਾ ਇਹਦੇ ਵਿੱਚ ਬਲੋਕੇਜ ਦੀ ਸਮੱਸਿਆ ਸੀ। ਪਰ ਹੁਣ ਚਲੋ ਉਹਨਾਂ ਨੇ ਥੋੜ੍ਹਾ ਬਹੁਤ ਕੀਤਾ ਆ। ਅੱਜ ਵੀ ਬਲੋਕੇਜ ਦੀ ਸਮੱਸਿਆ ਹੈ ਵਾਰਡ 'ਚ। ਸੀਵਰੇਜ ਮੈਨ ਲੱਗੇ ਹੋਏ ਨੇ, ਕਾਫੀ ਮਿਹਨਤ ਕਰ ਰਹੇ ਨੇ, ਤੇ ਜਿਸ ਤਰ੍ਹਾਂ ਹੀ ਇਹ ਹੌਲੀ ਹੌਲੀ ਕਲੀਅਰ ਹੋਏਗਾ, ਸਾਰਾ ਕਲੀਅਰ ਹੋ ਜਾਏਗਾ। ਕਾਂਗਰਸ ਪਾਰਟੀ ਤੋਂ ਧੀਰਜ ਜੀ, ਤੁਸੀਂ ਬਹੁਤ ਕੰਮ ਕਰਾਇਆ, ਕਰੋਨਾ ਦੇ ਟਾਈਮ ਤੇ ਵੀ ਤੁਸੀਂ ਬਹੁਤ ਕੰਮ ਕਰਾਇਆ, ਤੇ ਤੁਸੀਂ ਬੀਤੇ ਦਿਨ ਵੀ ਬਹੁਤ ਐਕਟਿਵ ਰਹੇ ਹੋ। ਨਗਰ ਨਿਗਮ ਦੀ ਚੋਣਾਂ ਤੋਂ ਪਹਿਲਾਂ ਵੀ ਤੁਸੀਂ ਬਹੁਤ ਐਕਟਿਵ ਰਹੇ ਹੋ, ਪਰ ਕੀ ਕਾਰਨ ਰਿਹਾ ਕਿ ਪਾਰਟੀ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ? ਮੈਂ ਰਿਕੁਐਸਟ ਕਰਾਂਗੀ ਮਾਈਕ ਇਹਨਾਂ ਨੂੰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਤੇ ਮੈਂ KRT ਨਿਊਜ਼ ਚੈਨਲ ਦਾ ਜਨਤਾ ਦੀ ਅਦਾਲਤ ਲਗਾਉਣ ਦੇ ਲਈ ਔਰ ਸਾਰੇ ਆਪਣੇ ਮੁਹੱਲੇ ਦੇ ਲੋਕ ਜਿਹੜੇ ਆਪਣਾ ਇੰਨਾ ਕੀਮਤੀ ਸਮੇਂ ਕੱਢ ਕੇ ਆਏ ਨੇ, ਇਹਨਾਂ ਦਾ ਮੈਂ ਸਾਰਿਆਂ ਦਾ ਆਪਣੇ ਤਹਿ ਦਿਲ ਤੋਂ ਧੰਨਵਾਦ ਕਰਦਾ ਜੀ, ਔਰ ਵੈਲਕਮ ਕਰਦਾ ਮੈਡਮ ਤੁਹਾਡਾ ਵੀ, ਰਮਨ ਜੀ ਤੁਹਾਡਾ। ਔਰ ਇਸ ਦੇ ਨਾਲ ਹੀ ਮੈਂ ਮੈਡਮ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਕਿ ਤੁਸੀਂ ਕਿਹਾ ਕਿ ਤੁਸੀਂ ਪਹਿਲਾਂ ਵੀ ਐਕਟਿਵ ਰਹੇ ਹੋ, ਕੰਮ ਕੀਤਾ ਵਾਰਡ 'ਚ, ਹੈ ਨਾ। ਇਹ ਇੱਕ ਰੱਬ ਵੱਲੋਂ ਕੋਈ ਇੱਕ ਨਿਆਮਤ ਮਿਲ ਜਾਂਦੀ ਹੈ, ਕਿਸੇ ਨਾ ਕਿਸੇ ਨੂੰ ਇੱਕ ਦਾਤ ਮਿਲ ਜਾਂਦੀ ਹੈ ਕਿ ਯਾਰ ਤੇਰੇ ਮੋਢੇ ਤੇ ਹੀ ਹੈ ਜਾਂ ਤੂੰ ਹੀ ਕਰ ਸਕਦਾ ਹੈ, ਕਰਨ ਨੂੰ ਸਾਰੇ ਕਰ ਸਕਦੇ ਆ। ਇਹਦੇ ਵਿੱਚ ਨੋ ਡਾਊਟ ਕਿ ਨਹੀਂ ਕਰ ਸਕਦਾ, ਹਰ ਬੰਦੇ ਨੂੰ ਇੱਕ ਕੈਪੇਬਿਲਿਟੀ ਮਿਲੀ ਆ, ਹਰ ਬੰਦੇ ਨੂੰ ਇੱਕ ਰੱਬ ਨੇ ਮਾਣ ਬਖਸ਼ਿਆ, ਸਭ ਕੁਝ ਕਰ ਸਕਦੇ ਆ। ਬਟ ਕਿਸੇ ਇੱਕ ਪਰਸਨ ਨੂੰ ਹੀ ਕ੍ਰੈਡਿਟ ਮਿਲਣਾ ਹੁੰਦਾ ਜੋ ਰੱਬ ਵੱਲੋਂ ਮਿਲਦਾ ਜੀ। ਤੇ ਮੈਂ ਉਹੀ ਚੀਜ਼ ਮੰਨਣਾ ਜੋ ਰੱਬ ਦਾ ਇੱਕ ਕਰਮ ਸੀਗਾ ਮੇਰੇ ਤੇ, ਜਾਂ ਮੈਨੂੰ ਉਹਨਾਂ ਨੇ ਬਖਸ਼ਿਆ ਸੀਗਾ ਕਿ ਮੈਂ ਆਪਣੇ ਲੋਕਾਂ ਦੇ ਵਿੱਚ ਜਾ ਸਕਾਂ। ਇਹਨਾਂ ਦੇ ਹੱਥਾਂ 'ਚ ਜੰਮੇ ਪਲੇ ਆ, ਇਹਨਾਂ ਇੱਥੇ ਵੀ ਜੰਮੇ ਆ, ਇੱਥੇ ਰਹੇ ਆ ਜੀ, ਇੱਥੇ ਵੀ ਵੱਡੇ ਹੋਏ ਆ, ਪਰ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਅਸੀਂ ਉਹ ਮੌਕੇ ਨੂੰ ਸੰਭਾਲਿਆ। ਔਰ ਸੈਕਿੰਡ, ਮੈਨੂੰ ਮੇਰੀ ਪਾਰਟੀ ਨੇ, ਕਾਂਗਰਸ ਪਾਰਟੀ ਨੇ ਥੋੜਾ ਜਿਹਾ ਜਿਹੜੀ ਸੱਤਾ 'ਚ ਹੈ, ਸਾਨੂੰ ਉਹਨਾਂ ਨੇ ਕਿਹਾ ਯਾਰ ਆਪਣੀ ਵਾਰਡ ਦੇ ਵਿੱਚ ਦੇਖੋ ਜੋ ਜੋ ਪਰੇਸ਼ਾਨੀਆਂ ਨੇ, ਮੁਸ਼ਕਲਾਂ ਨੇ, ਉਹਦੇ ਵਿੱਚ ਜਾਓ, ਲੋਕਾਂ ਦੇ ਵਿੱਚ ਰਹਿ ਕੇ ਆਪਣੇ ਕੰਮਕਾਜ ਕਰੋ, ਤੇ ਅਸੀਂ ਉਸ ਚੀਜ਼ ਨੂੰ ਕੀਤਾ ਜੀ। ਜੀ ਭਾਜੀ, ਸਵਾਲ ਹੈ ਸਾਡਾ ਕਿ ਭਾਜਪਾ ਦਾ ਕਾਰਜਕਾਲ ਰਿਹਾ ਪਿਛਲੇ 5 ਸਾਲਾਂ ਦੇ ਵਿੱਚ ਬਹੁਤ ਸਾਰੀਆਂ 10 ਸਾਲ ਅਸੀਂ ਪਿਛਲੇ 5 ਸਾਲਾਂ ਦੀ ਗੱਲ ਕਰਾਂਗੇ ਫਿਲਹਾਲ ਤੇ। ਪਿਛਲੇ 5 ਸਾਲਾਂ ਦੇ ਵਿੱਚ ਕਿਉਂ ਜਿਹੜੇ ਕਿ ਸੀਵਰੇਜ ਦੀ ਸਮੱਸਿਆ, ਪੀਣ ਵਾਲੇ ਪਾਣੀ ਦੀ ਸਮੱਸਿਆ ਹਜੇ ਤੱਕ ਹੱਲ ਨਹੀਂ ਹੋਈ ਹੈ। ਤੁਹਾਡੇ ਵਾਰਡ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਗਲੀਆਂ ਹਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੀਵਰੇਜ ਮਿਕਸ ਪਾਣੀ ਪਹੁੰਚ ਰਿਹਾ ਹੈ। ਤੁਸੀਂ ਕਿੰਨਾ ਕੁ ਕੰਮ ਕਰਵਾ ਰਹੇ ਹੋ ਤੇ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿ ਪਿਛਲੇ 10 ਸਾਲਾਂ ਤੱਕ ਇਹ ਕੰਮ ਨਹੀਂ ਹੋ ਪਾਇਆ? ਭਾਜੀ ਸਿੱਧੇ ਤੌਰ ਤੇ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਾਂਗੇ ਜੀ, ਕਿਉਂਕਿ ਇਹ ਸਾਰੇ ਕੰਮ ਪ੍ਰਸ਼ਾਸਨ ਦੇ ਆ, ਕਾਰਪੋਰੇਸ਼ਨ ਦੇ ਆ, ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਆ। ਔਰ ਸੈਕਿੰਡ, ਸਭ ਤੋਂ ਪਹਿਲਾਂ ਜਿਹੜੇ ਸਾਡੇ ਨੁਮਾਇੰਦੇ ਆ, ਉਹ ਕਿਸੇ ਵੀ ਪਾਰਟੀ ਦੇ ਹੋਣ, ਚਾਹੇ ਉਹ BJP ਦੇ ਨੇ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਆਮ ਪਾਰਟੀ ਦੇ ਆ, ਕੋਈ ਵੀ ਨਹੀਂ, ਉਹ ਸਾਡੀ ਪਹਿਲੀ ਪ੍ਰਾਇੋਰਟੀ ਸਾਡੀ ਹੈ ਕਿ ਸਾਨੂੰ ਪਤਾ
ਕਿ ਮੇਰੇ ਮੁਹੱਲੇ ਦੇ ਵਿੱਚ ਕੀ ਦਿੱਕਤ ਹੈ, ਮੇਰੇ ਏਰੀਆ ਦੇ ਵਿੱਚ ਕੀ ਪਰੇਸ਼ਾਨੀ ਹੈ। ਯਾਰ ਇੱਥੇ ਪਾਣੀ ਗੰਦਾ ਆ ਰਿਹਾ, ਇਸ ਗਲੀ ਨੂੰ ਪਾਣੀ ਨਹੀਂ ਮਿਲ ਰਿਹਾ, ਜਾਂ ਇਹਦੇ ਸੀਵਰੇਜ ਬਲੌਕ ਹੈ, ਉਹ ਮੈਂ ਦੇਖਣਾ, ਜਾਂ ਉਸ ਕੈਂਡੀਡੇਟ ਦਾ, ਉਸ ਅਹੁਦੇਦਾਰ ਦੀ ਇੱਕ ਰਿਸਪੌਂਸਿਬਿਲਟੀ ਆ ਕਿ ਮੈਂ ਇਹ ਚੀਜ਼ ਨੂੰ ਹਾਈਲਾਈਟ ਕਰਨਾ। ਸੈਕਿੰਡ, ਅਸੀਂ ਇੱਥੋਂ ਗੱਲ ਆਪਣੇ ਏਰੀਏ ਤੋਂ ਅਗਰ ਘਰੋਂ ਹੀ ਨਹੀਂ ਨਿਕਲਾਂਗੇ ਜਾਂ ਕਿਸੇ ਨੂੰ ਦੇਖਾਂਗੇ ਹੀ ਨਹੀਂ ਜਾਂ ਪਰੇਸ਼ਾਨੀ ਨੂੰ ਸਮਝਾਂਗੇ ਨਹੀਂ, ਤਾਂ ਅੱਗੇ ਜਾ ਕੇ ਕਿ ਰੋਲਾ ਨਹੀਂ ਪਾਵਾਂਗੇ ਤੇ ਅਗਲੇ ਤੇ ਸੁਣਨ ਨੂੰ ਬੈਠੇ ਨਹੀਂ, ਉਹਨਾਂ ਦਾ ਕੰਮ ਕਰਨਾ ਨਹੀਂ ਭਾਜੀ। ਤੇ ਇਸ ਕਰਕੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਿਆ ਜਾਏਗਾ ਜੀ ਦਿਲਾਵਰ ਜੀ, ਤੁਹਾਡੇ ਕੋਲ ਆਉਂਦੇ ਹਾਂ ਅਸੀਂ। ਦੋਵੇਂ ਪਾਰਟੀਆਂ ਕਾਂਗਰਸ ਬੀਜੇਪੀ ਸਮੇਂ-ਸਮੇਂ ਦੇ ਸਿਰ ਤੇ ਇੱਥੇ ਰੂਲ ਕਰਦੀਆਂ ਆਈਆਂ ਹਨ, ਲੋਕਾਂ ਦੀ ਸੇਵਾ ਵੀ ਕੀਤੀ ਹੈ ਬਹੁਤ ਸਾਰੀ, ਪਰ ਹਜੇ ਵੀ ਸ਼ਹਿਰ ਦੇ ਵਿੱਚ ਸੀਵਰੇਜ ਪਾਣੀ ਦੀ ਸਮੱਸਿਆ ਜਿਹੜੀ ਕਿ ਲੋਕਾਂ ਨੂੰ ਮੁੱਢਲੇ ਤੌਰ ਤੇ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਦੋਨਾਂ ਪਾਰਟੀਆਂ ਦੇ ਵਿੱਚ ਕਿੱਥੇ ਕਮੀ, ਕਿਹੜੀ ਪਾਰਟੀ ਨੂੰ ਜ਼ਿਆਦਾ ਕਮੀ ਰਹੀ? ਤੁਹਾਡਾ ਕੀ ਵਿਚਾਰ ਹੈ ਕਿ ਇਹ ਕੰਮ ਨੂੰ ਪਹਿਲ ਦੇ ਆਧਾਰ ਤੇ ਕਿਸ ਤਰ੍ਹਾਂ ਸੁਲਝਾਇਆ ਜਾ ਸਕਦਾ ਹੈ? ਤੁਹਾਡੀ ਪਾਰਟੀ ਦੇ ਵੱਲੋਂ ਕੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ? ਪਹਿਲਾਂ ਤਾਂ ਮੈਂ ਸਾਰੇ ਆਏ ਗਏ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ, ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ। ਦੇਖੋ ਜੀ, ਸਮੱਸਿਆ ਤਾਂ ਬੜੀਆਂ ਹੈਗੀਆਂ ਇਸ ਮਹੱਲੇ ਦੇ ਵਿੱਚ, ਇੰਨੀਆਂ ਕੁ ਸਮੱਸਿਆ ਹੈਗੀਆਂ ਜਿਹੜੀਆਂ ਕਿ ਮਤਲਬ ਕਿਸੇ ਨੇ ਹੱਲ ਨਹੀਂ ਹੋਈਆਂ ਹੈਗੀਆਂ। ਬੜੀਆਂ ਸਮੱਸਿਆ ਐਸੀਆਂ ਜਿਹੜੀਆਂ ਪਾਣੀ ਦੀਆਂ, ਸੀਵਰੇਜ ਦੀਆਂ, ਗਲੀਆਂ ਨਾਲੀ ਦੀਆਂ, ਬੜੀਆਂ ਪ੍ਰੋਬਲਮਾਂ ਐਸੀਆਂ ਜਿਹੜੀਆਂ ਕੋਈ ਵੀ ਕਿਸੇ ਨੇ ਹੱਲ ਨਹੀਂ ਕੀਤੀਆਂ। ਇਹ ਕੀਤੀਆਂ ਵੀ ਇਹਨਾਂ ਦੀ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਇਹਨਾਂ ਦੀ ਆਪਣੀ ਗਲਤੀ ਹੈ, ਉਹ ਗਲਤੀ ਨਾਲ ਇਹਨਾਂ ਦੀ ਹੋਈਆਂ ਹੈਗੀਆਂ। ਸਾਰੇ ਲੋਕੀ ਗੰਦਾ ਪਾਣੀ ਪੀ ਰਹੇ ਨੇ, ਨਾਲੀਆਂ ਤੋਂ ਆਵਾਜ਼ਾਰ ਪਾਣੀ ਆ ਜਾਂਦਾ, ਬਾਰਿਸ਼ ਆ ਜਾਂਦੀ ਹੈ, ਗਲੀਆਂ ਨਾਲੀਆਂ 'ਚ ਪਾਣੀ ਬੜਾ ਵੜ ਜਾਂਦਾ ਹੈਗਾ, ਲੋਕਾਂ ਦੇ ਘਰਾਂ 'ਚ ਪਾਣੀ ਵੜਦਾ ਪਿਆ। ਇਹਨਾਂ ਨੇ ਦੋਨੋਂ ਪਾਰਟੀਆਂ ਨੇ ਰਲ ਮਿਲ ਕੇ ਜੋ ਵੀ ਕੰਮ ਕਰਦੀਆਂ ਵੀ ਇਹਨਾਂ ਦਾ, ਸਾਡੀ ਨਵੀਂ ਪਾਰਟੀ ਆਈ ਹੈ, ਹੁਣ ਨਵੀਂ ਪਾਰਟੀ ਦੇ ਵਿੱਚ ਜੋ ਵੀ ਸਾਡੇ ਉਤੋਂ ਬਣਨਗੇ ਤੇ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਦੇ ਕੰਮ ਕਰਾਂਗੇ। ਅਸੀਂ ਹਰ ਪਬਲਿਕ ਦੇ ਨਾਲ ਹੈਗੇ ਆ, ਪਬਲਿਕ ਦੇ ਨਾਲ ਸਹਿਮਤ ਹੋ ਕੇ ਸਾਰੇ ਕੰਮ ਕਰਾਂਗੇ, ਵਧੀਆ ਕੰਮ ਕਰਾਂਗੇ। ਕੋਈ ਕੰਮ ਐਸਾ ਨਹੀਂ ਜਿਹੜਾ ਮਤਲਬ ਕਿ ਹਮ ਨਹੀਂ ਕਰਾਂਗੇ। ਜੀ ਅਸੀਂ ਨਰੇਸ਼ ਜੀ ਤੁਹਾਡੇ ਕੋਲ ਆਵਾਂਗੇ। ਇੱਕ ਨਾ ਬੀਜੇਪੀ ਦੇ ਜਿੰਨੇ ਵੀ ਪਿਛਲੇ ਐਮਸੀ ਸੀਗੇ, ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਈ ਹੈ ਤੇ ਸਾਨੂੰ ਜਿਹੜਾ ਕਿ ਕੰਮ ਨਹੀਂ ਕਰਨ ਦਿੱਤਾ ਗਿਆ ਆ, ਕਾਂਗਰਸੀ ਨੁਮਾਇੰਦੇ ਜਿਹੜੇ ਕਿ ਐਮਸੀ ਵੀ ਨਹੀਂ ਹਨ ਉਹਨਾਂ ਨੂੰ ਅੱਗੇ ਕਰਕੇ ਕੰਮ ਕੀਤਾ ਜਾ ਰਿਹਾ ਹੈ। ਕੀ ਤੁਹਾਡਾ ਕੀ ਕਹਿਣਾ ਦੇ ਵਿੱਚ? ਇਸ ਤਰ੍ਹਾਂ ਸਰ ਕਿ ਜਿੱਥੇ ਵੀ ਬੀਜੇਪੀ ਦੇ ਐਮਸੀ ਹਨ, 12 ਐਮਸੀ ਨੇ ਪਠਾਨਕੋਟ ਦੇ ਵਿੱਚ, ਸਾਰਿਆਂ ਦੀ ਇੱਕੋ ਹੀ ਸਮੱਸਿਆ ਹੈ ਕਿ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਹਦੀ ਵਜ੍ਹਾ ਇਹ ਹੈ ਕਿ ਸਰਕਾਰ ਕਾਂਗਰਸ ਦੀ ਹੈ ਤੇ ਕਾਂਗਰਸ ਸਰਕਾਰ ਹੈ ਜਿਹੜੀ, ਉਹਨਾਂ ਦਾ ਮਤਲਬ ਹਾਊਸ ਦੀ ਮੀਟਿੰਗ ਹੋਈ ਹੈ, ਉੱਥੇ ਮੇਅਰ ਸਾਹਿਬ ਨੇ ਮਤਲਬ ਹਾਊਸ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਪਹਿਲੇ ਅਸੀਂ ਤੁਹਾਡੀ ਜਗ੍ਹਾ 'ਤੇ ਬੈਠੇ ਤੇ ਸੀ, ਮਤਲਬ ਕਿ ਵਿਪਕਸ਼ 'ਚ ਹੀ, ਤੇ ਹੁਣ ਅਸੀਂ ਸੱਤਾ 'ਚ ਤੇ ਹੁਣ ਅਸੀਂ ਤੁਹਾਨੂੰ ਮਤਲਬ ਦੱਸਾਂਗੇ ਭਈ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਉਹ ਅਸੀਂ ਤੁਹਾਡੇ ਨਾਲ ਕਰਾਂਗੇ। ਮਤਲਬ ਕਿ ਮੇਅਰ ਸਾਹਿਬ ਦਾ ਸਿੱਧਾ ਕਹਿਣਾ ਹੈ ਕਿ ਮਤਲਬ ਤੁਹਾਡੇ ਕੰਮ ਆਪਾਂ ਨਹੀਂ ਕਰਨੇ ਆ, ਜਿਹੜਾ ਕਿ ਇੱਕ ਅਹੁਦੇਦਾਰ ਬੰਦੇ ਨੂੰ, ਮੇਅਰ ਪੂਰੇ ਪਠਾਨਕੋਟ ਦਾ, ਚਾਹੇ ਬੀਜੇਪੀ ਦੀਆਂ ਪਾਰਟੀਆਂ, ਉੱਥੇ ਜਨਤਾ ਜਿਹੜੀ ਰਹਿ ਰਹੀ ਉਹਦੇ ਵਿੱਚ ਕਾਂਗਰਸੀ ਵੀ ਹਨ, ਕਾਂਗਰਸ ਨੂੰ ਵੀ ਵੋਟਾਂ ਪਈਆਂ। ਚਲੋ ਜਿੱਤਣਾ ਇੱਕ ਨੇ ਸੀ, ਇੱਕ ਜਿੱਤ ਗਿਆ, ਇਹਦੇ ਨਾਲ ਇਹ ਥੋੜੀ ਹੈ ਕਿ ਪੂਰੀ ਜਨਤਾ ਜਿਹੜੀ ਉਹ ਸਫਰ ਕਰੇਗੀ ਤੇ ਨਹੀਂ ਉੱਥੇ ਬੀਜੇਪੀ ਦਾ ਐਮਸੀ ਹੈ ਤਾਂ ਉੱਥੇ ਆਪਾਂ ਕੰਮ ਨਹੀਂ ਕਰਨੇ ਆ। ਤੇ ਇੱਕ ਮੇਅਰ ਸਾਹਿਬ ਨੂੰ ਇਹ ਕੰਮ ਸੋਭਾ ਨਹੀਂ ਦਿੰਦਾ, ਉੱਥੇ ਉਹਨਾਂ ਕਿਹਾ ਵੀ ਆਪਾਂ ਬਦਲਾ ਲਾਵਾਂਗੇ, ਆਉਣ ਦੀ ਰਿਕਾਰਡ ਹੈ ਸਾਰਾ ਕੰਮ। ਐਮਸੀਸ ਇਲੈਕਸ਼ਨ ਤੋਂ ਬਾਅਦ ਪਹਿਲੀ ਜਿਹੜੀ ਹੈ ਹਾਊਸ ਮੀਟਿੰਗ ਹੋਈ ਹੈ ਸਾਰੀ ਐਮਸੀਸ ਦੀ ਮੇਅਰ ਸਾਹਿਬ ਦੇ ਨਾਲ, ਤੇ ਉਹਦੇ ਵਿੱਚ ਭਾਜਪਾ ਕਾਰਜਕਰਤਾ ਜਿਹੜੇ ਪਾਰਸ਼ਦ ਸੀਗੇ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਕਿ ਮੇਅਰ ਸਾਹਿਬ ਨੇ ਸਾਰੇ ਕਾਂਗਰਸੀ ਐਮਸੀਸ ਦੀ ਜਿਹੜੀ ਗੱਲਬਾਤ ਹੈ ਉਹ ਪ੍ਰੋਪਰ ਤਰੀਕੇ ਨਾਲ ਸੁਣੀ ਹੈ ਤੇ ਹੱਲ ਵੀ ਕੀਤਾ ਹੈ। ਤੇ ਭਾਜਪਾ ਪਾਰਟੀ ਨਾਲ ਕਿਉਂ ਪਾਰਸ਼ੈਲਿਟੀ ਕੀਤੀ ਗਈ ਹੈ? ਇੱਕ ਸਵਾਲ ਸਰ ਹੋਰ ਇਨਕਲੂਡ ਕਰਾਂਗਾ ਕਿ ਤੁਹਾਡੇ ਇਸ ਵਾਰਡ ਦੀ ਡਿਵੈਲਪਮੈਂਟ ਲਈ ਕਿੰਨਾ ਫੰਡ ਆਇਆ ਹੈ ਇੱਥੇ? ਸਰ ਇਸ ਤਰ੍ਹਾਂ ਹੈ, ਜਿਹੜੇ ਉਹਨਾਂ ਨੇ 29 ਨੰਬਰ ਵਾਰਡ ਹੈ, 29 ਨੰਬਰ ਵਾਰਡ ਦਾ ਸਿਰਫ ਇੱਕ ਸੀਸੀ ਫਲੋਰਿੰਗ ਲਈ ਜਿਹੜਾ ਪੈਸਾ ਰੱਖਿਆ ਹੈ 2,99,00,000 ਰੁਪਈਆ। ਉਹਦੇ ਵਿੱਚ 29 ਨੰਬਰ ਵਾਰਡ ਦਾ ਵੀ ਇੱਕ ਨਇਆ ਕਲੱਬ ਕਰਕੇ ਉਹਨਾਂ ਨੇ ਟੈਂਡਰ ਪਾਏ ਨੇ, ਮਤਲਬ 10 ਕੁ ਵਾਰਡਾਂ ਕਾਂਗਰਸ ਦੀਆਂ ਪਾਤੀਆਂ, 1-2 ਬੀਜੇਪੀ ਦੀਆਂ ਪਾਤੀਆਂ। ਇਸ ਤਰ੍ਹਾਂ ਅਸੀਂ ਉਹਨਾਂ ਅੱਗੇ ਇੱਕੋ ਹੀ ਮੰਗ ਰੱਖੀ ਕਿ ਜੇ 29 ਨੰਬਰ ਦਾ ਇਹਦੇ ਵਿੱਚ ਤੁਸੀਂ ਪਾਇਆ ਤਾਂ ਸਾਨੂੰ ਪਰਟੀਕੂਲਰ ਦੱਸੋ ਕਿ 29 ਨੰਬਰ ਤੇ ਕਿੰਨੇ ਪੈਸੇ ਨੇ, ਕਿਹੜੀ ਗਲੀ ਬਣਾਉਣੀ ਹੈ ਤੁਸੀਂ। ਮੇਅਰ ਸਾਹਿਬ ਦਾ ਜਵਾਬ ਸੀ ਅਸੀਂ ਤੁਹਾਨੂੰ ਪੈਸੇ ਦੇ ਦਿੱਤੇ ਨੇ, ਤੁਸੀਂ ਗਲੀ ਬਣਵਾ, ਜਿਹੜੀ ਤੁਸੀਂ ਕਹਿੰਦੇ ਹੋ ਉਹ ਗਲੀ ਬਣਵਾਓ। ਅਸੀਂ ਪਹਿਲੇ ਉੱਥੇ ਜਨਤਾ ਨੂੰ ਪੁੱਛਾਂਗੇ ਵੀ ਇਹ ਗਲੀ ਬਣਨ ਵਾਲੀ ਹੈ ਕਿ ਨਹੀਂ, ਪਰ ਮਤਲਬ ਅਸੀਂ ਕਿਹਾ ਵੀ ਸਾਨੂੰ ਇੱਕ ਪਰਟੀਕੂਲਰ ਦੱਸੋ ਤੁਸੀਂ 29 ਨੰਬਰ ਵਾਰਡ ਲਈ ਕਿੰਨੇ ਪੈਸੇ ਰੱਖੇ ਨੇ, ਜੇ ਰੱਖੇ ਨੇ ਤੇ ਕਿਹੜੀ ਗਲੀ ਹੈ ਜਿਹੜੀ ਤੁਸੀਂ ਉਹ ਪਾਣੀ ਹੈ, ਕਿਹੜੀ ਗਲੀ ਬਣਾਉਣੀ ਹੈ। ਇਹਦਾ ਸਾਨੂੰ ਗੋਲਮਾਲ ਜਵਾਬ ਦਿੱਤਾ ਗਿਆ, ਕੋਈ ਜਵਾਬ ਨਹੀਂ ਦਿੱਤਾ ਗਿਆ। ਉਹਨਾਂ ਨੇ ਮਤਲਬ ਇਹ ਜਿਹੜਾ ਟੈਂਡਰ ਜਿਹੜਾ ਮਤਾ ਪਾਸ ਕਰਵਾਇਆ ਇਹਦੇ ਵਿੱਚ ਵੀ ਇੱਕ ਮਤਲਬ ਉਹਨਾਂ ਨੇ ਗੋਲਮਾਲ ਕੀਤਾ
ਕਿ ਬਾਡਾ 10 ਪਾ ਦਿੱਤੀਆਂ, 29 ਨੰਬਰ ਵੀ ਪਾ ਦਿੱਤਾ ਹੈ। ਬਾਅਦ 'ਚ ਉਹਨਾਂ ਨੇ ਕਹਿਣਾ ਜੀ 29 ਨੰਬਰ ਦਾ ਕੰਮ ਹੈ ਨਹੀਂ ਸੀ, ਪੈਸੇ ਚੁੱਕ ਕੇ ਦੂਜੀ ਵਾਰਡ ਵਿੱਚ ਪਾ ਦੇਣੇ, ਟੈਂਡਰ ਇਕੱਠਾ ਕਰਨਾ ਹੈ, ਪੈਸੇ ਉਧਰ ਲਾ ਦੇਣੇ ਆ। ਮਤਲਬ ਇੱਕ ਸਾਜ਼ਿਸ਼ ਦੇ ਨਾਲ ਉਹਨਾਂ ਨੇ ਮਤਾ ਪਾਸ ਕੀਤਾ ਜਿਹੜਾ ਕੀਤਾ। ਇਹਦੇ ਵਿੱਚ ਇੱਕ ਹੋਰ ਵੀ ਗੱਲ ਦੱਸਣਾ ਚਾਹੁੰਦਾ ਕਿ ਇਹ ਮਤੇ ਦੇ ਵਿੱਚ ਉਹਨਾਂ ਨੇ ਪਿਛਲਾ ਜਿਹੜਾ ਮੇਅਰ ਦਾ ਚੁਣਾਵ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਉਸ ਮੀਟਿੰਗ ਦੀ ਪੁਸ਼ਟੀ ਕਰਾਉਣ ਦੀ ਇੱਕ ਮਤਾ ਸੀ ਜਿਹੜਾ 4 ਨੰਬਰ ਸੀ, ਉਹਦੇ ਤੇ ਅਸੀਂ ਬੀਜੇਪੀ ਵਾਲਿਆਂ ਨੇ ਸਾਰਿਆਂ ਨੇ ਵਿਰੋਧ ਕੀਤਾ ਕਿ ਇਹ ਮਤਾ ਜਿਹੜਾ ਹੈ ਗਲਤ ਹੈ। ਉਹਦੇ ਵਿੱਚ ਕੀ ਸੀ ਕਿ ਇਹਨਾਂ ਨੇ ਇੱਕ ਹਾਊਸ ਦੀ ਕਮੇਟੀ ਹੁੰਦੀ ਹੈ ਜਿਹੜੀ ਕੰਟਰੈਕਟ ਤੇ ਪੈਸੇ ਦਾ ਸਾਰਾ ਹਿਸਾਬ ਦੇਖਦੀ ਹੈ। ਉਹ ਕਮੇਟੀ ਦਾ ਪਿਛਲੇ ਏਜੰਡੇ ਵਿੱਚ ਕੋਈ ਵੀ ਨਾਂ ਨਹੀਂ ਸੀ। ਏਜੰਡਾ ਜਦੋਂ ਆਇਆ ਸੀ, ਏਜੰਡਾ ਸੀ ਸਿਰਫ ਨਵੇਂ ਜਿੱਤੇ ਐਮਸੀਆਂ ਨੂੰ ਸਹੁੰ ਚੁਕਾਉਣਾ ਪਲੱਸ ਮੇਅਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦਾ ਚੁਣਾਵ ਕਰਨਾ। ਤੀਸਰਾ ਕੋਈ ਮਤਾ ਨਹੀਂ ਸੀ। ਇਹਨਾਂ ਨੇ ਸਾਜ਼ਿਸ਼ ਦੇ ਨਾਲ ਉਹ ਇੱਕ ਜਿਹੜੀ ਕਮੇਟੀ ਹੈ ਬਣਾ ਲਈ ਹੈ ਤੇ ਅਸੀਂ ਉਸ ਦਾ ਵਿਰੋਧ ਕੀਤਾ ਵੀ ਇਹ ਕਮੇਟੀ ਕਿਸ ਤਰ੍ਹਾਂ ਬਣਾ ਲਈ ਜਾਵੇ, ਮਤੇ ਵਿੱਚ ਸਹੀ ਨਹੀਂ। ਤੇ ਮੇਅਰ ਸਾਹਿਬ ਦਾ ਚੁਣਾਵ ਹੀ ਤੁਸੀਂ ਤੇ ਬਾਕਆਊਟ ਕਰ ਗਏ ਹੀ ਤੇ ਅਸੀਂ ਬਾਚੋਂ ਤੁਹਾਨੂੰ ਕੀ ਪਤਾ ਕੀ ਹੋਇਆ ਹੋਸ਼, ਅਸੀਂ ਕਮੇਟੀ ਬਣਾ ਲਈ। ਅਸੀਂ ਇਸ ਗੱਲ ਤੇ ਕਾਨੂੰਨੀ ਤੌਰ ਤੇ ਵੀ ਕਾਰਵਾਈ ਕਰਾਂਗੇ। ਪਾਰਟੀ ਵਿੱਚ ਗੱਲ ਚੱਲ ਰਹੀ ਹੈ ਕਿ ਮਤਾ ਤਾਂ ਪਹਿਲੇ ਜਿਹੜਾ ਸਾਨੂੰ ਏਜੰਡਾ ਵੰਡਿਆ ਗਿਆ ਸੀ ਉਹਦੇ ਅਨੁਸਾਰ ਹੀ ਹੋਸ਼ ਚੱਲਣਾ ਹੁੰਦਾ। ਇਹ ਥੋੜੀ ਹੈ ਕਿ ਜਲਦੀ ਮੀਟਿੰਗ ਵਿੱਚ ਹੋਸ਼ ਏਜੰਡਾ ਆ ਜਾਣਾ ਤੇ ਤੁਸੀਂ ਪਾਸ ਕਰ ਲਈ ਹੈ। ਉਹ ਸਰਾਸਰ ਮਤਲਬ ਇੱਕ ਗਲਤ ਕੀਤਾ ਗਿਆ। ਤੇ ਜੀ ਤੁਹਾਡੇ ਕੋਲ ਆਵਾਂਗੇ, ਤੁਸੀਂ ਕਾਂਗਰਸ ਦੇ ਨੁਮਾਇੰਦੇ ਹੋ। ਇੰਨੇ ਇਲਜ਼ਾਮ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਉੱਤੇ ਲੱਗਦੇ ਆ ਰਹੇ ਨੇ। ਹਾਲਾਂਕਿ ਐਮਐਲਏ ਸਾਹਿਬ ਕਹਿੰਦੇ ਨੇ ਕਿ ਸਭ ਨੂੰ ਨਾਲ ਲੈ ਕੇ ਚੱਲਾਂਗੇ, ਸ਼ਹਿਰ ਦਾ ਵਿਕਾਸ ਸਾਡੇ ਲਈ ਪਹਿਲਾ, ਪਾਰਟੀਬਾਜ਼ੀ ਬਾਅਦ 'ਚ ਹੈ। ਤੁਹਾਡਾ ਕੀ ਕਹਿਣਾ ਇਸ ਬਾਰੇ 'ਚ? ਬਿਲਕੁਲ ਸਹੀ ਹੈ ਜੀ, ਐਮਐਲਏ ਸਾਹਿਬ ਕਰ ਵੀ ਰਹੇ ਨੇ ਔਰ ਜਿਹੜੇ ਲੋਕ ਆਪਣੇ ਕਾਂਗਰਸੀ ਨੇ, ਜਿਹੜੇ ਵਰਕਰ ਨੇ, ਜਿਹੜੇ ਉਹਨਾਂ ਦੇ ਲਈ ਦਿਨ ਰਾਤ ਕੰਮ ਕਰ ਰਹੇ ਨੇ, ਆਪਣੀਆਂ ਵਾਰਡਾਂ ਦੇ ਵਿੱਚ ਜਾ ਰਹੇ ਨੇ, ਲੋਕਾਂ ਦੀ ਦੁੱਖ ਤਕਲੀਫ ਨੂੰ ਸੁਣ ਰਹੇ ਨੇ, ਉਹਨਾਂ ਦਾ ਸਾਥ ਦੇ ਰਹੇ ਨੇ। ਉਹ ਆਪਣੇ ਲੋਕਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ। ਔਰ ਸੈਕਿੰਡ, ਮੈਂ ਆਪਣੇ ਸਾਥੀ ਦੀ ਗੱਲ ਨੂੰ ਕੱਟਣਾ ਚਾਹੁੰਦਾ ਥੋੜਾ ਜਿਹਾ ਜੀ। ਇਹਨਾਂ ਨੇ ਇੱਕ ਗੱਲ ਕਹੀ ਆ ਕਿ ਸਾਨੂੰ ਬਾਈਕਾਟ ਕਰਤਾ ਇਹਨਾਂ ਨੇ। ਹੁਣ ਜਿਹੜੀ ਹਾਊਸ ਦੀ ਮੀਟਿੰਗ ਹੋਈ ਹੈ ਉਹ ਬਾਈਕਾਟ ਕਰਤੀ ਆ। ਉਸ ਤੋਂ ਪਹਿਲਾਂ ਜਦੋਂ 10 ਸਾਲ ਬੀਜੇਪੀ ਸਰਕਾਰ ਔਰ ਅਕਾਲੀ ਦਲ ਸੱਤਾ ਦੇ ਵਿੱਚ ਸੀਗੇ, ਉਸ ਵੇਲੇ ਇਹਨਾਂ ਦੇ ਹੱਥ 'ਚ ਸਾਰੀਆਂ ਪਾਵਰਾਂ ਸੀਗੀਆਂ। ਇਹ ਉਸ ਵੇਲੇ ਦੇ ਟਾਈਮ ਨੂੰ ਦੱਸਦੇ ਨੇ, ਆਪਣੇ 10 ਸਾਲਾਂ ਦੇ ਉਸ ਟਾਈਮ ਦੇ ਵਿੱਚ ਦੱਸਦੇ ਨੇ ਕਿ ਇਹ ਪਾਣੀ ਦੀਆਂ ਸਮੱਸਿਆ, ਇਹ ਗਲੀਆਂ ਦੀਆਂ ਸਮੱਸਿਆ, ਇਹ ਜਿਹੜੀਆਂ ਨੇ ਉਹ 10 ਸਾਲ ਉਸ ਟਾਈਮ ਦੇ ਵਿੱਚ ਵੀ ਤਾਂ ਹੱਲ ਹੋ ਸਕਦੀਆਂ ਸੀਗੀਆਂ। ਉਸ ਵੇਲੇ ਤੁਹਾਡੇ ਮੇਅਰ ਸਾਹਿਬ ਸੀਗੇ। ਮੇਅਰ ਸਾਹਿਬ ਅੱਜ ਤੁਸੀਂ ਰੋਪ ਲਾ ਰਹੇ ਹੋ ਕਿ ਸਾਡੇ ਕਾਂਗਰਸ ਦੇ ਮੇਅਰ ਨੇ ਕਹਿਤਾ ਕਿ ਇਹਨਾਂ ਨੂੰ ਮੈਂ ਬਦਲਾ ਲੈਣਾ, ਬਦਲੇ ਦੀ ਰਾਜਨੀਤੀ ਕਰ ਰਹੇ ਨੇ। ਉਹ ਅਸੀਂ ਤਾਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ, ਜਦੋਂ 10 ਸਾਲ ਤੁਹਾਡੇ ਮੇਅਰ ਸਾਹਿਬ ਅੰਦਰ ਬੈਠੇ ਸੀਗੇ ਤਾਂ ਇਹਨਾਂ ਨੂੰ ਤਾਂ ਅੰਦਰ ਵੀ ਨਹੀਂ ਵੜਨ ਦਿੱਤਾ ਜਾਂਦਾ। ਸਾਡੇ ਕਾਂਗਰਸ ਦੇ ਜਿੱਤੇ ਹੋਏ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੂੰ ਤਾਂ ਬਾਈਕਾਟ, ਉਹਨਾਂ ਨੂੰ ਤਾਂ ਪੁੱਛਿਆ ਕੁਝ ਨਹੀਂ ਸੀ ਜਾਂਦਾ। ਔਰ ਜਿਹੜੇ ਸਾਡੇ ਬੀਜੇਪੀ ਦੇ ਮੇਅਰ ਸਾਹਿਬ ਸੀਗੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਸਾਰੇ ਦੁਨੀਆ ਜਾਣਦੀ ਹੈ ਕਿ ਉਹ ਏਸੀਆਂ 'ਚ ਰਹਿਣ ਵਾਲੇ ਸੀਗੇ। ਉਹ ਤਾਂ ਕਦੀ ਅੱਜ ਤੱਕ ਮੇਰੇ ਖਿਆਲ ਗਰਾਊਂਡ ਲੈਵਲ ਦੇ ਬਾਹਰ ਨਿਕਲ ਕੇ ਆਏ ਵੀ ਨਹੀਂ ਕਿਸੇ ਕੋਲ। ਉਹਨਾਂ ਦੇ ਕੋਲ ਜਾ ਕੇ ਦੁਨੀਆ ਪਰੇਸ਼ਾਨ ਹੋ ਜਾਂਦੀ ਸੀਗੀ। ਮੈਂ ਖੁਦ ਇੱਕ ਦੋ ਵਾਰੀ ਮੈਨੂੰ ਕੰਮ ਪੈ ਗਿਆ ਸੀਗਾ, ਮੈਂ ਆਪਣੇ ਸੱਜਣ ਨੂੰ ਨਾਲ ਲੈ ਕੇ ਮੈਂ ਕਿਹਾ ਯਾਰ ਮੇਰਾ ਕੰਮ ਹੈ ਚਲੋ ਚੱਲੀਏ, ਤੇ ਉਹਨਾਂ ਨੇ ਅੰਦਰੋਂ ਦੇਖ ਕੇ ਬਾਹਰ ਸਾਨੂੰ ਬੁਲਾਇਆ ਤੱਕ ਵੀ ਨਹੀਂ। ਉਹਨਾਂ ਨੇ ਤਾਂ ਅੱਜ ਤੱਕ ਇਹਦੀ ਕੰਪਲੇਂਟ ਵੀ ਨਹੀਂ ਸੁਣੀ। ਇਹ ਤਾਂ ਫਿਰ ਵੀ ਇਹ ਕਿ ਗਰਾਊਂਡ ਲੈਵਲ ਤੇ ਮੇਰੇ ਖਿਆਲ 'ਚ ਮੇਰੀ ਵਾਰਡ ਦੇ ਵਿੱਚ ਇਹ ਸਾਰੀ ਪਬਲਿਕ ਇੱਥੇ ਹੈ, ਤੁਸੀਂ ਪੁੱਛ ਕੇ ਦੇਖ ਸਕਦੇ ਹੋ ਕਿ ਮੇਅਰ ਸਾਹਿਬ, ਸਾਡੇ ਐਮਐਲਏ ਸਾਹਿਬ ਕਿੰਨੀ ਕੁ ਵਧੀਆ ਰਾਜਨੀਤੀ ਕਰਦੇ ਨੇ। ਔਰ ਇਸੇ ਵਾਰਡ ਦੇ ਵਿੱਚ ਪਰਟੀਕੂਲਰ ਮੈਂ ਆਪਣੀ 29 ਨੰਬਰ ਵਾਰਡ ਦੀ ਗੱਲ ਕਰਾਂਗੇ। ਇਸ ਗੱਲ ਨਾਲ ਮੇਰੇ ਜਿਹੜੇ ਵਿਰੋਧੀ ਪਾਰਟੀ ਦੇ ਮੇਰੇ ਹੈ ਦੇ ਭਰਾ ਹੀ ਨੇ ਸਾਰੇ, ਪਰ ਇਹ ਵੀ ਸਹਿਮਤੀ ਕਰਨਗੇ ਕਿ ਮੇਰੀ ਵਾਰਡ ਦੇ ਵਿੱਚ ਹਰ ਛੋਟੇ ਤੋਂ ਲੈ ਕੇ ਵੱਡੇ ਕੰਮ ਦੇ ਵਿੱਚ ਮੇਅਰ ਸਾਹਿਬ, ਐਮਐਲਏ ਸਾਹਿਬ, ਆਸ਼ੀਸ਼ ਜੀ ਹਰ ਵਾਰੀ ਆਏ ਨੇ। ਜਦੋਂ ਲੋਕਾਂ ਨੇ ਅਪਰੋਚ ਕੀਤਾ, ਜਦੋਂ ਲੋਕਾਂ ਨੇ ਇੱਕ ਛੋਟੀ ਜਿਹੀ ਸਮੱਸਿਆ ਵੀ ਦੱਸੀ ਹੈ, ਉਸੇ ਵੇਲੇ ਇਹਨਾਂ ਦੀ ਗੱਲ ਸੁਣਨ ਵਾਸਤੇ ਇੱਥੇ ਪਹੁੰਚੇ ਨੇ। ਮੇਰੇ ਹਿਸਾਬ ਨਾਲ ਮੇਅਰ ਸਾਹਿਬ ਇੱਥੇ ਹੁਣ ਤੱਕ ਮੇਰੇ ਹਿਸਾਬ ਨਾਲ 7 ਤੋਂ 8 ਵਾਰੀ ਆ ਚੁੱਕੇ ਨੇ। ਉਹ ਖੁਦ ਦੇਖਦੇ ਨੇ ਗਰਾਊਂਡ ਤੇ ਆ ਕੇ ਕਿ ਕੀ ਹੋ ਰਿਹਾ, ਕੀ ਕੰਮ ਹੈ, ਕੀ ਜ਼ਰੂਰਤ ਹੈ। ਔਰ ਇਹ ਥੋੜਾ ਬਹੁਤਾ ਤਾਂ ਚੱਲਦਾ ਹੀ ਰਹਿੰਦਾ ਹੈ ਕਿ ਜਦੋਂ ਇੱਕ ਪਾਰਟੀ ਪਾਵਰ 'ਚ ਹੈ, ਸੱਤਾ 'ਚ ਹੈ, ਤੇ ਦੂਸਰੀ ਵਿਰੋਧੀ ਓਪੋਜੀਸ਼ਨ ਤੇ ਹੈ ਹੀ ਹੈ ਨਾ, ਉਹ ਤੇ ਰੋਪ ਪ੍ਰਤਿਆਰੋਪ ਉਹ ਚੱਲਦਾ ਹੀ ਰਹਿਣਾ ਜੀ, ਉਹ ਤੇ ਲੱਗਦੇ ਰਹਿਣਗੇ। ਬਸ ਆਪਾਂ ਕੰਮ ਦੀ ਗੱਲ ਕਰੀਏ, ਮੁੱਦਿਆਂ ਦੀ ਗੱਲ ਕਰੀਏ, ਉਹ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰੀਏ। ਜੀ ਸਰ, ਤੁਸੀਂ ਇਸ ਚੀਜ਼ ਦਾ ਜਵਾਬ ਦਿਓ ਕਿ ਪਿਛਲੇ 10 ਸਾਲ ਭਾਜਪਾ ਨੇ ਇੱਥੇ ਰੂਲ ਕੀਤਾ ਹੈ, ਕਿਉਂ ਹਜੇ ਤੱਕ ਲੋਕੀ ਸੀਵਰੇਜ, ਪਾਣੀ, ਗਲੀਆਂ ਦੀ ਸਮੱਸਿਆ ਤੱਕ ਉਲਝ ਕੇ ਰਹਿ ਗਿਆ? ਕਿਉਂਕਿ ਹਲੇ ਤੱਕ ਬਹੁਤ ਕੁਝ ਜਿਹੜਾ ਕਿ ਲੋਕਾਂ ਨੂੰ ਮਿਲਣਾ ਚਾਹੀਦਾ ਸੀਗਾ, ਲੋਕੀ ਉੱਥੇ ਤੱਕ ਪਹੁੰਚ ਨਹੀਂ ਪਾ ਰਹੇ ਆ। ਲੋਕਾਂ ਦਾ ਇਹੀ ਕਹਿਣਾ ਹੁੰਦਾ ਸੀ ਜਿੱਥੇ ਵੀ ਤੁਹਾਡੇ ਵਾਰਡ ਦੇ ਵਿੱਚ ਜਾਂਦੇ ਆ ਕਿ ਸਾਨੂੰ ਸਿਰਫ ਪੀਣ ਵਾਲਾ ਪਾਣੀ ਤੇ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾ ਦਿਓ, ਸਾਨੂੰ ਬਹੁਤ ਹੈ। ਕਿਉਂ ਸਰ? ਸਰ, ਜਿਹੜੀ ਪਿਛਲੀ ਸਰਕਾਰ ਦੀ ਗੱਲ ਹੈ, ਮੇਰੇ ਤੋਂ ਪਹਿਲੇ ਇੱਥੇ ਬੰਟੀ ਜੀ ਐਮਸੀ ਰਹੇ ਨੇ। ਮਤਲਬ ਇਸ ਗੱਲ ਦਾ ਜਨਤਾ ਵੀ ਜ਼ਰੂਰ ਸਾਥ ਦੇਗੀ ਕਿ ਜਿੰਨੇ ਕੁ ਕੰਮ ਸਾਡੀ ਵਾਰਡ 'ਚ ਹੋਏ ਨੇ ਉਹਨੇ ਕਿਤੇ ਵੀ ਨਹੀਂ ਹੋਏ। ਮੈਂ ਖੁਦ ਜੀ ਜਿਹੜਾ ਪਿਛਲਾ ਮਹੱਲਾ ਸਾਡਾ ਸਾਰਾ ਕੱਚਾ ਮਹੱਲਾ ਸੀ, ਜਿੱਥੇ ਅਸੀਂ ਬੈਠੇ ਹੋਏ ਆ, ਇਹ ਸਾਰਾ ਕੱਚਾ ਸੀ। ਅੱਜ ਇੱਥੇ ਬੈਠੇ ਆ ਤੇ ਬੰਟੀ ਜੀ ਦੀ ਬਦੌਲਤ ਬੈਠੇ ਆ ਆਪਾਂ ਕਿ ਸਾਰਾ ਸਾਫ਼ ਸੁਥਰਾ ਆ।
ਬਾਕੀ ਤੁਹਾਨੂੰ ਮੈਂ ਜਿੱਦਾਂ ਪਹਿਲੇ ਦੱਸਿਆ ਕਿ ਸਾਡੀ ਵਾਰਡ ਜਿਹੜੀ ਹੈ ਨਾ ਡਿਵੈਲਪ ਹੋ ਰਹੀ ਹੈ। ਜਿੱਦਾਂ ਜਿੱਦਾਂ ਡਿਵੈਲਪ ਹੋਏਗੀ ਨਵੇਂ ਲੋਕ ਜੁੜਨਗੇ ਤੇ ਕੰਮ ਮਤਲਬ ਜਿਹੜੇ ਆ ਉਹ ਮੁਕੰਮਲ ਹੁੰਦੇ ਜਾਣਗੇ। ਬਾਕੀ ਰਹੀ ਸ਼ਹਿਰ ਦੀ ਗੱਲ, ਸ਼ਹਿਰ 'ਚ ਜਿੰਨੇ ਕਿ ਪਿਛਲੇ ਸਾਡੇ ਅਸ਼ਵਨੀ ਸ਼ਰਮਾ ਜੀ ਜਦੋਂ MLA ਸੀ, ਜਿੰਨੇ ਉਹਨਾਂ ਨੇ ਵੱਡੇ ਕੰਮ ਕੀਤੇ ਆ। ਪਠਾਨਕੋਟ ਦੇ ਜਿਹੜੇ ਇਸ ਵੇਲੇ ਦੇ ਮੌਜੂਦਾ ਵਿਧਾਇਕ ਨੇ, ਇਹਨਾਂ ਨੇ ਕੋਈ ਕੰਮ ਨਹੀਂ ਇਸ ਤਰ੍ਹਾਂ ਦਾ ਕੀਤਾ ਕਿ ਜਿਹੜਾ ਵਿਧਾਇਕ ਦਾ ਕਰਨ ਵਾਲਾ ਹੋਵੇ। ਹਾਂ, ਗਲੀਆਂ ਨਾਲੀਆਂ ਦੇ ਪਿੱਛੇ ਪਏ ਨੇ, ਜਿਹੜੇ MCਆਂ ਦੇ ਕੰਮ ਨੇ ਉਹ ਵਿਧਾਇਕ ਜੀ ਕਰ ਰਹੇ ਨੇ, ਲੇਕਿਨ MLA ਦਾ ਕੰਮ ਇਹਨਾਂ ਨੇ ਕੋਈ ਨਹੀਂ ਕੀਤਾ। ਇੱਕ ਇੰਡਸਟਰੀ ਦਾ ਬੜਾ ਰੋਲਾ ਪਾਉਂਦੇ ਨੇ ਕਿ ਮੈਂ ਪੈਪਸੀ ਦੀ ਇੰਡਸਟਰੀ ਇੱਥੇ ਲਿਆਂਦੀ, ਪੈਪਸੀ ਦੀ ਇੰਡਸਟਰੀ ਲਿਆਂਦੀ। ਉਹ ਪੈਪਸੀ ਦੀ ਇੰਡਸਟਰੀ ਖੰਨਾ ਜੀ ਜਦੋਂ MP ਸੀ ਉਹਨਾਂ ਦੇ ਦੁਆਰਾ ਲਿਆਂਦੀ ਗਈ ਹੈ, ਨਾ ਕਿ ਇਹ MLA ਸਾਹਿਬ ਵਿਜ ਦੁਆਰਾ। ਔਰ ਵਿਜ ਸਾਹਿਬ ਨੇ ਪਠਾਨਕੋਟ ਦੇ ਕਿੰਨੇ ਉੱਥੇ ਮੁੰਡੇ ਲਵਾਏ ਨੇ ਜੇ ਇੰਡਸਟਰੀ ਆਈ ਹੈ ਤੇ ਅੱਜ ਤੱਕ ਕੋਈ ਅੰਕੜਾ ਨਹੀਂ ਦਿੱਤਾ ਇਹਨਾਂ ਨੇ। ਵਿਜ ਸਾਹਿਬ ਉਹਨਾਂ ਨੇ ਬਸ ਇੱਕੋ ਰੌਲਾ ਪਾਇਆ ਜੀ, ਅਸ਼ਨੀ ਜੀ ਉਹਨਾਂ ਜੀ ਪਰਚੇ ਕਰਵਾਤੇ, ਰਾਜਨੀਤੀ ਦੇ ਪਰਚੇ ਕਰਵਾਤੇ। ਅਸ਼ਨੀ ਜੀ ਉਹਨਾਂ ਕਿਹਾ ਸੀ ਮੈਨੂੰ ਦੱਸੋ ਤੁਸੀਂ ਗਿਣ ਕੇ ਕਿੰਨੇ ਪਰਚੇ ਕਰਵਾਏ ਨੇ, ਲੇਕਿਨ ਵਿਜ ਸਾਹਿਬ ਹੋਰ ਇੱਕ ਵੀ ਪਰਚਾ ਨਹੀਂ ਦੱਸ ਸਕੇ ਕਿ ਰਾਜਨੀਤੀ ਦਾ ਅਸੀਂ ਕਿਹੜਾ ਕਰਵਾਇਆ। ਇਹਨਾਂ ਸਿਰਫ ਝੂਠ ਦੀ ਰਾਜਨੀਤੀ ਕੀਤੀ। ਪਰ ਅਸੀਂ ਦੱਸਾਂਗੇ ਇਹਨਾਂ ਨੂੰ, ਹੁਣ ਜਿਹੜੇ ਟਾਈਮ ਆਏਗਾ ਅਸੀਂ ਦੱਸਾਂਗੇ ਕਿ ਇਹਨਾਂ ਨੇ ਰਾਜਨੀਤੀ ਕਿੰਨੇ ਪਰਚੇ ਕੀਤੇ ਨੇ। RTI ਪਾਈ ਦੀ ਹੈ, ਸਾਰਾ ਸਾਡੇ ਕੋਲ ਡਾਟਾ ਹੈਗਾ, ਉਹਨੂੰ ਦੱਸਾਂਗੇ ਅਸੀਂ ਕਿ ਕਿੰਨੇ ਕੀਤੇ ਨੇ। ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਹੋ, ਧੀਰਜ ਜੀ ਇਹਨਾਂ ਦੀ ਗੱਲ ਦਾ ਜਵਾਬ ਦਿਓ। ਜਿਹੜੇ ਇੰਡਸਟਰੀ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ 15,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀ ਜਾਣਗੀਆਂ, ਕਿਆ ਤੁਹਾਨੂੰ ਲੱਗਦਾ ਹੈ ਕਿ ਉਹ ਆਪਣੇ ਵਾਅਦੇ ਤੋਂ ਖਰੇ ਉਤਰ ਪਾਏ ਨੇ? ਬਿਲਕੁਲ ਮੈਡਮ, ਮੈਂ ਤੁਹਾਨੂੰ ਆਪਾਂ ਅੱਜ ਚਲੋ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ, ਅਸੀਂ ਫਿਰ ਕਿਸੇ ਵੇਲੇ ਦੁਬਾਰਾ ਤੁਹਾਡੇ ਆਫਿਸ 'ਚ ਆ ਜਾਾਂਗੇ, ਤੁਹਾਨੂੰ ਵਿਦ ਰਿਕਾਰਡ ਅਸੀਂ ਮਿਲ ਕੇ ਦੱਸ ਸਕਾਂਗੇ ਕਿ ਪੈਪਸੀ ਦੇ ਵਿੱਚ ਮੈਂ ਆਪਣੇ ਵੱਲੋਂ ਦੱਸ ਦਿੰਦਾ ਕਿ ਮੈਂ ਅੱਜ ਤੱਕ ਪਤਾ ਨਹੀਂ, ਮੈਂ ਆਪਣੇ ਮੇਰੇ ਕੋਲ ਕਈ ਬੰਦਿਆਂ ਨੇ, ਕਈ ਬੱਚਿਆਂ ਨੇ, ਸਾਡੇ ਭਰਾਵਾਂ ਨੇ, ਕਈ ਨੇ ਅਪਰੋਚ ਕੀਤਾ, ਅਸੀਂ MLA ਸਾਹਿਬ ਕੋਲ ਭੇਜਿਆ, ਉਹਨਾਂ ਦੇ ਰਿਜ਼ਿਊਮ ਅੱਗੇ ਗਏ ਨੇ, ਉਹ ਬੱਚੇ ਲੱਗੇ ਨੇ, ਉਹ ਉੱਥੇ ਅੱਜ ਵੀ ਉਹ ਜੌਬ ਕਰ ਰਹੇ ਨੇ ਜੀ ਪੈਪਸੀ 'ਚ। ਮੈਂ ਦੱਸ ਸਕਦਾ, ਔਨ ਰਿਕਾਰਡ ਮੇਰੇ ਕੋਲ ਨੇ। ਮੈਂ ਤੁਹਾਨੂੰ ਹੁਣ ਇਸ ਵੇਲੇ ਟਾਈਮ ਨਹੀਂ ਹੈ, ਤੁਸੀਂ ਕਹੋਗੇ ਅਗਲੀ ਵਾਰ ਨੈਕਸਟ ਟਾਈਮ ਟਾਈਮ ਦੇ ਦਿਓ, ਅਸੀਂ ਤੁਹਾਡੇ ਆਫਿਸ ਦੇ ਵਿੱਚ ਵਿਦ ਰਿਕਾਰਡ ਗੱਲ ਕਰ ਸਕਦੇ ਹਾਂ ਅੱਗੇ ਕਿ ਇਹ ਵਾਲੇ ਬੱਚੇ ਮੈਂ ਭੇਜੇ ਸੀਗੇ ਔਰ ਅੱਜ ਦੀ ਤਰੀਕ ਦੇ ਵਿੱਚ ਪੈਪਸੀ ਦੇ ਪਲਾਂਟ ਦੇ ਵਿੱਚ ਕੰਮ ਕਰ ਰਹੇ। ਤੁਸੀਂ ਦੱਸ ਸਕਦੇ ਹੋ ਅੰਕੜਾ ਕਿੰਨਾ ਕੁ ਹੋਏਗਾ? ਮੈਡਮ ਮੈਂ ਆਪਣੀ ਇੱਕ ਵਾਰ ਦੀ ਗੱਲ ਕਰ ਸਕਦਾ ਜੀ, ਮੈਨੂੰ 2 4 5 7 ਸੱਜਣ ਤੇ ਮੇਰੇ ਕੋਈ ਆਪਣੇ ਮਿਲੇ ਹੋਣਗੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਉੱਥੇ ਕੰਮ ਮਿਲਿਆ ਹੋਏਗਾ। ਤੇ ਇਸ ਹਿਸਾਬ ਨਾਲ ਸਾਡੀਆਂ ਵਾਰਡਾਂ ਦੇਖ ਲਓ, ਸ਼ਹਿਰ ਦੇ ਵਿੱਚ MLA ਸਾਹਿਬ ਦਾ ਆਪਣਾ ਦੇਖ ਲਓ ਸਿਸਟਮ, ਔਰ ਉਹਨਾਂ ਨੂੰ ਕਿੰਨੇ ਬੰਦਿਆਂ ਨੇ ਅਪਰੋਚ ਕੀਤਾ ਹੋਏਗਾ। ਉਹਨਾਂ ਵੱਲੋਂ ਆਰੋਪ ਵੀ ਲਗਾਏ ਜਾ ਰਹੇ ਨੇ MLA ਸਾਹਿਬ ਵਾਰਡਾਂ ਦੇ ਵਿੱਚ ਆ ਕੇ ਕੰਮ ਕਰਾ ਰਹੇ ਨੇ, ਸ਼ਹਿਰ ਦੇ ਵਿੱਚ ਕੰਮ ਨਹੀਂ ਕਰਾ ਰਹੇ। ਇਹੀ ਹੈ ਤੁਹਾਡਾ ਸਵਾਲ, ਤੁਸੀਂ ਜਵਾਬ ਦਿਓ। ਮੈਡਮ ਫਿਰ ਇਹ ਤਾਂ ਇੱਕ ਪਤਾ ਕੀ ਹੈ, ਇਹ ਬਦਲੇ ਵਾਲੀ ਰਾਜਨੀਤੀ ਸੀ ਹੈ। ਦੇਖੋ ਜੇ ਵਿਧਾਇਕ ਘਰ ਬੈਠਦੇ ਆ, ਆਫਿਸ 'ਚ ਬੈਠ ਕੇ ਕੰਮ ਕਰਦੇ ਆ, ਤਾਂ ਲੋਕੀ ਕਹਿੰਦੇ ਆ ਕਿ ਅੱਜ ਤੱਕ ਅਸੀਂ ਆਪਣੇ ਵਿਧਾਇਕ ਨੂੰ ਦੇਖਿਆ ਹੀ ਨਹੀਂ। ਸਾਡਾ ਨੁਮਾਇੰਦਾ ਜਿੱਤ ਕੇ ਵੋਟਾਂ ਲੈ ਕੇ ਬਹਿ ਗਿਆ ਜੀ, ਅੱਜ ਤੱਕ ਸਾਡੇ ਕੋਲ ਆਇਆ ਹੀ ਨਹੀਂ। ਜਦੋਂ ਗਰਾਊਂਡ ਲੈਵਲ ਤੇ ਆਉਂਦੇ ਨੇ, ਮੈਂ ਤੁਹਾਨੂੰ ਦੱਸਦਾ ਮੈਡਮ ਪਲੀਜ਼ ਹੈ ਨਾ, ਇੱਕ ਚੀਜ਼ ਦੇਖਿਓ ਕਿ ਸਾਡੇ MLA ਸਾਹਿਬ, ਮੈਂ ਤੁਹਾਨੂੰ ਇੰਨੀ ਗੱਲ ਕਲੀਅਰ ਕਰ ਦਿੰਦਾ ਕਿ ਉਹ ਕਾਰਪੋਰੇਟ ਸੈਕਟਰ ਤੋਂ ਆਏ ਨੇ ਔਰ ਗਰਾਊਂਡ ਤੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ। ਉਹ ਇੱਕ ਛੋਟੇ ਜਿਹੇ ਕੰਟਰੈਕਟਰ ਤੋਂ ਲੈ ਕੇ ਆਪਣੇ ਵਰਕਰ ਤੋਂ ਲੈ ਕੇ ਆਮ ਪਬਲਿਕ ਦੇ ਫੋਨ ਚੱਲ ਜਾਣ, ਉਹਨਾਂ ਦੇ ਵੀ ਫੋਨ ਰਿਸੀਵ ਕਰਕੇ ਉਹਨਾਂ ਨੂੰ ਵੀ ਐਗਰੀ ਕਰਦੇ ਨੇ। ਔਰ ਸੈਕਿੰਡ, ਉਸੇ ਵੇਲੇ ਹੀ ਜਿਹੜੇ ਉਸ ਵੇਲੇ ਦੇ ਮੌਜੂਦਾ ਜਿਹੜੇ ਵੀ ਲੋਕ ਹੋਣਗੇ, ਕੰਸਰਨ ਡਿਪਾਰਟਮੈਂਟ ਹੋਏਗਾ, ਉਹਨੂੰ ਉਸੇ ਵੇਲੇ ਇਮੀਡੀਏਟਲੀ ਕਹਿੰਦੇ ਕਿ ਇੱਥੇ ਐਕਸ਼ਨ ਕੀਤਾ ਜਾਏ। ਤੇ ਗਰਾਊਂਡ ਤਾਂ ਕਿ ਵਧੀਆ ਚੀਜ਼ ਹੈ ਮੇਰੇ ਹਿਸਾਬ ਨਾਲ, ਤੇ ਹੋਰ ਨੈਗੇਟਿਵ ਤਾਂ ਨਹੀਂ ਹੈਗਾ ਜੀ। ਕਿ ਅਗਰ ਉਹ ਵਿਧਾਇਕ ਆਪ ਇੰਨੀ ਪੇਨ ਲੈ ਰਹੇ ਹੈ ਕਿ ਇੱਕ ਛੋਟੇ ਜਿਹੇ ਕਿਸੇ ਆਮ ਨਾਗਰਿਕ ਦਾ ਵੀ ਫੋਨ ਜਾਂਦਾ ਹੈ ਤੇ ਉਹਨਾਂ ਦਾ ਕੰਮ ਸੁਣ ਕੇ ਉਹਨਾਂ ਦਾ ਕੰਮ ਕਰਦੇ ਨੇ, ਤੇ ਮੇਰੇ ਹਿਸਾਬ ਨਾਲ ਤੇ ਐਪਰੀਸ਼ੀਏਟ ਕਰਨਾ ਚਾਹੀਦਾ ਜੀ ਸਾਨੂੰ। ਉਹਨਾਂ ਨੇ ਪਰਚੇ ਦੀ ਵੀ ਗੱਲ ਕੀਤੀ ਹੈ, ਤੁਸੀਂ ਪਰਚੇ ਦੀ ਗੱਲ ਕੀਤੀ ਹੁਣੇ, ਉਹਦਾ ਜਵਾਬ ਦਿਓ। ਮੈਡਮ ਮੈਨੂੰ ਦੱਸ ਦੇਣ, ਮੇਰੇ ਸਾਥੀ ਨੇ ਦੱਸ ਦੇਣ ਸਾਡੇ MLA ਸਾਹਿਬ ਨੇ ਕਿਹੜੇ ਕਿਹੜੇ ਪਰਚੇ ਕਰਾਏ ਜੀ, ਕਿਹਦੇ ਤੇ ਹੋਏ, ਕਿੱਥੇ ਹੋਏ ਆ, ਕਦੋਂ ਹੋਏ ਆ, ਦੱਸ ਦੇਣ, ਫਿਰ ਆਈਏ ਉਹਦਾ ਜਵਾਬ ਦੇ ਦਾਂਗੇ ਕਿ ਕਿਹੜੇ ਕਿਹੜੇ ਬੰਦੇ ਤੇ ਕੀਤੇ ਗਏ ਆ ਜੀ। ਇਸ ਤਰ੍ਹਾਂ ਮੈਂ ਵੀ ਕਹਿ ਸਕਦਾ ਕਿ BJP ਦਾ 10 ਸਾਲ ਦਾ ਪਿਛਲਾ ਕਾਰਜਕਾਲ ਦੇਖੋ, ਇਹਨਾਂ ਨੇ ਪਤਾ ਨਹੀਂ ਕਿੰਨੇ ਬੰਦਿਆਂ ਦੇ ਨਜਾਇਜ਼ ਝੂਠੇ ਪਰਚੇ ਕਰਾਏ ਹੋਣਗੇ। ਇਹ ਤੇ ਰੋਪ ਪ੍ਰਤਿਆਰੋਪ ਨੇ, ਅਸੀਂ ਲਾ ਸਕਦੇ ਹਾਂ, ਬਟ ਉਹਨੂੰ ਸਚਾਈ ਨਾਲ ਪੇਸ਼ ਕਰੀਏ, ਮਜ਼ਾ ਫੇਰ ਆਉਂਦਾ ਜੀ। ਸੋ ਇੱਥੇ ਸਾਡੇ ਨਾਲ ਜਨਤਾ ਵੀ ਜੁੜੀ ਆ। ਤੁਹਾਡੇ ਵਿੱਚੋਂ ਕੋਈ ਵੀ ਵਾਰਡ ਦਾ ਮੈਂਬਰ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਆਪਣੇ ਨੁਮਾਇੰਦੇ ਨੂੰ ਪੁੱਛਣਾ ਚਾਹੁੰਦਾ ਹੋਵੇ, ਪਲੀਜ਼ ਇੱਕ ਵਾਰੀ ਹੱਥ ਖੜਾ ਕਰ ਦਿਓ। ਕੋਈ ਵਾਰਡ ਦੇ ਵਿਕਾਸ ਨੂੰ ਲੈ ਕੇ ਜੇ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ ਜਾਂ ਫਿਰ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਪੁੱਛਣਾ ਚਾਹੁੰਦਾ ਹੈ, ਹੱਥ ਖੜਾ ਕਰਦੇ, ਅਸੀਂ ਤੁਹਾਡੇ ਕੋਲ ਆ ਜਾਂਦੇ ਹਾਂ। ਮਾਈਕ ਜੀ, ਮਾਤਾ ਜੀ ਕੀ ਸਵਾਲ ਹੈ ਤੁਹਾਡਾ? ਹਾਂਜੀ, ਬਹੁਤ ਚਿਰ ਇੱਥੇ ਰਹਿੰਦੇ ਸੀ। ਮਾਈਕ ਕੋਲ ਰੱਖੋ। ਬਹੁਤ ਚਿਰ ਇੱਥੇ ਰਹਿੰਦੇ ਸੀ ਜੀ। ਬਹੁਤ 32 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ। ਸਾਡੀ ਗਲੀ ਦਾ ਕੋਈ ਸੀਵਰ ਪਾਣੀ ਵੀ ਬਹੁਤ ਗੰਦਾ ਆਉਂਦਾ। ਧੀਰਜ ਭਾਜੀ ਨੇ ਕਹਿ ਕੇ ਅਸੀਂ ਪਿੱਛੇ ਪੈ ਗਏ ਨੇ, ਸਭ ਨੂੰ ਕਹਿ ਕੇ ਕੱਲ੍ਹ ਦੀਆਂ ਪੈਪਾਂ ਪਈਆਂ। ਸਾਡੀ ਅਣੀ ਮਿੱਟੀ 2 ਵਰਸ਼ ਤੱਕ ਜੀ। ਤੇ ਜਿਹੜੇ ਤੁਹਾਡੇ ਵਾਰਡ ਦੇ ਹੁਣ ਪਾਰਸ਼ਦ ਬਣੇ ਨੇ, ਕਿਆ ਇਹਨਾਂ ਨੇ ਕੰਮ ਨਹੀਂ ਕਰਾਇਆ? ਇਹਨਾਂ ਨੇ ਨਹੀਂ, ਧੀਰਜ ਨੇ ਕਰਵਾਇਆ। ਧੀਰਜ ਜੀ ਨੇ ਕਰਾਇਆ, ਠੀਕ ਹੈ ਜੀ। ਤੇ ਇਹਨਾਂ ਦਾ ਸਵਾਲ ਹੈ ਤੁਹਾਡੇ ਕੋਲ ਕਿ ਕੰਮ ਨਹੀਂ ਕਰਾਏ ਗਏ ਨੇ, ਇਹਨਾਂ ਨੇ ਕਰਾਇਆ ਕੰਮ? ਹਾਂ ਜ਼ਰੂਰ। ਜਿਸ ਤਰ੍ਹਾਂ ਕਿ ਗੁਰਮੀਤ ਕੌਰ ਜੀ ਹੈ ਨਾ, ਇਹਨਾਂ ਨੂੰ ਤੇ ਮੇਰੇ ਹਿਸਾਬ ਨਾਲ ਸਾਡੇ ਜਿੰਨੇ ਵੀ ਲੋਕ ਇੱਥੇ ਖੜੇ ਨੇ, ਇਹ ਮੇਰੇ ਖਿਆਲ ਬਾਹਰੋਂ ਤਾਂ ਨਹੀਂ ਆਏ,
ਇਹਨਾਂ ਨੂੰ ਪਤਾ ਹੋਏਗਾ ਕਿ ਗੁਰਮੀਤ ਕੌਰ ਕੌਣ ਹੈ ਔਰ ਇਹਨਾਂ ਦਾ ਘਰ ਕਦੋਂ ਦਾ ਇੱਥੇ ਬਣਿਆ ਹੋਇਆ। ਮੇਰੇ ਹਿਸਾਬ ਨਾਲ ਮੇਰੇ ਜਨਮ ਤੋਂ ਪਹਿਲਾਂ ਦਾ ਇਹਨਾਂ ਦਾ ਘਰ ਇੱਥੇ ਹੈ ਤੇ 32 ਸਾਲ ਹੋ ਗਏ ਆ। ਮਤਲਬ ਮੈਂ ਉਦੋਂ ਤਕਰੀਬਨ ਕੋਈ 2-3 ਸਾਲ ਦਾ ਹੀ ਹੋਵਾਂਗਾ ਜੀ, ਤੇ ਮੇਰੀ ਹੁਣ 34-35 ਸਾਲ ਏਜ ਹੋਣ ਲੱਗੀ ਹੈ। ਤੇ ਇਹਨਾਂ ਨੇ, ਮੈਂ ਨਹੀਂ ਕਿਹਾ ਉਹਨਾਂ ਨੂੰ, ਤੁਸੀਂ ਆਪ ਪੁੱਛੋ, ਆਪ ਦੱਸਣਗੇ ਕਿ ਮੈਂ ਆਪਣੇ ਸਾਥੀਆਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਹੁਣ ਤਾਂ ਕਹਿਤਾ ਕਿ ਐਮਐਲਏ ਸਾਹਿਬ ਆ ਕੇ ਗਲੀਆਂ ਨਾਲੀਆਂ ਦੇ ਕੰਮ ਦੇਖਦੇ ਨੇ। ਉਹ ਤੁਹਾਡੇ ਵਿਧਾਇਕ ਜਦੋਂ ਸੀਗੇ, ਤੁਹਾਡੀ ਸਰਕਾਰ ਸੀਗੀ, ਤੁਹਾਡੇ ਮੇਅਰ ਸਾਹਿਬ ਸੀਗੇ, ਤੁਹਾਡੇ ਮੌਜੂਦਾ ਕਾਉਂਸਲਰ ਵੀ ਸੀਗੇ ਉਸ ਟਾਈਮ ਤੇ, ਜਿਨ੍ਹਾਂ ਨੂੰ ਪਹਿਲਾਂ ਤੁਸੀਂ ਨਾਮ ਲਿਆ, ਮੈਂ ਕਿਸੇ ਦਾ ਨਾਮ ਲੈ ਕੇ ਪਾਰਟਿਕੂਲਰ ਨਾਮ ਨਹੀਂ ਲਵਾਂਗਾ, ਉਹ ਵੀ ਇੱਥੇ ਦੇ ਨੁਮਾਇੰਦੇ ਰਹੇ ਨੇ, 10 ਸਾਲ ਰਹੇ ਨੇ ਉਹ, ਹਨਾ। 10 ਸਾਲ ਉਹਨਾਂ ਦੀ ਬੀਜੇਪੀ ਸਰਕਾਰ, ਮੇਅਰ ਉਹਨਾਂ ਦਾ ਸਭ ਕੁਝ ਸੀਗਾ। 32 ਸਾਲ ਦਾ ਪੁਰਾਣਾ ਇਹਨਾਂ ਨੂੰ ਉਹ ਗਲੀ ਨਹੀਂ ਲੱਭੀ ਕਿਸੇ ਨੂੰ। ਮੇਰੇ ਸਾਥੀਆਂ ਨੇ ਕਿਹਾ ਕਿ ਕੁਝ ਏਰੀਆ ਕੋਈ ਬਾਅਦ ਦੇ ਆ ਗਏ, ਕੁਝ ਐਡ ਹੋ ਗਏ ਤੇ ਇਸ ਕਰਕੇ ਉਹ ਏਰੀਆ ਕੁਝ ਰਹਿ ਜਾਂਦੇ ਨੇ। ਉਹ ਇਹ ਤਾਂ ਏਰੀਆ ਸਾਡੇ ਜੰਮਣ ਤੋਂ ਪਹਿਲਾਂ ਦਾ ਵਿੱਚ ਹੈ। ਇਸ ਛੋਟੇ ਜਿਹੇ ਏਰੀਆ ਨੂੰ ਮੇਰੇ ਹਿਸਾਬ ਨਾਲ ਕੋਈ 100-150 ਫੁੱਟ ਦੀ ਪਾਈਪ ਹੋਣੀ ਹੈ। 32 ਸਾਲਾਂ ਦੇ ਵਿੱਚ ਅੱਜ ਤੱਕ ਉਹ ਨਹੀਂ ਪਈ ਤੇ ਬੀਜੇਪੀ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੀ ਸਾਨੂੰ ਉਹ ਤੇ ਦੱਸ ਦਿਓ। ਉਹਨਾਂ ਨੂੰ ਮਾਈਕ ਦਿਓ। ਸਰ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਉਹਨਾਂ ਦੇ ਸਵਾਲ ਦੇ ਜਵਾਬ ਦੇਣਾ ਚਾਹੁੰਦੇ ਹੋ? ਮੈਮ, ਇਹ ਮੈਡਮ ਜੀ ਨਾਲ ਗੱਲ ਕੀਤੀ ਹੈ, ਇਹਨਾਂ ਦਾ ਘਰ ਬਿਲਕੁਲ ਲਾਗੇ ਹੀ ਹੈ। ਇਹਨਾਂ ਦੀ ਗਲੀ ਲਗਭਗ ਕੋਈ 2 ਮਹੀਨੇ ਹੋਇਆ ਹੁਣ ਇੱਥੇ ਮਤਲਬ ਇੱਕ ਕਲੋਨੀ ਕੱਟੀ ਹੈ ਜਿਹਦੇ ਨਾਲ ਇਹਨਾਂ ਦੇ ਗਲੀ ਦਾ ਸਰੂਪ ਬਣਿਆ ਹੈ। ਉਸ ਤੋਂ ਪਹਿਲਾਂ ਇਹਨਾਂ ਦਾ ਇਕੱਲੇ 2-3 ਘਰ ਸੀ ਉੱਥੇ, ਕੋਈ ਮਤਲਬ ਗਲੀ ਦਾ ਕੋਈ ਹੈ ਹੀ ਨਹੀਂ ਸੀ ਇਸ ਹਿਸਾਬ 'ਤੇ ਗਲੀ ਕਿੱਧਰੋਂ ਹੈ ਕਿੱਧਰੋਂ ਨਹੀਂ ਹੈ। ਹੁਣ ਇਹਨਾਂ ਦੇ 2 ਮਹੀਨੇ ਹੋਇਆ ਲੋਕਾਂ ਨੇ ਉੱਥੇ ਪਲਾਟ ਲੈਣਾ ਤੇ ਇਹਨੇ ਗਲੀ ਦਾ ਸਰੂਪ ਬਣਿਆ ਹੈ। ਉਸ ਤੋਂ ਪਹਿਲਾਂ ਤੇ ਗਲੀ ਦਾ ਇਹਨਾਂ ਨੂੰ ਆਪ ਨਹੀਂ ਪਤਾ ਵੀ ਗਲੀ ਸਾਡੀ ਕਿੱਧਰੋਂ ਨਿਕਲਣੀ ਤੇ ਕਿੱਧਰੋਂ ਨਹੀਂ। ਸਰ 6 ਮਹੀਨੇ ਮੈਂ ਆਪ ਗਰਾਊਂਡ ਦੀ ਰਿਪੋਰਟ ਇੱਥੇ ਕੀਤੀ ਇਹਨਾਂ ਦੇ ਘਰਾਂ ਦੇ ਵਿੱਚ ਬਾਹਰ ਜਾ ਕੇ। ਇਹ ਸਾਰੀਆਂ ਬੀਬੀਆਂ ਮੈਨੂੰ ਚੰਗੀ ਤਰ੍ਹਾਂ ਜਾਣਦੀਆਂ, ਸਾਡੇ ਚੈਨਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ। 6 ਮਹੀਨੇ ਇਲੈਕਸ਼ਨਸ ਤੋਂ ਪਹਿਲਾਂ ਵੀ ਮੈਂ ਇਹਨਾਂ ਦੇ ਘਰਾਂ ਦੇ ਬਾਹਰ ਵੀ ਜਾ ਚੁੱਕਿਆ, ਇਹਨਾਂ ਦੇ ਘਰ ਵੀ ਜਾ ਚੁੱਕਿਆ। ਇਹ ਪੂਰੇ ਮਹੱਲੇ ਨੂੰ ਮੈਂ ਪਿਛਲੇ 6 ਮਹੀਨੇ ਤੋਂ ਜਾਣਦਾ। ਇਹਨਾਂ ਦਾ ਕਹਿਣਾ ਕਿ ਪਿਛਲੇ 2-3 ਸਾਲ ਤੋਂ ਜਦੋਂ ਵੀ ਬਰਸਾਤਾਂ ਆਉਂਦੀਆਂ ਇਹਨਾਂ ਦੀ ਬਹੁਤ ਜ਼ਿਆਦਾ ਹਰਾਸਮੈਂਟ ਹੁੰਦੀ ਹੈ। ਇਹਨਾਂ ਦੀਆਂ ਗੱਡੀਆਂ, ਲੱਖਾਂ ਦੀਆਂ ਗੱਡੀਆਂ, ਬਾਈਕਸ ਨੇ, ਪੈਦਲ ਜਾਂਦੇ ਨੇ, ਬੱਚੇ ਜਾਂਦੇ ਨੇ, ਬਜ਼ੁਰਗ ਜਾਂਦੇ ਨੇ, ਘਰਾਂ ਦੇ ਵਿੱਚ ਜਾਣਾ ਮੁਸ਼ਕਿਲ ਹੋਣਾ। ਤੁਸੀਂ ਕੋਈ ਪ੍ਰੂਫ, ਕੋਈ ਆਧਾਰ ਤੁਹਾਡੇ ਕੋਲ ਹੈਗਾ ਕਿ 2 ਮਹੀਨੇ ਪਹਿਲਾਂ ਇੱਥੇ ਲੋਕ ਆਏ ਨੇ? ਸਰ ਮੈਂ ਇਹ ਨਹੀਂ ਕਿਹਾ ਵੀ 2 ਮਹੀਨੇ ਪਹਿਲੇ ਲੋਕ ਆਏ ਨੇ। ਇਹ ਜਿਹੜਾ ਏਰੀਆ ਪਿੱਛੇ ਜਿੱਥੇ ਇਹਨਾਂ ਦੇ ਘਰ ਨੇ ਉਹ ਸਾਰਾ ਨੀਮਾ ਏਰੀਆ, ਉਹ ਕਿਸੇ ਦੀ ਇੰਡੀਵਿਜੂਅਲ ਦੀ ਜਗ੍ਹਾ ਸੀ, ਖਾਲੀ ਪਈ ਹੋਈ ਸੀ ਤੇ ਉਹਨਾਂ ਨੇ ਕੋਈ ਵੀ ਉਹਦੀ ਵੰਡ ਨਹੀਂ ਕੀਤੀ ਸੀ। ਹੁਣ ਉਹਨਾਂ ਨੇ ਵੇਚੀ ਆ, ਪ੍ਰਾਪਰਟੀ ਡੀਲਰ ਉੱਥੇ ਆਏ ਨੇ ਤੇ ਪਲਾਟ ਬਣਾ ਕੇ ਵੇਚਣ ਲੱਗੇ ਨੇ। ਹੁਣ ਉੱਥੇ ਗਲੀ ਦਾ ਸਰੂਪ ਬਣਿਆ, ਕਲੋਨੀ ਦਾ ਸਰੂਪ ਬਣਿਆ। ਉੱਥੇ ਪਹਿਲਾਂ ਤਾਂ ਉੱਥੇ ਪਾਣੀ ਖੜਾ ਰਹਿੰਦਾ ਰਿਹਾ, ਡੂੰਗੀ ਜਗ੍ਹਾ ਸੀ, ਉਹਦਾ ਪਾਣੀ ਖੜਾ ਰਹਿੰਦਾ ਰਿਹਾ ਉੱਥੇ। ਜੀ ਜਨਤਾ ਕੋਲ ਆਵਾਂਗੇ। ਮੈਮ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਮੈਮ, ਕੀ ਸਵਾਲ ਹੈ ਤੁਹਾਡਾ? ਮੈਂ ਪੁਸ਼ਪਾ ਪ੍ਰਧਾਨ ਜੀ, ਪਹਿਲੇ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਔਰ ਸਾਰੇ ਆਏ ਭੈਣ ਭਰਾਵਾਂ ਦਾ ਬਹੁਤ ਸਾਰਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੀ ਡਿਵੈਲਪਮੈਂਟ ਹੋਈ ਹੈ। ਸਾਡਾ ਇਲਾਕਾ ਬਿਲਕੁਲ ਕੱਚੀਆਂ ਗਲੀਆਂ ਸੀ। ਜਦੋਂ ਬੰਟੀ ਐਮਸੀ ਸੀ ਉਹਨਾਂ ਨੇ ਸਾਰੀਆਂ ਆ ਕੇ ਗਲੀਆਂ ਬਣਵਾਈਆਂ। 2 ਵਾਰੀ ਤੇ ਗਲੀਆਂ ਮੈਂ ਬਣਵਾ ਚੁੱਕੀ ਹਾਂ। ਜਦੋਂ ਸਤੀਸ਼ ਜੀ ਮੇਅਰ ਸਨ, ਪਾਰਟੀ ਦੇ ਪ੍ਰਧਾਨ ਸੀ ਕਮੇਟੀ ਦੇ, ਉਹਨਾਂ ਕੋਲੋਂ ਮੈਂ ਗਲੀਆਂ ਬਣਵਾ ਚੁੱਕੀ ਹਾਂ। ਪਾਣੀ ਦੀ ਪਾਈਪ ਮੈਂ ਪਵਾ ਚੁੱਕੀ ਹਾਂ। ਹਾਂ, ਹੁਣ ਜਰਾ ਕਿ ਵਿੱਚ ਆ ਕੇ ਥੋੜੀ ਜਿਹੀ ਆ ਜਾਂਦੀ ਹੈ ਦਿੱਕਤ, ਉਹ ਸਾਡੇ ਨਰੇਸ਼ ਜੀ ਐਮਸੀ ਬਹੁਤ ਅੱਛੀ ਤਰ੍ਹਾਂ ਕਰਵਾ ਰਹੇ ਨੇ। ਅੱਧੀ ਜ਼ਬਾਨ ਨਾਲ ਜਦੋਂ ਇਹਨਾਂ ਨੂੰ ਫੋਨ ਕਰੀਦਾ ਵੀ ਕੋਈ ਇਦਾਂ ਦੀ ਹੈ, ਧੀਰਜ ਨੂੰ ਵੀ ਕਈ ਵਾਰੀ ਫੋਨ ਕਰੀਦਾ ਸੀ, ਨਹੀਂ ਸਾਡਾ ਮੇਰਾ ਬੱਚਾ ਆ ਉਹ, ਤੇ ਬਹੁਤ ਅੱਛੇ ਢੰਗ ਨਾਲ ਇਹ ਸਾਰੇ ਇਹ ਕੰਮ ਕਰ ਰਹੇ ਨੇ। ਲੇਕਿਨ ਇਹੋ ਜਿਹੀ ਕੋਈ ਗੱਲ ਨਹੀਂ, ਕੋਈ ਖਾਸ ਗਲੀਆਂ ਜਿਹੜੀ ਇੱਧਰ ਹੁਣ ਡਿਵੈਲਪਮੈਂਟ ਹੋਈ ਹੈ ਇੱਧਰ ਨੂੰ ਹੋਈ ਆ। ਇੱਧਰ ਕੁਝ ਰਹਿੰਦਾ ਹੈਗਾ ਤੇ ਇੱਧਰ ਵੀ ਦੇਖੋ ਗਲੀਆਂ ਬਿਲਕੁਲ ਤਿਆਰ ਨੇ। ਇਹ ਸਾਰੀਆਂ ਹੀ ਬੀਜੇਪੀ ਦੇ ਟਾਈਮ ਤੇ ਹੋਈਆਂ ਨੇ ਔਰ ਸਾਡੇ ਬੰਟੀ ਐਮਸੀ ਨੇ ਕਰਵਾਈ ਦੀਆਂ। ਔਰ ਪਾਣੀ ਦੀ ਇਹੋ ਜਿਹੀ ਕੋਈ ਸਮੱਸਿਆ ਨਹੀਂ ਆਉਂਦੀ। ਕਿਸੇ ਵੇਲੇ ਟਿਊਬਵੈੱਲ ਸੜ ਜਾਂਦੇ ਨੇ, ਉਸ ਲਈ ਇਹਨਾਂ ਬੱਚਿਆਂ ਨੂੰ ਫੋਨ ਕਰੀਦਾ ਤੇ ਉਸੇ ਵੇਲੇ ਜਾ ਕੇ ਦੌੜੇ ਪੈ ਜਾਂਦੇ ਤੇ ਪਾਣੀ ਜਿਹੜਾ ਸਭ ਨੂੰ ਮਿਲ ਰਿਹਾ। ਜੈ ਹਿੰਦ ਤੇ ਜੈ ਭਾਰਤ। ਮੈਂ ਥੋੜੇ ਦਿਨ ਪਹਿਲਾਂ ਇਸ ਵਾਰਡ 'ਚ ਆਈ ਸੀ, ਜਦੋਂ ਇਹਨਾਂ ਨਾਲ ਮੇਰੀ ਗੱਲ ਹੋਈ ਸੀ, ਤੁਹਾਡੇ ਨਾਲ ਗੱਲ ਹੋਈ ਸੀ, ਟਿਊਬਵੈੱਲ ਖਰਾਬ ਹੋ ਗਿਆ ਸੀ, ਤੁਸੀਂ ਨੈਕਸਟ ਡੇ ਠੀਕ ਕਰਾਤਾ ਸੀ। ਇਹ ਤਾਰੀਫੇ ਕਾਬਲੀਅਤ ਹੈ ਕਿ ਇਹਨਾਂ ਨੇ ਅਗਲੇ ਦਿਨ ਹੀ ਠੀਕ ਕਰਾਤੇ ਸੀ। ਤੁਹਾਡੇ ਵਾਰਡ 'ਚ ਬੀਤੇ ਦਿਨੇ ਟਿਊਬਵੈੱਲ ਖਰਾਬ ਹੋਇਆ ਸੀ ਪਾਣੀ ਦਾ, ਆਈ ਥਿੰਕ। ਜੀ ਸਾਡੇ ਨਾਲ ਹੋਰ ਵੀ ਇੱਥੇ ਮੈਡਮ ਜੁੜੇ। ਜੀ ਮੈਡਮ, ਤੁਹਾਡਾ ਕੀ ਸਵਾਲ ਹੈ? ਪਹਿਲੇ ਤਾਂ ਮੈਂ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਨੀ ਆ ਕਿ ਜਿਨ੍ਹਾਂ ਨੇ ਇੰਨੀ ਵਾਰੀ ਆ ਕੇ ਤੇ ਸਾਡੀ ਸੁਣੀ ਹੈ ਔਰ ਮਿਹਨਤ ਪੱਲੇ ਪਾਈ ਹੈ ਸਾਡੀ, ਕਿਉਂਕਿ ਇਹਨਾਂ ਨੇ ਬਹੁਤ ਵਾਰੀ ਆ ਕੇ ਤੇ ਸਾਡੀ ਸੁਣਾਈ ਕੀਤੀ ਹੈ ਤੇ ਤਾਂ ਜਾ ਕੇ ਕਿਤੇ ਸਾਡੀਆਂ ਗਲੀਆਂ ਦੀ ਸੁਣਾਈ ਹੋਈ ਹੈ। ਪਹਿਲੇ ਨੰਬਰ ਤੇ ਇਹ ਕਿ ਮੈਂ ਦਿਨੇਸ਼ ਭਾਜੀ ਦਾ ਜਵਾਬ ਦਿੰਨੀ ਆ, ਕਿਉਂਕਿ ਜਿਸ ਵੇਲੇ ਇਹ ਬੀਜੇਪੀ ਦੇ ਐਮਸੀ ਬਣੇ ਨੇ, ਇਹਨਾਂ ਦਾ ਪਹਿਲਾ ਨੰਬਰ ਹੀ ਕਿ ਜਦੋਂ ਬੀਜੇਪੀ ਦਾ ਐਮਸੀ ਬਣੇ ਉਹ ਪੂਰੀ ਵਾਰਡ ਦੇ ਵਿੱਚ ਆਣ ਕੇ ਉਹਨੇ ਚੱਕਰ ਲਗਾਉਣਾ ਚਾਹੀਦਾ ਕਿ ਦੇਖਣਾ ਚਾਹੀਦਾ ਕਿ ਮੇਰੀਆਂ ਵੋਟਾਂ ਕਿਹੜੇ ਕਿਹੜੇ ਪਾਸੇ ਪਈਆਂ, ਚਾਹੇ ਪਈਆਂ ਕਾਂਗਰਸ ਨੂੰ ਚਾਹੇ ਪਈਆਂ ਬੀਜੇਪੀ ਨੂੰ,
ਪਰ ਉਹਦਾ ਫਰਜ਼ ਬਣਦਾ ਸੀ ਕਿ ਸਾਰਿਆਂ ਨੂੰ ਆਣ ਕੇ ਦੇਖਦੇ। ਲੇਕਿਨ ਇਹ ਭਾਜੀ ਜਿਸਲੇ ਇੱਥੇ ਖੜੇ ਸੀ ਤੇ ਇਹਨਾਂ ਨੂੰ ਐਤਕੀ ਇੰਨੀ ਕੁ ਸਾਨੂੰ ਬਿਜਲੀ ਦੀ ਪ੍ਰੋਬਲਮ ਰਹੀ ਹੈ ਨਾ, ਸਿੰਗਲ ਫੇਸ ਆਂਦਾ ਰਿਹਾ, ਟਰਾਂਸਫਾਰਮਰ ਦੀ ਇੰਨੀ ਪਰੇਸ਼ਾਨੀ ਨਹੀਂ ਜਿੰਨੀ ਕਹਿਣ ਦੀ ਗੱਲ ਨਹੀਂ। ਇਹਨਾਂ ਨੂੰ ਮੈਂ ਇੱਥੇ ਖਿਲਾਰ ਕੇ ਗਿਆ, ਮੈਂ ਕਿਹਾ ਗੱਲ ਸੁਣੋ ਮੇਰੀ, ਮੈਂ ਕਿਹਾ ਸਾਡੇ ਬੱਚੇ ਨਹੀਂ ਰਾਤ ਨੂੰ ਸੌਂਦੇ, ਮੈਂ ਕਿਹਾ ਸਾਡੀ ਇੰਨੀ ਦਿੱਕਤ ਹੈ ਭਾਜੀ, ਸਾਨੂੰ ਇੱਕ ਟਰਾਂਸਫਾਰਮਰ ਲਵਾ ਦਿਓ। ਇਹਨਾਂ ਨੇ ਸਿਰਫ ਇੱਕੋ ਹੀ ਜਵਾਬ ਦਿੱਤਾ ਕਿ ਸਾਡੀ ਉੱਪਰ ਸੁਣਾਈ ਨਹੀਂ ਹੈਗੀ। ਦੇਖੋ ਜਿਸ ਵੇਲੇ ਬੀਜੇਪੀ ਸੀ 10 ਸਾਲ ਹੋ ਗਿਆ ਬੀਜੇਪੀ ਨੂੰ ਆਏ ਹੋ, ਔਰ ਵਿਕਰਮ ਭਾਜੀ ਬੀਜੇਪੀ ਦੇ ਰਹੇ ਨੇ, ਉਹ ਇਹਨਾਂ ਦੀ ਬੇਈਮਾਨ ਪਾਰਟੀ ਸੀ, ਉਸ ਕਰਕੇ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ, ਕੀਤੀ ਨਾ, ਇਸੇ ਕਰਕੇ ਕੀਤੀ। ਉਹਦੇ ਬਾਅਦ ਇਹ ਧੀਰਜ ਭਾਜੀ ਨੇ ਇਧਰੋਂ ਲੰਘਿਆ ਨਹੀਂ ਜਾਂਦਾ, ਕਈਆਂ ਬੀਬੀਆਂ ਦੀਆਂ ਵਿਚਾਰੀਆਂ ਦੀਆਂ ਬਾਲੀਆਂ ਧੋਈਆਂ ਜਾਂਦੀਆਂ ਸੀ, ਭੰਗ ਇੰਨੀ ਰਹਿੰਦੀ ਸੀ। ਲੇਕਿਨ ਇਹ ਆਏ, ਇਹਨਾਂ ਨੇ ਆਣ ਕੇ ਇੰਨਾ ਕੁ ਜ਼ੋਰ ਪਾਇਆ। ਮੈਂ ਤਾਂ ਕਹਿੰਦੀ ਹਾਂ ਬੀਜੇਪੀ ਨੂੰ ਬਜਾਏ ਇਹਨਾਂ ਨੂੰ ਟਿਕਟ ਦੇਣੀ ਚਾਹੀਦੀ। ਔਰ ਬਾਕੀ ਰਹੀ ਗੱਲ ਬੀਜੇਪੀ ਦੇ ਪ੍ਰਧਾਨ ਜਿਹੜੇ ਮੇਅਰ ਨੇ, ਉਹਨਾਂ ਨੇ ਅਸ਼ਨੀ ਸ਼ਰਮਾ ਰਿਹਾ, ਚਾਹੇ ਰਿਹਾ ਮਾਸਟਰ ਮੋਹਨ ਲਾਲ, ਅਸੀਂ ਕਦੇ ਸ਼ਕਲ ਹੀ ਨਹੀਂ ਦਿਖੀ ਉਹਨਾਂ ਦੀ ਵੀ ਉਹ ਇੱਥੇ ਆਉਂਦੇ ਨੇ ਕਿ ਚਾਹੇ ਨਹੀਂ ਆਉਂਦੇ। ਉਹਨਾਂ ਨੇ ਕਦੇ ਆਣ ਕੇ ਗਲੀਆਂ 'ਚ ਬਾਤ ਨਹੀਂ ਪੁੱਛੀ। ਬਾਕੀ ਗੱਲਾਂ ਛੱਡੋ, ਐਤਕੀ ਕਰੋਨਾ ਦਾ ਇੰਨਾ ਜ਼ੋਰ ਰਿਹਾ ਆ, ਸਾਰੀਆਂ ਗਲੀਆਂ ਦੇ ਵਿੱਚ ਸਪਰੇਅ ਹੋਈ ਹੈ, ਸਾਰੀਆਂ ਗਲੀਆਂ ਦੇ ਸਪਰੇਅ। ਇੱਥੇ ਕੋਈ ਡੰਗਰ ਥੋੜੇ ਰਹਿੰਦੇ ਸੀ, ਆਣ ਕੇ ਕਮ ਸੇ ਕਮ ਇੱਕ ਵਾਰੀ ਤੇਰਾ ਇੰਨਾ ਹੀ ਫਰਜ਼ ਬਣਦਾ ਸੀ ਕਿ ਤੂੰ ਆਣ ਕੇ ਸਪਰੇਅ ਕਰਕੇ ਸਾਨੂੰ ਦੇ ਜਾਂਦਾ। ਤੇ ਇੱਧਰ ਲੋਕੀ ਕੋਈ ਅਸੀਂ ਬਾਹਰੋਂ ਤੇ ਆਏ ਨਹੀਂ ਉੱਠ ਕੇ, ਚਾਹੇ ਅਸੀਂ ਜਲੰਧਰੋਂ ਆਏ ਦੇ ਸੀ, ਚਾਹੇ ਅੰਮ੍ਰਿਤਸਰੋਂ ਆਏ ਦੇ ਸੀ, ਅਸੀਂ ਆਏ ਦੇ ਸੀ, ਕੋਈ ਪਲਾਟਾਂ ਚੋਂ ਆਏ ਦਾ ਸੀ, ਕੋਈ ਪੂਰਨ ਨਗਰ ਤੋਂ ਆਏ ਦਾ ਸੀ, ਕੋਈ ਕੁਲੀ ਤੋਂ ਆਏ ਦਾ ਸੀ, ਫਿਰ ਵੀ ਤੁਹਾਡੇ ਬੱਚੇ ਸੀ ਹੈ। ਮੈਨੂੰ ਖੁਦ ਕਰੋਨਾ ਹੋ ਗਿਆ, ਖੁਦ ਕਰੋਨਾ ਹੋਇਆ, ਅਸੀਂ ਇੰਨੇ ਕੁੱਤੇ ਦੀ ਮੋਤੀ ਮਰੇ ਜਿੰਨੀ ਕਹਿਣ ਦੀ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ। ਲੇਕਿਨ ਇਹਨੇ ਧੀਰਜ ਨੇ ਆਣ ਕੇ ਸਾਡੀ ਆਣ ਕੇ ਬਾਹ ਫੜੀ ਤੇ ਸਾਨੂੰ ਲੋਕਾਂ ਨੂੰ ਕਿਤੇ ਡੰਗਰ ਦੀ ਜੂਨੇ ਤੇ ਅੱਜ ਸਹੀ ਬੰਦਿਆਂ ਦੀ ਜੂਨੀ ਪਈ। ਥੈਂਕ ਯੂ। ਇਹ ਬਹੁਤ ਵਧੀਆ ਗੱਲ ਹੈ ਕਿ ਕਰੋਨਾ ਕਾਲ ਦੇ ਵਿੱਚ ਕੋਈ ਬਾਹਰ ਨਹੀਂ ਨਿਕਲਦਾ ਸੀ, ਪਰ ਤਾਰੀਫੀ ਕਾਬਲੀਅਤ ਹੈ ਕਿ ਧੀਰਜ ਹੀਰ ਜੀ ਬਾਹਰ ਨਿਕਲੇ ਤੇ ਇਹਨਾਂ ਨੇ ਲੋਕਾਂ ਦੀ ਸਹਾਇਤਾ ਕੀਤੀ ਹੈ। ਸੋ ਆਰੋਪ ਪ੍ਰਤਿਆਰੋਪ ਬੜੇ ਜ਼ਿਆਦਾ ਲੱਗ ਰਹੇ ਨੇ ਦੋਹਾਂ ਪਾਰਟੀਆਂ ਦੇ ਵਿਚਕਾਰ। ਸਾਡੇ ਨਾਲ ਤੀਜੇ ਨੁਮਾਇੰਦੇ ਵੀ ਬੈਠੇ ਹੋਏ ਨੇ, ਦਿਲਾਵਰ ਜੀ ਆਮ ਆਦਮੀ ਪਾਰਟੀ ਤੋਂ। ਤੁਸੀਂ ਨੇਤਾ ਹੋ ਆਮ ਆਦਮੀ ਪਾਰਟੀ ਤੋਂ, ਆਪਣੇ ਵਾਰਡ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਤੁਸੀਂ ਬਹੁਤ ਕੁਝ ਅਬਜ਼ਰਵ ਵੀ ਕੀਤਾ ਹੋਣਾ, ਬਹੁਤ ਕੁਝ ਜਾਣਦੇ ਹੋ, ਗਰਾਊਂਡ ਲੈਵਲ ਦੇ ਉੱਤੇ ਸੱਚਾਈ ਤੁਸੀਂ ਜਾਣਦੇ ਹੋ। ਭਾਜਪਾ ਤੇ ਕਾਂਗਰਸ ਦੋਵਾਂ ਦੇ ਕਹਿਣਾ ਹੈ ਕਿ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ, ਦੋਵਾਂ ਨੇ ਡਿਵੈਲਪਮੈਂਟ ਕਰਵਾਈ ਹੈ ਆਪਣੇ ਆਪਣੇ ਤੌਰ ਦੇ ਉੱਤੇ। ਤੁਹਾਡੀ ਨਿਗਾਹ ਦੇ ਵਿੱਚ ਕਿਹੜੀ ਪਾਰਟੀ ਕਿੰਨਾ ਖਰਾ ਉਤਰੀ ਹੈ, ਰੁਜ਼ਗਾਰ ਕਿੰਨਾ ਕੁ ਮਿਲਿਆ, ਡਿਵੈਲਪਮੈਂਟ ਕਿੰਨੀ ਕੁ ਹੋਈ ਹੈ ਪਿਛਲੇ ਕੁਝ ਸਾਲਾਂ ਤੋਂ? ਸਭ ਤੋਂ ਪਹਿਲਾਂ ਮੈਂ ਪੁੱਛਾਂਗੀ ਦਿਲਾਵਰ ਜੀ ਤੁਹਾਡੇ ਕੋਲ ਕਿ ਨਿਗਮ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਹੀਂ ਕੱਢ ਪਾਈ, ਕੀ ਰੀਜ਼ਨ ਹੈ? ਸਭ ਤੋਂ ਪਹਿਲਾਂ ਦੱਸੋ। ਦੇਖੋ ਜੀ, ਜਿੰਨੀ ਵੀ ਪਬਲਿਕ ਨੇ ਸਾਰਾ ਸਾਥ ਦਿੱਤਾ ਹੈਗਾ, ਵਿੱਚ ਕੁਝ ਗੱਲਾਂ ਐਸੀਆਂ ਹੀ ਜਿਹੜੀਆਂ ਗੱਲਾਂ ਵਿੱਚ ਖਰੀ ਨਹੀਂ ਉਤਰੀ, ਬੜੀਆਂ ਗੱਲਾਂ ਐਸੀਆਂ ਜਿਹਨਾਂ ਵਿੱਚ ਜਾ ਕੇ ਮਤਲਬ ਕਿ ਅਸੀਂ ਸਾਰਿਆਂ ਨੂੰ ਕੰਪੈਲ ਕੀਤਾ ਕਿ ਚਲੋ ਆਮ ਆਦਮੀ ਪਾਰਟੀ ਆਈ, ਤੁਹਾਡੀ ਸਾਰੀਆਂ ਮਤਲਬ ਕਿ ਸਮੱਸਿਆ ਹੱਲ ਹੋਣਗੀਆਂ। ਜਿਹੜੀ ਬੀਜੇਪੀ ਨੇ ਨਹੀਂ ਕੀਤੀਆਂ ਉਹ ਹੱਲ ਹੋਣਗੀਆਂ, ਜਿਹੜੀ ਕਾਂਗਰਸ ਨੇ ਨਹੀਂ ਕੀਤੀਆਂ ਉਹ ਹੱਲ ਹੋਣਗੀਆਂ। ਸਾਡੀ ਸਰਕਾਰ ਆਂਦੀ, ਉਹਨਾਂ ਨੇ ਪਹਿਲੇ ਨੰਬਰ ਤੇ ਹੁਣ ਕੇਜਰੀਵਾਲ ਨੇ ਇਹੀ ਗੱਲ ਕਹੀ ਹੈ ਕਿ ਮੈਂ ਵਾਅਦਾ ਨਹੀਂ ਕਰਦਾ, ਮੈਂ ਗਰੰਟੀ ਦਿੰਦਾ 300 ਯੂਨਿਟ ਮਹੀਨੇ ਦੀ ਮੈਂ ਫ੍ਰੀ ਦਿਆਂਗਾ, ਪਾਣੀ ਸਾਫ਼ ਦਿਆਂਗਾ, ਗਲੀਆਂ ਨਾਲੀਆਂ ਸਾਫ਼ ਰੱਖਾਂਗਾ। ਸਾਰੀਆਂ ਹੀ ਮਤਲਬ ਕਿ ਜੋ ਵੀ ਸਾਡੀਆਂ ਮਤਲਬ ਕਿ ਸਮੱਸਿਆ ਹੈਗੀਆਂ ਪੂਰੀਆਂ ਕਰਵਾਵਾਂਗੇ ਤੁਸੀਂ ਮਹੱਲੇ ਦੀ। ਦਿਲਾਵਰ ਜੀ, ਸਵਾਲ ਮੇਰਾ ਇਹ ਹੈ ਕਿ ਦੋਹਾਂ ਪਾਰਟੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਰਾਜ ਕੀਤਾ ਹੈ। ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਰਿਪੋਰਟ ਦੇਖੀ ਹੈ, ਲੋਕਾਂ ਨੂੰ ਅਬਜ਼ਰਵ ਕੀਤਾ ਹੈ, ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਕਿੰਨੀ ਕੁ ਡਿਵੈਲਪਮੈਂਟ ਤੁਹਾਡੀ ਨਿਗਾਹ ਦੇ ਵਿੱਚ, ਤਾਂ ਰੁਜ਼ਗਾਰ ਕਿੰਨਾ ਮਿਲਿਆ ਲੋਕਾਂ ਨੂੰ? ਜਿਵੇਂ ਕਿ ਧੀਰਜ ਜੀ ਨੇ ਕਹਿ ਰਹੇ ਬਹੁਤ ਸਾਰਾ ਰੁਜ਼ਗਾਰ ਕਾਂਗਰਸ ਨੇ ਦਿੱਤਾ, ਬੀਜੇਪੀ ਵੀ ਕਹਿ ਰਹੀ ਹੈ ਅਸੀਂ ਬਹੁਤ ਡਿਵੈਲਪਮੈਂਟ ਕਰਾਈ ਹੈ। ਤੁਹਾਡਾ ਕੀ ਕਹਿਣਾ ਦੋਹਾਂ ਪਾਰਟੀਆਂ ਦੇ ਜਿਹੜੇ ਵਾਅਦੇ ਕੀਤੇ ਗਏ ਨੇ? ਪਹਿਲੇ ਨੰਬਰ ਤੇ ਜਿਹੜਾ ਰੁਜ਼ਗਾਰ ਉਹ ਕਿਸੇ ਨੂੰ ਨਹੀਂ ਮਿਲਿਆ ਇੱਥੇ। ਇਸ ਮਹੱਲੇ ਵਿੱਚ ਕੋਈ ਹੱਥ ਖੜਾ ਕਰਕੇ ਦੱਸ ਦੇ ਜਿਹਨੂੰ ਰੁਜ਼ਗਾਰ ਮਿਲਿਆ ਹੈਗਾ। ਕਿਸੇ ਬੱਚੇ ਨੂੰ ਨਹੀਂ ਮਿਲਿਆ ਇੱਥੇ। ਇਸ ਮਹੱਲੇ ਦਾ ਕੋਈ ਵੀ ਬੱਚਾ ਉਹ ਮੈਡਮ ਬੋਲਣਾ ਚਾਹੁੰਦੇ ਨੇ, ਉਹਨਾਂ ਨੂੰ ਪੁੱਛ ਲੈਣੇ ਇੱਕ ਵਾਰ। ਮਹੱਲੇ ਦਾ ਕੋਈ ਵੀ ਬੱਚਾ ਛੁਡਵਾਇਆ ਹੋਇਆ ਉਹ ਦੱਸੋ। ਕੋਈ ਰੁਜ਼ਗਾਰ ਨਹੀਂ ਮਿਲਿਆ, ਜੀ ਕੋਈ ਡਿਵੈਲਪਮੈਂਟ ਜਿਹੜੀ ਹੋਈ ਹੈ ਜੀ ਤੁਹਾਡੇ ਕੋਲ ਉਹ ਆਵਾਂਗੇ। ਕੁਛ ਮੈਡਮ ਬੋਲੋ, ਕੀ ਕਹਿੰਦੇ ਹੋ? ਮੈਂ ਵਾਰਡ ਨੰਬਰ 29 ਦੀ ਪ੍ਰਧਾਨ ਕਮਲੇਸ਼ ਸ਼ਰਮਾ, ਔਰ ਮੈਂ ਬਹੁਤ ਮੀਡੀਆ ਵਾਲਿਆਂ ਦਾ ਧੰਨਵਾਦ ਕਰਨੀ ਆ, ਔਰ ਪੂਰੀ ਜੋ ਵੀ ਆਏ ਮੇਰੇ ਭੈਣ ਭਰਾ ਉਹਨਾਂ ਦਾ ਧੰਨਵਾਦ ਕਰਨੀ ਆ। ਮੈਂ ਇਹ ਬੋਲਣਾ ਚਾਹਨੀ ਆ ਕਿ ਜਦੋਂ ਇੰਡਸਟਰੀਜ਼ ਲੱਗੀ ਹੈ, ਮੈਂ ਆਪਣੇ ਬੇਟਾ ਮੇਰਾ ਮਤਲਬ ਪੜ੍ਹੇ ਲਿਖਿਆ ਹੈ, ਮੈਂ ਉਹਨਾਂ ਨੂੰ ਰਿਜ਼ੂਮ ਦੇ ਕੇ ਆਈ ਕਿ ਕੰਪਨੀ 'ਚ ਲਗਾਓ, ਉਹਨਾਂ ਨੇ ਕੋਈ ਨਹੀਂ ਲਗਵਾਇਆ, ਔਰ ਉਹਨਾਂ ਨੇ ਠੇਕੇ ਤੇ ਦੇ ਦਿੱਤੀ ਹੈ। ਕੋਈ ਵੀ ਸਾਡੇ ਬਾਹਰ ਦਾ ਕੋਈ ਵੀ ਬੱਚਾ ਬੋਲੇ ਕਿ ਇੰਡਸਟਰੀਜ਼ ਲੱਗਿਆ, ਕੋਈ ਬੱਚਾ ਲੱਗਿਆ, ਮੈਂ ਖੁਦ ਸਾਡੇ ਬੱਚੇ ਬਾਹਰ ਖੱਜਲ ਹੋਏ ਕਰਦੇ ਆ ਬੇਰੋਜ਼ਗਾਰੀ। ਅਗਰ ਉਹ ਬੱਚੇ ਇੰਡਸਟਰੀ ਚਲਾਉਂਦੇ ਆ, ਇੱਧਰ ਦੇ ਬੱਚੇ ਲੈਂਦੇ ਆ, ਬੇਰੋਜ਼ਗਾਰੀ ਨਹੀਂ ਘਟੇਗੀ।
ਕੱਟੇਗੀ ਨਾ, ਕਿਉਂ ਨਹੀਂ ਰੱਖੇ ਉਹਨਾਂ ਨੇ, ਠੇਕੇ ਤੇ ਦੇਤੇ ਇੰਡਸਟਰੀ। ਮੈਂ ਖੁਦ ਮੇਰਾ ਬੱਚਾ ਖੱਜੇ ਹੋਇਆ, ਮੈਂ ਖੁਦ ਐਮਐਲਏ ਦੇ ਘਰ ਜਾ ਕੇ ਰਿਜ਼ੂਮ ਦੇ ਕੇ ਆਈ ਹਾਂ। ਵੀਰੇ ਜੀ ਇਹਨਾਂ ਦੀ ਗੱਲ ਦਾ ਜਵਾਬ ਦਿਓ, ਕਿਉਂਕਿ ਤੁਸੀਂ ਥੋੜੀ ਦੇਰ ਪਹਿਲਾਂ ਕਿਹਾ ਕਿ ਇੰਡਸਟਰੀ ਜਿਹੜੀ ਲਗਾਈ ਗਈ ਹੈ ਤੁਹਾਡੇ ਵਾਰਡ ਦੇ 5-7 ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ, ਪਰ ਉਹ ਮੈਡਮ ਜੀ ਦਾ ਕਹਿਣਾ ਹੈ ਕਿ ਨਹੀਂ ਦਿੱਤੀ ਗਈ। ਸਾਡੇ ਬੱਚੇ ਜਿਹੜੇ ਨੇ ਉਹ ਬਾਹਰ ਸਿਟੀ 'ਚ ਕੰਟਰੀਜ਼ 'ਚ ਜਾ ਕੇ ਜੌਬ ਕਰ ਰਹੇ ਨੇ। ਮੈਡਮ ਇਹਨਾਂ ਦਾ ਹੈ ਤੇ ਸਾਡੇ ਆਂਟੀ ਨੇ, ਪਰ ਇਹਨਾਂ ਦਾ ਬੇਟਾ ਚੈਂਕੀ ਹੈ ਹਨਾ, ਉਹ ਪਤਾ ਨਹੀਂ ਕਿਉਂ ਰਹਿ ਗਿਆ। ਇਹਨਾਂ ਦਾ ਰਿਜ਼ਿਊਮ ਮੈਂ ਆਪ ਲਿਆ ਸੀਗਾ। ਇਹਨਾਂ ਨੂੰ ਯਾਦ ਹੋਏਗਾ ਕਿ ਧੀਰੇ ਨੂੰ ਵੀ ਸਾਰੇ ਕੰਮ ਕਹਿੰਦੇ ਰਹੇ ਨੇ, ਧੀਰੇ ਜੀ ਇਹਨਾਂ ਦੀ ਸੁਣਦਾ ਵੀ ਰਿਹਾ ਆ। ਔਰ ਇਹਨਾਂ ਨੂੰ ਮੇਰੇ ਖਿਆਲ 'ਚ ਇਹਨਾਂ ਨੂੰ ਰਾਸ਼ਨ ਕਾਰਡ ਵੀ ਹੁਣ ਮੈਂ ਹੀ ਬਣਾ ਕੇ ਦਿੱਤਾ ਆ, ਜਿਨ੍ਹਾਂ ਨੇ ਸਾਡੇ ਤੇ ਆਰੋਪ ਲਾਏ ਆ ਨਾ ਕਿ ਨਹੀਂ ਆ। ਇਹਨਾਂ ਨੂੰ ਮੇਰੇ ਖਿਆਲ ਰਾਸ਼ਨ ਕਾਰਡ ਵੀ ਮੇਰੇ ਟਾਈਮ ਹੁਣੇ ਬਣ ਕੇ ਆਇਆ, ਤੇ ਇਹਨਾਂ ਦੇ ਕੰਮ ਤਾਂ ਅਸੀਂ ਰੋਕਿਆ ਕੋਈ ਨਹੀਂ। ਇਹ ਤਾਂ ਸਾਡੇ ਆਪਣੇ ਬੜੇ ਮਤਲਬ ਕਲੋਜ਼ ਹੀ ਘਰ ਦੇ ਮੈਂਬਰ ਨੇ। ਪਾਰਟੀਬਾਜ਼ੀ ਤੇ ਇੱਕ ਅਲੱਗ ਚੀਜ਼ ਹੈ, ਬਟ ਇਸ ਸੱਚਾਈ ਨਾਲ ਗੱਲ ਕਰੋ। ਤੁਸੀਂ ਰਿਜ਼ਿਊਮ ਮੈਨੂੰ ਆਪ ਦਿੱਤਾ ਸੀਗਾ, ਮੈਂ ਅੱਗੇ ਫਾਰਵਰਡ ਵੀ ਕੀਤਾ, ਤੁਸੀਂ ਆਪ ਵੀ ਮਿਲ ਕੇ ਆਏ ਐਮਐਲਏ ਸਾਹਿਬ ਨੂੰ, ਹਨਾ। ਉਹ ਨਹੀਂ ਰਿਹਾ ਹੈਗਾ, ਜਾਂ ਉਸ ਤੋਂ ਬਾਅਦ ਤੁਸੀਂ ਮੈਨੂੰ ਨਹੀਂ ਯਾਦ ਕਰਾਇਆ ਹੈਗਾ, ਜਾਂ ਫੋਲੋ ਅਪ ਨਹੀਂ ਕੀਤਾ ਗਿਆ ਹੋਏਗਾ, ਤਾਂ ਰਹਿ ਗਿਆ ਹੋਏਗਾ ਮੇਰੇ ਹਿਸਾਬ ਨਾਲ। ਤੇ ਇਸ ਤਰ੍ਹਾਂ ਦਾ ਤਾਂ ਕੁਝ ਮੁੱਦਾ ਨਹੀਂ ਹੈਗਾ ਕਿ ਇਹਨਾਂ ਦਾ ਰਿਜ਼ਿਊਮ ਤਾਂ ਮੈਨੂੰ ਪਤਾ ਚੈਂਕੀ ਦਾ ਮੈਂ ਆਪ ਲਿਆ ਸੀਗਾ, ਚੈਂਕੀ ਦਾ ਲੈ ਕੇ ਆਂਟੀ ਵੀ ਨਾਲ ਗਏ ਆ, ਉੱਥੇ ਐਮਐਲਏ ਸਾਹਿਬ ਕੋ ਹੋ ਕੇ ਵੀ ਆਏ ਨੇ। ਤੇ ਫਿਰ ਤੇ ਗੱਲ ਆਪਾਂ ਤਾਂ ਕਰੀਏ ਨਾ ਕਿ ਜਦੋਂ ਅਸੀਂ ਗਏ ਉਸ ਤੋਂ ਬਾਅਦ ਤੁਸੀਂ ਮੈਨੂੰ ਵੀ ਨਹੀਂ ਕਿਹਾ, ਤੇ ਥੋੜਾ ਜਿਹਾ ਅਸੀਂ ਵੀ ਬਿਜ਼ੀ ਸੀਗੇ। ਫਿਰ ਬਾਅਦ ਚੋਂ ਕਰੋਨਾ ਸ਼ੁਰੂ ਹੋ ਗਿਆ, ਬਾਅਦ ਚੋਂ ਜਿਹੜਾ ਕੰਮ ਰਹਿੰਦਾ ਰਹਿ ਗਿਆ। ਇਹ ਹੁਣ ਦੀ ਗੱਲ ਹੀ ਹੈ ਜੀ। ਤੁਸੀਂ ਮੈਨੂੰ ਦੱਸੋ ਜਾਂ ਤੇ ਤੁਸੀਂ ਨਹੀਂ ਆਂਟੀ 5 ਸਾਲ ਪਹਿਲਾਂ ਨਹੀਂ ਹੈ, ਨਹੀਂ 5 ਸਾਲ ਪਹਿਲਾਂ ਨਹੀਂ, ਮੈਨੂੰ ਵੀ ਯਾਦ ਹੈ। ਮੇਰੇ ਖਿਆਲ 'ਚ ਮੈਂ ਰਿਜ਼ਿਊਮ ਦੀ ਤਰੀਕ ਵੀ ਘਟਾ ਲਾਂਗਾ, ਔਰ ਰਿਜ਼ਿਊਮ ਤੇ ਤਰੀਕ ਪਈ ਹੋਣੀ ਹੈ ਜਦੋਂ ਆਪਾਂ ਤੁਹਾਡੇ ਨਾਲ ਗਏ ਸੀ, ਯਾਦ ਹੋਏਗਾ ਤੁਹਾਨੂੰ। ਜੀ ਮੈਡਮ ਤੁਸੀਂ ਜਵਾਬ ਦਿਓ। ਨੀਰਜ ਜੀ ਇਹ 5 ਸਾਲ ਦੀ ਗੱਲ ਹੈ, 5 ਸਾਲ ਹੋਇਆ ਮੇਰੇ। ਉਸ ਤੋਂ ਬਾਅਦ 4-4.5 ਸਾਲ ਮੇਰੇ ਬੇਟੇ ਨੂੰ ਸਰਵਿਸ ਕਰੇ, 5 ਸਾਲ ਦੀ ਗੱਲ ਹੈ। ਆਂਟੀ ਮੇਰੇ ਨਿਊ ਬਣਿਆ ਸੀਗਾ ਜਦੋਂ ਦੀ ਇਹ ਗੱਲ। ਨਹੀਂ ਮੇਰੇ ਹਿਸਾਬ ਨਾਲ ਤੇ ਜਦੋਂ ਲੋਕਡਾਊਨ ਆ ਨਾ ਕਰੋਨਾ, ਮੈਂ ਨਹੀਂ ਜਾਣਦੀ ਕਿ ਕੋਈ ਵੀ ਬੱਚਾ ਉਸ ਕੰਪਨੀ 'ਚ ਲੱਗਿਆ ਹੋਇਆ। ਚਲੋ ਮੈਂ ਆਂਟੀ ਫਿਰ ਰਿਕਾਰਡ ਨਾਲ ਗੱਲ ਕਰਾਂਗੇ ਜੀ ਆਪਾਂ ਅਗਲੀ ਵਾਰ ਨਾ। ਸੋ ਧੀਰਜ ਜੀ ਸਵਾਲ ਬਹੁਤ ਸਾਰੇ ਨੇ, ਜਿਵੇਂ ਕਿ ਮੈਡਮ ਨੇ ਦੱਸ ਰਹੇ ਸੀ ਕਿ ਇੱਥੇ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਹੁੰਦੀ ਹੈ, ਖਾਸ ਕਰਕੇ ਤੁਹਾਡੇ ਵਾਰਡ ਦੇ ਵਿੱਚ ਅਜਿਹੇ ਲੋਕ ਨੇ। ਬਹੁਤ ਸਾਰੇ ਘਰ ਇੱਕ ਚਿੱਟੇ ਨਾਂ ਦਾ ਪਦਾਰਥ ਜਿਹੜਾ ਕਿ ਪਠਾਨਕੋਟ ਦੇ ਵਿੱਚ ਐਂਟਰ ਕੀਤਾ ਸੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀਗੀ। ਬਹੁਤ ਜ਼ਿਆਦਾ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਖਤਮ ਕਰ ਦਾਂਗੇ, ਪਰ ਹਜੇ ਵੀ ਪਠਾਨਕੋਟ ਦੇ ਹਾਲਾਤ ਅਜਿਹੇ ਨੇ ਕਿ ਬਹੁਤ ਸਾਰੇ ਨੌਜਵਾਨ ਇਸ ਜ਼ਹਿਰ ਦੀ ਚਪੇਟ ਦੇ ਵਿੱਚ ਨੇ। ਤੁਹਾਡੇ ਵਾਰਡ ਦੇ ਵੀ ਬਹੁਤ ਸਾਰੇ ਨੌਜਵਾਨ ਅਜਿਹੇ ਇੱਥੇ ਤੁਸੀਂ ਦੇਖਣ ਨੂੰ ਮਿਲ ਸਕਦੇ ਨੇ। ਕਿਉਂ ਨਹੀਂ ਹਜੇ ਤੱਕ ਇਹ ਕੰਟਰੋਲ ਹੋ ਪਾਇਆ? ਪਤਾ ਕੀ ਹੈ ਭਾਜੀ, ਇੱਕ ਚੀਜ਼ ਹੈ ਕਿ ਜਦੋਂ ਅਕਾਲੀ ਬੀਜੇਪੀ ਸਰਕਾਰ ਸੀਗੀ, ਇਹ ਤਾਂ ਤੁਸੀਂ ਆਪ ਹੀ ਕਲੀਅਰ ਕਰਤਾ, ਇਹ ਕਾਂਗਰਸ ਦੀ ਦੇਣ ਨਹੀਂ ਹੈਗੀ, ਦੇਣ ਉਹਨਾਂ ਸਰਕਾਰਾਂ ਦੀ ਹੈ, ਕਾਂਗਰਸ ਦੀ ਔਰ ਬੀਜੇਪੀ ਦੀ। ਜਦੋਂ ਗਠਬੰਧਨ ਦੀ ਸਰਕਾਰ ਸੀਗੀ, ਇਹ ਚਿੱਟਾ ਨਾਮਕ ਜਿਹੜੀ ਸਾਡੇ ਦੀਮਕ ਲੱਗਾ ਸਾਡੇ ਪੰਜਾਬ ਦੀ ਜ਼ਬਾਨੀ ਨੂੰ, ਪੰਜਾਬ ਦੇ ਸਾਡੇ ਨੌਜਵਾਨਾਂ ਨੂੰ, ਸਾਡੇ ਸਾਥੀਆਂ ਨੂੰ, ਭੈਣ ਭਰਾਵਾਂ ਸਾਰਿਆਂ ਨੂੰ, ਇਹ ਕਿਹਦੀ ਦੇਣ ਹੈ? ਇਹ ਉਸੇ ਪਾਰਟੀ ਦੀ ਦੇਣ ਹੈ। ਹੁਣ ਕੈਪਟਨ ਸਾਹਿਬ ਫਿਰ ਵੀ ਇਹਦੇ ਤੇ ਐਫਰਟ ਕਰਦੇ ਪਏ ਨੇ, ਜਿੰਨਾ ਕਿ ਕੰਟਰੋਲ ਹੋ ਰਿਹਾ ਉਹ ਕਰ ਰਹੇ ਨੇ ਭਾਜੀ। ਤੁਸੀਂ ਨਿਤ ਦੇਖੋ ਕੋਈ ਨਾ ਕੋਈ ਗੈਂਗਸਟਰ ਫੜੇ ਜਾ ਰਹੇ ਆ, ਕੁਛ ਨਾ ਕੁਛ ਜਿੰਨੇ ਵੀ ਤਸਕਰ ਹੈਗੇ ਆ, ਸਮਗਲਰ ਨੇ, ਉਹ ਅਰੈਸਟ ਕੀਤੇ ਜਾ ਰਹੇ ਆ, ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾ ਰਿਹਾ। ਜਾਂ ਤੇ ਤੁਸੀਂ ਦੱਸੋ ਕਾਂਗਰਸ ਸਰਕਾਰ ਇਹਨਾਂ ਲੋਕਾਂ ਨੂੰ ਬੜਾਵਾ ਦੇ ਰਹੀ ਹੈ ਜਾਂ ਕਾਂਗਰਸ ਸਰਕਾਰ ਇਹਨਾਂ ਦਾ ਸਾਥ ਦੇ ਰਹੀ ਹੈ? ਨਹੀਂ, ਇਹ ਜਿਨ੍ਹਾਂ ਸਰਕਾਰਾਂ ਦੀ ਦੇਣ ਹੈ, ਕਾਂਗਰਸ ਸਰਕਾਰ ਉੱਤੇ ਨਕੇਲ ਪਾ ਰਹੀ ਹੈ। ਰਮਨਦੀਪ ਜੀ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਇਨਵਾਈਟ ਕੀਤਾ ਸੀ। ਐਮਸੀ ਦੇ ਕੈਂਡੀਡੇਟ ਨੇ ਉਹ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ, ਪਰ ਉਹ ਇੱਥੇ ਮੌਜੂਦ ਨਹੀਂ ਹੈਗੇ ਸਾਡੇ ਇਨਵੀਟੇਸ਼ਨ ਦੇਣ ਤੋਂ ਬਾਅਦ ਵੀ। ਤੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਇਲੈਕਸ਼ਨ ਆਣਗੇ ਤੇ ਉਹ ਜਨਤਾ ਦੇ ਸਾਹਮਣੇ ਆ ਪਾਣਗੇ ਜਾਂ ਜਨਤਾ ਉਹਨਾਂ ਨੂੰ? ਮੈਡਮ ਇੱਥੇ ਪਠਾਨਕੋਟ ਦੀ ਰਾਜਨੀਤੀ ਅਜਿਹੀ ਹੈ ਕਿ ਪਠਾਨਕੋਟ ਜ਼ਿਲ੍ਹੇ ਦੀਆਂ 3 ਸੀਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਸੀਗਾ, ਉਹ ਗਠਬੰਧਨ ਹੋਣ ਤੋਂ ਬਾਅਦ ਬੀਐਸਪੀ ਕੋਲ ਚਲੀ ਗਈਆਂ। ਸੋ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਨੁਮਾਇੰਦੇ ਨੇ ਉਹ ਇਸ ਵਕਤ ਆਪਣੇ ਘਰਾਂ ਦੇ ਅੰਦਰ ਡੁੱਬ ਕੇ ਬਹਿ ਗਏ ਨੇ ਕਿ ਕਿਤੇ ਸਾਨੂੰ ਬਾਹਰ ਆ ਕੇ ਲੋਕੀ ਪੁੱਛ ਨਾ ਲੈਣ, ਕਿਉਂਕਿ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੁਣ ਨਜ਼ਰ ਤੇ ਨਹੀਂ ਆਵੇਗੀ, ਪਰ ਹੁਣ ਵਾਰਡ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਵੀ ਉਹਨਾਂ ਨੇ ਕੰਮ ਕਰਨਾ ਇੱਥੇ ਛੱਡ ਦਿੱਤਾ, ਇਸ ਕਰਕੇ ਉਹ ਇੱਥੇ ਨਜ਼ਰ ਨਹੀਂ ਆ ਰਿਹਾ। ਸਰ ਸਵਾਲ ਫਿਰ ਉਹੀ ਸਾਡਾ ਬਣਿਆ ਹੋਇਆ ਹੈ ਕਿ ਚਿੱਟਾ ਨਾਮਕ ਪਦਾਰਥ ਤੁਹਾਡੇ ਵਾਰਡ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਘੁੰਮ ਰਿਹਾ ਹੈ, ਕਿਉਂ ਉਹਦੇ ਤੇ ਨਕੇਲ ਨਹੀਂ ਕੱਸੀ ਜਾ ਰਹੀ ਹੈ? ਕਿਆ ਤੁਹਾਨੂੰ ਪਤਾ ਹੈ ਇਸ ਬਾਰੇ? ਮੈਮ ਮੇਰੇ ਮੁਹੱਲੇ ਦੇ ਵਿੱਚ ਚਿੱਟਾ ਕਿਤੇ ਸਰਕੂਲੇਟ ਹੋ ਰਿਹਾ ਹੈ, ਮੇਰੀ ਨੌਲੇਜ ਤਾਂ ਨਹੀਂ ਹੈ। ਸਰਕੂਲੇਟ ਦੀ ਗੱਲ ਨਹੀਂ ਕਰ ਰਹੇ, ਪਰ ਨੌਜਵਾਨ ਚਪੇਟ 'ਚ ਹੈਗੇ ਆ। ਹਾਂ ਨੌਜਵਾਨ ਜ਼ਰੂਰ ਚਪੇਟ 'ਚ ਹੈਗੇ ਨੇ, ਤੇ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਕਿਹਾ ਸੀ ਕਿ ਮੈਂ 3 ਮਹੀਨਿਆਂ ਦੇ ਅੰਦਰ ਇਹ ਖਤਮ ਕਰ ਦਿਆਂਗਾ, ਲੇਕਿਨ ਹੁਣ ਸਰਕਾਰ ਉਹਨਾਂ ਦੀ ਜਾਣ ਵਾਲੀ ਵੀ ਹੋ ਗਈ ਹੈ, ਲੇਕਿਨ ਉਹਨਾਂ ਵੱਲੋਂ ਖਤਮ ਨਹੀਂ ਹੋਇਆ। ਚਿੱਟਾ ਸਿੱਧੂ ਜੀ ਨੇ ਵੀ ਉਹਨਾਂ ਦੀ ਕਾਫੀ ਖਿਚਾਈ ਕੀਤੀ, ਤੇ ਹੁਣ ਸਿੱਧੂ ਜੀ ਨੇ ਪ੍ਰਧਾਨ ਬਣਾਤਾ, ਤੇ ਹੁਣ ਸਿੱਧੂ ਜੀ ਵੀ ਚੁੱਪ ਹੋ ਗਏ ਨੇ ਕਿ ਕੁਰਸੀ ਮਿਲ ਗਈ ਹੈ ਤੇ ਠੀਕ ਹੈ ਜੀ, ਚਿੱਟਾ ਤੇ ਚੱਲਦੇ ਰਹਿਣਾ ਇਦਾਂ। ਤੇ ਬਾਕੀ ਇਹ ਨੌਕਰੀਆਂ ਦੀ ਗੱਲ, ਕੈਪਟਨ ਸਾਹਿਬ ਨੇ ਜਦੋਂ ਉਹਨਾਂ ਦੀ ਸਰਕਾਰ ਬਣਨ ਵਾਲੀ ਸੀ ਤੇ ਉਹਨਾਂ ਇੱਕ ਵਾਅਦਾ ਕੀਤਾ ਸੀ ਜਨਤਾ ਨਾਲ, ਕਾਫੀ ਲੋਕਾਂ ਨੇ ਇੱਥੇ ਵੀ ਨੌਜਵਾਨ ਹੋਣਗੇ ਜਿਨ੍ਹਾਂ ਫਾਰਮ ਭਰੇ ਸੀ ਕਿ ਘਰ ਘਰ ਕੈਪਟਨ,
ਘਰ ਘਰ ਨੌਕਰੀ ਦੇਵਾਂਗੇ। ਨੌਕਰੀ ਤਾਂ ਮਿਲੀ ਨਹੀਂ ਕਿਸੇ ਨੂੰ ਵੀ, ਜਨਤਾ ਅਜੇ ਤੱਕ ਵੀ ਦੇਖੇ ਕਰਦੀ ਹੈ। ਮੋਬਾਈਲ ਸਮਾਰਟਫੋਨ ਦਿੱਤੇ ਜਾਣਗੇ, ਮੈਨੂੰ ਨਹੀਂ ਲੱਗਦਾ ਕੋਈ ਇੱਕ ਵੀ ਬੰਦੇ ਨੂੰ ਸਮਾਰਟਫੋਨ ਮਿਲਿਆ ਹੋਏਗਾ। ਮਤਲਬ ਉਹ ਇੱਕ ਸਿਰਫ ਇੱਕ ਚੁਣਾਵੀ ਸਟੰਟ ਸੀ ਕਿ ਅਸੀਂ ਜਿੱਤਣਾ ਹੈ। ਮਾਫੀ ਚਾਹੁੰਦੇ ਆ ਸਰ। ਬਾਪੂ ਜੀ ਤੁਸੀਂ ਆਏ ਹੋ, ਕੀ ਸਵਾਲ ਹੈ ਤੁਹਾਡਾ? ਕੀ ਸਵਾਲ ਹੈ? ਮੇਰਾ ਸਵਾਲ ਇਹ ਹੈ ਬਈ ਕੰਮ ਕਰਾਉਣ ਵਾਸਤੇ ਤੁਸੀਂ ਇਕੱਠੇ ਹੋ ਜਾਓ, ਪਾਰਟੀਆਂ ਲੈ ਕੇ ਬਹਿ ਗਏ ਤੇ ਫਿਰ ਕੰਮ ਨਹੀਂ ਹੋਣਾ। ਉੱਥੇ ਦੇਖੋ ਉਹਦੇ ਵਿੱਚ ਕਾਨੂੰਨੀ ਉਹਨਾਂ ਪੰਜਾਬ ਨੂੰ ਖਾ ਲਿਆ ਤੇ ਸੈਂਟਰ ਨੂੰ ਵੀ ਖਾ ਲਿਆ। ਉਹਨਾਂ ਦੀ ਪਾਰਟੀ ਬਾਜੀ ਕੋਈ ਨਹੀਂ ਬਣੀ, ਉਹਨਾਂ ਇਕੱਠੇ ਹੋ ਕੇ ਸਵਾਦ ਨਾਲ ਖਾ ਲਿਆ। ਤੇ ਤੁਸੀਂ ਪਾਰਟੀਆਂ ਲੈ ਕੇ ਬਹਿ ਗਏ ਹੋ ਤੇ ਪਾਰਟੀਆਂ ਨਾਲ ਲਾਓ, ਤੁਸੀਂ ਆਪਣਾ ਤੇ ਕੰਮ ਦੇਖੋ, ਜਿਹੜਾ ਨਹੀਂ ਹੋਇਆ ਉਹ ਕਰਾਓ। ਜਿਹੜੇ ਹੋਏ ਕੰਮ ਉਹਨਾਂ ਨੂੰ ਛੱਡੋ, ਉਹਨਾਂ ਨੂੰ ਗਲੇ ਪਾ ਕੇ ਦਿਓ। ਬਾਕੀ ਤੁਸੀਂ ਮੇਰੇ ਨਾਲ ਛੱਡੋ, ਜਿਹੜੀਆਂ ਪਾਰਟੀਆਂ ਬਣਾਈਆਂ ਜੇ ਬਣ ਜਾਣਗੇ ਸਭ ਕੁਝ ਹੋ ਜਾਏਗਾ ਤੇ ਤੁਸੀਂ ਬਾਅਦ ਚ ਲਾ ਦਿਓ। ਠੀਕ ਹੈ, ਇਹ ਮਿਹਰਬਾਨੀ ਕਰੋ, ਪਾਰਟੀ ਛੱਡੋ। ਬਾਪੂ ਜੀ ਦਾ ਕਹਿਣਾ ਹੈ ਕਿ ਜੀ ਬਾਪੂ ਜੀ ਦਾ ਕਹਿਣਾ ਹੈ ਕਿ ਪਾਰਟੀਆਂ ਨੂੰ ਇੱਕ ਸਾਈਡ ਤੇ ਰੱਖਿਆ ਜਾਏ। ਪਾਰਟੀ ਹੈ, ਚਾਹੇ ਉਹ ਬੀਜੇਪੀ ਦੀ ਪਾਰਟੀ ਹੈ, ਚਾਹੇ ਉਹ ਕਾਲੀਆਂ ਦੀ ਪਾਰਟੀ ਹੈ, ਉਹਨੂੰ ਤੁਸੀਂ ਖਾਓਗੇ ਇਕੱਠੇ ਹੋ ਕੇ। ਬਿਲਕੁਲ ਇਹ ਕੰਮ ਨਾ ਕਰੋ ਤੇ ਬਾਪੂ ਨਹੀਂ ਕੰਮ ਹੋਇਆ ਕੰਮ ਕਰੋ। ਬਾਪੂ ਜੀ ਦਾ ਕਹਿਣਾ ਹੈ ਕਿ ਪਾਰਟੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ, ਪਰ ਜਿਹੜਾ ਵਿਕਾਸ ਹੈ ਉਹ ਤੇ ਕਰਵਾਣਾ ਹੀ ਕਰਵਾਣਾ ਨਾਲ, ਤੇ ਪਾਰਟੀਆਂ ਦੇ ਬਾਰੇ ਨਾ ਸੋਚਿਆ ਜਾਏ, ਵਿਕਾਸ ਦੇ ਬਾਰੇ ਜ਼ਿਆਦਾ ਧਿਆਨ ਦਿੱਤਾ ਜਾਏ। ਅਸੀਂ ਆਏ ਪਲਾਟਾਂ ਨੂੰ ਲੈ ਕੇ ਇੱਥੋਂ ਦਾ ਕੁੱਤਾ ਨਹੀਂ ਸੀ ਲੰਘਦਾ, ਕੁੱਤਾ ਵੀ ਫਸ ਜਾਂਦਾ ਸੀ ਗਾਰੇ 'ਚ। ਅਸੀਂ ਆਏ ਹਾਂ ਉੱਥੋਂ ਲੈ ਕੇ ਅਸੀਂ ਸਾਰੇ ਤੱਕ ਮਾਲ ਪਾਲਾ ਪੱਕਾ ਇੱਟਾਂ, ਜਿਹੜੇ ਲੋਕੀ ਮਕਾਨ ਤੋੜਦੇ ਸੀ, ਮੈਂ ਨਾਲ ਬਹਿ ਕੇ ਆਟੋ ਦੇ ਉਹਦੇ ਟਰੈਕਟਰ ਦੇ ਤੇ ਇੱਥੇ ਭੰਦਾ ਹੁੰਦਾ ਸੀ। ਤੇ ਜਿਹੜਾ ਇੱਧਰ ਪਾਇਆ ਸੀ ਹੁਣ ਲਿਆਂਦੀ ਇਹਨਾਂ JCB ਤੇ ਇੱਥੋਂ ਉਹ ਮਾਲ ਲਾ ਕੇ ਚੁੱਕ ਕੇ ਤੇ ਉੱਥੇ ਬਰਾਬਰ ਦਾ ਖੱਡਾ। ਹੁਣ ਜਿਹੜੇ ਗਦਰ ਬਣ ਇਹਨਾਂ ਕਿੰਨੇ ਪੈਸੇ ਖਰਚ ਕੇ ਅੱਗੋਂ ਗਦਰ ਬਿਲਕੁਲ ਖਾਲੀ ਕਰਾਇਆ ਤੇ ਤਾਂ ਜਾ ਕੇ ਪਾਣੀ ਨਿਕਲਿਆ। ਮੇਰੇ ਪਾਣੀ ਇੱਥੇ ਹੀ ਰਹੇਗਾ। ਹੁਣ ਵੀ ਗਦਰ ਜਿਹੜੇ ਇਹਨੂੰ ਨੀਵੇਂ ਪਿੱਛੋਂ ਉੱਤੇ ਅੱਗੋਂ ਵੀ ਉੱਤੇ ਇਹ ਨੀਵੇਂ ਇਹਨਾਂ ਕਰਾ ਕੇ ਘਰ ਹੋ ਜਾਣਾ ਤੇ ਫਸਣਾ ਅਸੀਂ ਇੱਥੇ। ਇਹ ਮਿਹਰਬਾਨੀ ਕਰੋ, ਸਾਰੇ ਇਕੱਠੇ ਹੋ ਕੇ ਕਰਾਓ, ਕੋਈ ਕਾਂਗਰਸ ਜੀ ਸਰ, ਇਹ ਸਵਾਲ ਜਿਹੜਾ ਬਾਬਾ ਜੀ ਨੇ ਕੀਤਾ ਬੜਾ ਜੈਨੂਇਨ ਜਿਹਾ ਸਵਾਲ ਆ। ਅਸੀਂ ਪਿੱਛੇ ਇੱਕ ਨਾ ਤੁਹਾਡੇ ਗਲੀ ਦੇ ਬਿਲਕੁਲ ਬਾਹਰ ਉੱਥੇ ਸੀਵਰੇਜ ਦੀ ਬਲੋਕੇਜ ਹੋਈ ਹੈ, ਉੱਥੇ ਵੀ ਬਜ਼ੁਰਗ ਖੜੇ ਸੀ, ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਜਿਹੜਾ ਸੀਵਰੇਜ ਪਾਇਆ ਗਿਆ ਹੈ ਉਹ ਲੈਵਲ ਉਹਦਾ ਸਹੀ ਨਹੀਂ ਹੈ। ਜੇ ਗਲੀ ਇਸ ਪਾਸੇ ਨੂੰ ਨੀਵੀਂ ਹੈ ਤੇ ਉਸ ਪਾਸੇ ਜਿਹੜਾ ਕਿ ਸੀਵਰੇਜ ਦਾ ਨਿਕਾਸ ਹੈ ਉੱਚੇ ਪਾਸੇ ਨੂੰ ਹੈ। ਇਹ ਕਿਉਂ ਜਿਹੜਾ ਕਿ ਕੰਮ ਜਿਹੜਾ ਭਾਜਪਾ ਦੇ ਸਮੇਂ ਦੇ ਵਿੱਚ ਸਹੀ ਨਹੀਂ ਸੀ ਹੋਇਆ ਤੇ ਹੁਣ ਜਿਹੜਾ ਕੰਮ ਹੋ ਰਿਹਾ ਹੁਣ ਵੀ ਤਰੀਕੇ ਦੇ ਨਾਲ ਨਹੀਂ ਹੋ ਰਿਹਾ। ਤੁਸੀਂ ਕਿੰਨੀ ਕੀ ਕੋਸ਼ਿਸ਼ ਕਰੋਗੇ ਕੰਮ ਨੂੰ ਸਹੀ ਕਰਵਾਉਣ ਦੀ? ਸਰ, ਜਿਹੜੀ ਤੁਸੀਂ ਗੱਲ ਕੀਤੀ ਹੈ ਸੀਵਰੇਜ ਦੀ, ਜਿਹੜਾ ਤੁਸੀਂ ਪਿੱਛੇ ਇਲਾਕਾ ਦੇਖਿਆ ਹੈ ਉੱਥੇ ਸੀਵਰੇਜ ਦੀ ਸਮੱਸਿਆ ਸੀ, ਉਹਨੇ ਹੀ ਉਹਦੀ ਕੰਪਲੇਂਟ ਕੀਤੀ ਹੋਈ ਸੀ, ਮੁਲਾਜ਼ਮ ਆਏ ਸੀ, ਉਹਨੂੰ ਕਰ ਗਏ ਨੇ, ਦੁਰਸਤ ਕਰ ਗਏ ਨੇ। ਬਾਕੀ ਜਿਹੜੀ ਬਾਪੂ ਜੀ ਨਾਲ ਗੱਲ ਕੀਤੀ ਹੈ, ਤੇ ਪਿਛਲਾ ਜਿੱਥੇ ਅਸੀਂ ਬੈਠੇ ਤੇ ਪਿਛਲਾ ਏਰੀਆ ਨਵਾਂ ਡਿਵੈਲਪ ਹੋਇਆ, ਉੱਥੇ ਕੋਈ ਇਲੈਕਸ਼ਨ ਤੋਂ ਪਹਿਲਾਂ ਮਤਲਬ ਜਿੱਦਾਂ ਅਫੜਾ ਤਫੜੀ ਸੀ, ਇੱਥੇ ਵੀ ਕੰਮ ਕਰਵਾ ਦਿਓ, ਇੱਥੇ ਵੀ ਕਰਵਾ ਦਿਓ, ਇੱਥੇ ਵੀ ਕਰਵਾ ਦਿਓ। ਉਸ ਅਫੜਾ ਤਫੜੀ 'ਚ ਇੱਥੇ ਕੰਮ ਹੋਇਆ ਤੇ ਠੇਕੇਦਾਰ ਨੇ ਸੀਵਰੇਜ ਪਾਇਆ, ਪਰ ਉਹ ਸੀਵਰੇਜ ਮੈਨੂੰ ਲੱਗਦਾ ਕਿ ਲੋਕਾਂ ਦੀ ਸੁਵਿਧਾ ਤੋਂ ਜ਼ਿਆਦਾ ਅਸੁਵਿਧਾ ਜ਼ਿਆਦਾ ਬਣ ਗਿਆ ਹੈ। ਉਹਦਾ ਕੀ ਹੋਇਆ ਕਿ ਉਹਨਾਂ ਨੇ ਕੋਈ ਪ੍ਰੋਪਰ ਉਹਦਾ ਲੈਵਲ ਦੇਖਿਆ ਨਹੀਂ ਤੇ ਸੀਵਰੇਜ ਪਾਤਾ। ਉਹ ਸੀਵਰੇਜ ਜਿਹੜਾ ਹੈ ਅੱਗੇ ਜਾਣ ਦੀ ਬਜਾਏ ਉੱਥੇ ਹੀ ਵਗੀ ਜਾ ਰਿਹਾ ਹੈ। ਇਹਦਾ ਜਵਾਬ ਤਾਂ ਹੁਣ ਉਹ ਠੇਕੇਦਾਰ ਦੇ ਸਕਦਾ ਹੈ ਜਾਂ ਜਿਹੜਾ ਕਰਵਾਉਣ ਵਾਲੇ ਹੀ ਉਹ ਦੇ ਸਕਦੇ ਨੇ ਵੀ ਉਹਦੇ 'ਚ ਕੀ ਹੈ। ਹਾਂ, ਅਸੀਂ ਇਹ ਮੁੱਦਾ ਚੁੱਕਿਆ ਸੀਵਰੇਜ ਬੋਰਡ ਕੋਲ, ਮੈਂ ਮੁੱਦਾ ਚੁੱਕਿਆ JE ਸਾਹਿਬ ਕੋਲ, ਉਹਨਾਂ ਨੇ ਸਫਾਈ ਕਰਵਾਈ, ਰਾਤ ਨੂੰ ਆਪਾਂ ਸਫਾਈ ਕਰਵਾਈ, ਪ੍ਰਾਈਵੇਟ ਬੰਦੇ ਲਗਵਾਏ, ਥੋੜਾ ਬਹੁਤ ਚੱਲਿਆ, ਲੇਕਿਨ ਫਿਰ ਮਤਲਬ ਉਹਦੇ ਟੈਕਨੀਕਲ ਫਾਲਟ ਹੈ, ਉਹ ਫਾਲਟ ਰਹਿਣਾ ਹੀ ਰਹਿਣਾ। ਜਿੱਲੇ ਥੋੜਾ ਜਿਹਾ ਅੱਗੇ ਕਿਤੇ ਮਾੜਾ ਜਿਹਾ ਡੱਕਾ ਲੱਗੇਗਾ ਤੇ ਉਹ ਮਤਲਬ ਇੱਥੇ ਹੀ ਵਗਦਾ ਰਹਿਣਾ ਹੈ। ਇਹ ਤਾਂ ਹੁਣ ਠੇਕੇਦਾਰ ਨੂੰ ਜਿਹਨੇ ਪੇਮੈਂਟ ਕਰਨੀ ਹੈ, ਸਾਡੇ ਜਿਹੜੇ ਨੁਮਾਇੰਦੇ ਬੈਠੇ ਦੇ ਨੇ, ਉਹ ਇਸ ਚੀਜ਼ ਦਾ ਨੋਟਿਸ ਕਰਨ, ਦੇਖਣ। ਅਸੀਂ ਵੀ ਪਹੁੰਚਾਵਾਂਗੇ ਗੱਲ ਮੇਅਰ ਸਾਹਿਬ ਤੱਕ ਵੀ ਇਹ ਜਿਹੜਾ ਪਾਇਆ ਇਹਨਾਂ ਦੇ ਪੈਸੇ ਰੋਕੋ, ਕਿ ਇਹਨਾਂ ਨੇ ਕਿਸ ਤਰ੍ਹਾਂ ਸੀਵਰੇਜ ਪਾਇਆ, ਕਿਹਾ ਇਹਨਾਂ ਨੇ ਲੈਵਲ ਚੈੱਕ ਕੀਤਾ ਕਿ ਨਹੀਂ ਕੀਤਾ, ਤੇ ਮੇਅਰ ਸਾਹਿਬ ਅੱਗੇ ਦੇਖਣ ਵੀ ਪੈਸੇ ਦੇਣੇ ਆ ਜਾਂ ਇਹਨਾਂ ਦੀ ਪੇਮੈਂਟ ਰੋਕਣੀ। ਜਿੱਲੇ ਤੱਕ ਦੋਸ਼ ਨਹੀਂ ਹੁੰਦਾ ਉਦੋਂ ਤੱਕ ਉਹਦੀ ਪੇਮੈਂਟ ਰੋਕਣ ਉਹਨਾਂ ਦੀ।
ਸਾਡੇ ਨਾਲ ਇੱਥੇ ਵਾਰਡ ਵਾਸੀ ਜੁੜੇ ਨੇ, ਇਹਨਾਂ ਦਾ ਸਵਾਲ ਹੈ ਜੀ ਸਰ। ਜੀ ਸ਼ਮਸ਼ੇਰ ਸਿੰਘ ਬੋਲ ਰਿਹਾ ਜੀ। ਗੱਲ ਇਸ ਤਰ੍ਹਾਂ ਹੈ ਕਿ ਪਿਛਲੇ ਕੋਈ 6 ਮਹੀਨਿਆਂ ਤੋਂ ਸਾਡੇ ਪਾਣੀ ਇਸ ਤਰ੍ਹਾਂ ਦਾ ਆ ਰਿਹਾ ਕਿ ਉਹਨੂੰ ਨਹਾਉਣਾ ਤੇ ਦੂਰ ਹੈ, ਪੀਣਾ ਦੂਰ ਹੈ, ਨਹਾ ਵੀ ਨਹੀਂ ਸਕਦੇ ਤੁਸੀਂ। ਇੰਨਾ ਬਦਬੂ ਵਾਲਾ ਪਾਣੀ ਹੈ, ਬਹੁਤ ਮੰਦੀ ਹਾਲਤ ਹੈ। ਇਹ ਮੈਂ ਗੱਲ ਸਾਰੇ ਧੀਰਜ ਉਹਨਾਂ ਦੇ ਕੰਨਾਂ 'ਚ ਮੇਰੇ ਖਿਆਲ ਪਿਛਲੇ ਸਾਲ ਤੋਂ 1.5 ਸਾਲ ਤੋਂ ਉਹਨਾਂ ਦੇ ਗੱਲ ਪਾ ਰਹੇ ਹਾਂ। ਪਿੱਛੇ ਜਦੋਂ ਇਹਨਾਂ ਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਆਏ ਸੀਗੇ ਤੇ ਇਹਨਾਂ ਨੇ ਕਿਹਾ ਜੀ ਤੁਹਾਡੇ ਇੱਥੇ ਮੀਟਿੰਗ ਕਰਵਾਉਂਦੇ ਆ। ਮੈਂ ਵਿੱਚ ਸਾਹਿਬ ਜੀ 2 ਵਾਰੀ ਸਾਡੇ ਇੱਥੇ ਮੀਟਿੰਗ ਕਰਕੇ ਗਏ ਔਰ ਵਾਅਦਾ ਕੀਤਾ ਗਿਆ ਵੀ ਤੁਹਾਡਾ ਇਹ ਹੱਲ ਹੋ ਜਾਏਗਾ। ਪੈਪਾਂ ਉਸੇ ਟਾਈਮ ਛੁਡਾ ਦਿੱਤੀਆਂ ਗਈਆਂ। ਪੈਪਾਂ ਅੱਜ ਵੀ ਉੱਥੇ ਪਈਆਂ ਹੋਈਆਂ ਨੇ ਪਰ ਉਹ ਦੁਬਾਰਾ ਪਈਆਂ ਨਹੀਂ। ਪਾਣੀ ਉਸੇ ਹਾਲਾਤ ਹੈ। ਫਿਰ ਉਸ ਤੋਂ ਬਾਅਦ ਅਸੀਂ ਬਣ ਗਏ ਇੱਥੇ ਦੇ ਬੀਜੇਪੀ ਦੇ ਪਾਰਸ਼ਦ ਬਣ ਗਏ। ਅਸੀਂ ਉਹਨਾਂ ਕੋਲ ਗਏ, ਉਹਨਾਂ ਕੋਲ ਇਹ ਕਹਿੰਦੇ ਅਸੀਂ ਕਰਵਾ ਦਿੰਦੇ ਹਾਂ। ਫਿਰ ਇੱਥੇ ਭਾਟੀਆ ਸਾਹਿਬ ਆਏ, ਇੱਥੇ ਬੈਠੇ ਸੀਗੇ ਜਿੱਥੇ ਅੱਜ ਤੁਹਾਡੀ ਚੱਲ ਰਹੀ ਹੈ। ਮੈਂ ਭਾਟੀਆ ਸਾਹਿਬ ਨੂੰ ਖੁਦ ਆ ਕੇ ਪਰਸ ਨਹੀਂ ਮਿਲਿਆ। ਉਹਨਾਂ ਨੇ ਆਪਣੇ 9 ਨੁਮਾਇੰਦੇ ਭੇਜੇ ਕਿ ਜਾਓ ਉਹਨਾਂ ਦੇ ਵਾਰਡ ਜਾ ਕੇ ਗਲੀ ਦਾ ਨਿਰੀਖਣ ਕਰਕੇ ਆਓ। ਉੱਥੇ ਨਿਰੀਖਣ ਕੀਤਾ ਗਿਆ। ਉੱਥੇ ਜਾ ਕੇ ਉਹਨੇ ਕਹਿੰਦਾ ਠੀਕ ਹੈ ਗਲੀ ਬੰਦ ਹੈ ਟੋਟਲ। ਉਸ ਤੋਂ ਬਾਅਦ ਇਹ ਹਾਲਾਤ ਹੋ ਗਏ ਤੇ ਸੀਵਰੇਜ ਵੀ ਬੰਦ ਹੋ ਗਿਆ। 7 ਦਿਨ ਵਾਸਤੇ ਫਰੀਵਰ ਬਿਲਕੁਲ ਬਲੌਕ ਹੈ, ਉਹ ਚੱਲਿਆ ਹੀ ਨਹੀਂ। ਫਿਰ ਉਹਨੇ ਭੇਜੇ ਬੰਦੇ ਤੋਂ ਭੇਜੇ। ਜਦੋਂ ਉੱਥੇ ਬੰਦੇ ਪਹੁੰਚੇ ਮੈਂ ਵਾਪਸ ਪਾਣੀ ਲੈ ਕੇ ਭਰ ਕੇ ਆਇਆ ਤੇ ਭਾਟੀਆ ਸਾਹਿਬ ਤੋਂ ਜਾ ਚੁੱਕੇ ਸੀਗੇ। ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੇ ਧੀਰਜ ਸਾਹਿਬ ਨੇ ਗੱਲ ਦੱਸੀ ਵੀ ਇੱਦਾਂ ਦੀ ਗੱਲ ਪਰੇਸ਼ਾਨੀ ਆਈ ਹੈ। ਕਾਂਗਰਸ ਦਾ ਨੁਮਾਇੰਦਾ ਵੀ ਉੱਥੇ ਆਇਆ, ਬੰਦੇ ਲੈ ਕੇ ਆਇਆ ਸਫਾਈ ਵਾਲੇ ਨੇ ਸਿੱਧਾ ਕਹਿਤਾ ਜੀ ਇਹ ਹੱਲ ਨਹੀਂ ਹੋਣਾ ਜੀ, ਸਾਡੇ ਕੋਲ ਮਸ਼ੀਨ ਨਹੀਂ ਹੈ, ਇੱਥੇ ਟੋਆ ਮਾਰਨਾ ਪੈਣਾ ਹੈ, ਰਿਸੀਵਰ ਬਲਾਕੇਜ ਹੋ ਗਿਆ। ਕੋਈ ਸੁਣਵਾਈ ਨਹੀਂ। ਪਾਣੀ ਪੀਣ ਨੂੰ ਮਜਬੂਰ ਕਰਦਾ। ਪੂਰਾ ਮਹੱਲਾ ਕਿਸ ਤਰ੍ਹਾਂ ਪਾਣੀ ਪੀਂਦਾ ਜੀ? ਸਾਰੇ ਇਕੱਠੀ ਮੋਟਰ ਚਲਾਉਂਦੇ ਆ। 5-7 ਮਿੰਟ ਮੋਟਰ ਕੋਲ ਅੱਧਾ ਘੰਟਾ ਮੋਟਰ ਚੱਲਦੀ ਆ। ਫਿਰ ਉਹ ਪੈਪਾਂ ਸਾਫ਼ ਹੁੰਦੀਆਂ ਨੇ। ਫਿਰ ਉਸ ਤੋਂ ਬਾਅਦ ਟੈਂਕੀਆਂ ਆਪਣੀਆਂ ਭਰੀਆਂ ਜਾਂਦੀਆਂ। ਜੇ ਕਿਸੇ ਨੂੰ ਐਮਰਜੈਂਸੀ ਲੋੜ ਪੈ ਜਾਏ ਤਾਂ ਅਸੀਂ ਮੋਟਰ ਨਹੀਂ ਚਲਾ ਸਕਦੇ, ਬਿਲਕੁਲ ਪਾਣੀ ਗੰਦਾ ਆਏਗਾ। ਇਹ ਬਾਰ-ਬਾਰ ਕਿਹਾ ਜਾ ਰਿਹਾ ਕਿ 6 ਮਹੀਨੇ ਪਹਿਲਾਂ ਪ੍ਰੋਬਲਮ ਨਹੀਂ ਸੀਗੀ, 6 ਮਹੀਨੇ ਤੋਂ ਬਾਅਦ ਪ੍ਰੋਬਲਮ ਸ਼ੁਰੂ ਹੋਈ ਜਾ। ਉਸ ਤੋਂ ਬਾਅਦ ਇਹਨਾਂ ਨੂੰ ਵੀ ਕਿਹਾ, ਧੀਰਜ ਨੂੰ ਵੀ ਕਿਹਾ, ਨਰੇਸ਼ ਜੀ ਨੂੰ ਵੀ ਕਿਹਾ। ਨਰੇਸ਼ ਜੀ ਨੂੰ ਕਿਹਾ ਬੰਦੇ ਭੇਜੇ, ਇਹਨਾਂ ਨੂੰ ਤਾਂ ਕਿਹਾ ਕਹਿੰਦੇ ਸਾਡੇ ਬੰਦੇ ਆ ਨਹੀਂ ਰਹੇ। ਜੇ ਆਏ 1 ਹਫ਼ਤਾ ਦੇ ਬੰਦਿਆਂ ਨੇ ਤੇ ਟੱਚ ਨਹੀਂ ਕੀਤਾ। 1 ਹਫ਼ਤੇ ਬਾਅਦ ਬੰਦੇ ਆਏ। ਉਸ ਤੋਂ ਬਾਅਦ ਉਹਨਾਂ ਕਿਸੇ ਪੈਸੇ ਮੰਗੇ। ਕਾਂਗਰਸ ਦਾ ਨੁਮਾਇੰਦਾ ਉੱਥੇ ਆਇਆ ਸੋਨੂੰ, ਜਿਹੜਾ ਇਸ ਟਾਈਮ ਤੇ ਮੈਂ ਕਿਹਾ ਹਾਰ ਚੁੱਕਿਆ। ਇਹਨਾਂ ਨੇ ਪਹਿਲਾਂ ਜਿਹੜਾ ਬੰਦਾ ਖਛੜਾ ਕੀਤਾ ਸੀਗਾ ਜਿਹੜਾ ਇੱਥੇ ਨਹੀਂ ਪਹੁੰਚਿਆ ਅਕਾਲੀਆਂ ਦਾ, ਉਹ ਪਹਿਲਾਂ ਇਹਨਾਂ ਨੇ ਕਾਂਗਰਸ ਵਾਸਤੇ ਚੁਣਿਆ ਸੀਗਾ। ਉਹਨੂੰ ਸੀਟ ਨਹੀਂ ਦਿੱਤੀ ਗਈ, ਉਹ ਚਲੇ ਗਿਆ ਜੀ ਅਕਾਲੀਆਂ 'ਚ। ਉਹ 'ਚ ਜਨਤਾ ਦਾ ਕੀ ਕਸੂਰ? ਜਨਤਾ ਨੇ ਤਾਂ ਵੋਟ ਪਾਈ ਹੈ ਨਾ। ਉਹ ਕਾਂਗਰਸ ਉਹਦੇ 'ਚ ਉਹ ਨਹੀਂ ਗਿਆ। ਉਹ ਆਪਣੀ ਰੰਜਿਸ਼ ਵਾਸਤੇ ਉਹਨਾਂ ਦੀ ਤੁਹਾਡੀ ਗਲੀ ਦਾ ਬੰਦਾ ਉਹਨੇ ਅਕਾਲੀਆਂ 'ਚ ਚਲ ਗਿਆ। ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ। ਉਹਨੇ ਆਪਣਾ ਬੰਦਾ ਭੇਜਿਆ ਉੱਥੇ ਲੈਣ ਵਾਸਤੇ। ਉਹ ਕਹਿੰਦੇ ਜੀ ਪੈਸੇ ਲੱਗਣੇ ਆ। ਜੇ ਜੀ ਕਾਂਗਰਸ ਦਾ ਜਿਹੜਾ ਸੀ ਉਹ ਵੀ ਫਰਾਰ। ਫਿਰ ਹਾਰ ਕੇ ਅਸੀਂ ਰੋਣਾ ਕਿੱਥੇ ਰੋਣਾ ਆਣਗੇ ਮੇਨ ਐਮਸੀ ਅੱਗੇ। ਅਸੀਂ ਆ ਕੇ ਉਹਨਾਂ ਨੂੰ ਕਿਹਾ ਵੀ ਭਾਜੀ ਇਦਾਂ ਦੱਸੋ ਵੀ ਅਸੀਂ ਆਪਣੇ ਪੈਸੇ ਪਾ ਲਈਏ। ਫਿਰ ਉਹਨਾਂ ਨੇ ਉੱਥੇ ਬੰਦੇ ਭੇਜੇ। ਬੰਦਿਆਂ ਨੇ ਸਾਫ਼ ਕਿਹਾ ਵੀ ਅਸੀਂ ਪੈਸੇ ਲੈਣੇ ਆ। ਫਿਰ ਉੱਥੇ ਵੜ ਕੇ ਇਹਨਾਂ ਨੇ ਬੰਦੇ ਕਹਿੰਦੇ ਵੀ ਕਰੋਨਾ ਕਰਕੇ ਬੰਦਿਆਂ ਨੂੰ ਵਿੱਚ ਵੜਨ ਦਾ ਆਰਡਰ ਨਹੀਂ ਹੈ, ਪਰ ਉਹ ਸਾਫ਼ ਹੋ ਹੀ ਨਹੀਂ ਸਕਦਾ। ਫਿਰ ਬੰਦੇ ਵਿੱਚ ਵਾੜੇ ਗਏ। ਵਿੱਚ ਵਾੜ ਕੇ ਸਾਰੀ ਉਹਨਾਂ ਨੂੰ ਲਾਈਨ ਜਿਹੜੀ ਸੀਗੀ ਉਹ ਚਲਾਈ ਲਾਈਨ। 2500 ਰੁਪਇਆ ਨਰੇਸ਼ ਨੇ ਦਿੱਤਾ ਤੇ 50,000 ਦੇ ਪਰ ਪ੍ਰਤੀ ਅਸੀਂ ਦਿੱਤੇ ਜੀ। ਹੁਣ ਇੰਨਾ ਦਾ ਇਹ ਹੱਲ ਕੀ ਹੋਇਆ ਕਿ ਪਰਮਾਨੈਂਟ ਹੱਲ ਨਹੀਂ ਹੈ। ਹੁਣ ਸੀਵਰੇਜ ਜਿਹੜੇ ਉਹ ਖਾਲੀ ਹੋ ਗਏ। ਜਿੰਨਾ ਚਿਰ ਸੀਵਰੇਜ ਖਾਲੀ ਰਹਿਣਗੇ ਉਹਨਾਂ ਚਿਰ ਪਾਣੀ ਠੀਕ ਹੈ। ਜਦੋਂ ਸੀਵਰੇਜ ਮਾੜੇ ਜਿਹੇ ਵੀ ਭਰਦੇ ਆ ਉਹ ਥੱਲੋਂ ਪੈਪ ਹੈ ਜਾਣਾ, ਉਹ ਸਿਰ ਬਲੋਕੇਜ ਹੋ ਚੁੱਕੀ ਹੈ। ਉਹ ਬਲੋਕੇਜ ਹੋਣ ਕਰਕੇ ਜਦੋਂ ਵੀ ਸੀਵਰ ਭਰ ਜਾਂਦੇ ਆ ਪਾਣੀ ਮਿਕਸ ਹੋ ਜਾਂਦਾ। ਇੱਕ ਪਰਮਾਨੈਂਟ ਹੱਲ ਨਹੀਂ ਹੈ। ਪੈਪਾਂ ਵਾਸਤੇ ਮੇਰੇ ਖਿਆਲ ਨਾਲ ਧੀਰਜ ਸਾਹਿਬ ਤੁਸੀਂ ਪੁੱਛ ਸਕਦੇ ਹੋ ਕਿ ਕਿੰਨੀ ਕੁ ਵਾਰੀ ਮੈਂ ਗੁਜ਼ਾਰਿਸ਼ ਕਰ ਚੁੱਕਿਆ ਤੇ ਕਿੰਨੀ ਕੁ ਵਾਰੀ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰ ਸਾਰਿਆਂ ਨੂੰ ਕਰ ਚੁੱਕਿਆ। ਤੁਸੀਂ ਸਵਾਲ ਦਾ ਜਵਾਬ ਦਿਓ ਜੀ ਧੀਰਜ ਜੀ, ਇਹ ਜਿਹੜੀ ਸਮੱਸਿਆ ਹੈ ਕਿ ਸੀਵਰੇਜ ਦੇ ਵਿੱਚ ਜਿਹੜੀਆਂ ਕਿ ਪੀਣ ਵਾਲੀਆਂ ਜਿਹੜਾ ਪਾਈਪਾਂ ਨੇ, ਪੀਣ ਵਾਲੇ ਪਾਣੀ ਦੀਆਂ ਪਾਈਪਾਂ ਉਹ ਮਿਕਸ ਹੋ ਕੇ ਆਉਂਦੀਆਂ ਨੇ। ਜਦੋਂ ਸੀਵਰੇਜ ਭਰਦੇ ਨੇ ਓਵਰਫਲੋ ਹੁੰਦੇ ਨੇ, ਉਹ ਗੰਦਾ ਪਾਣੀ ਸੀਵਰੇਜ ਦਾ ਤੁਸੀਂ ਸੋਚ ਸਕਦੇ ਹੋ ਕਿੰਨੀ ਗੰਦਗੀ ਹੈ। ਅਸੀਂ ਆਪ ਲੋਕਾਂ ਦੇ ਘਰ ਜਾ ਕੇ ਦੇਖਿਆ ਹੈ ਕਿ ਗੰਦਾ ਪਾਣੀ ਲੋਕਾਂ ਦਾ ਪੀਣ ਵਾਲਾ ਪਾਣੀ ਆ ਰਿਹਾ। ਕੱਪੜੇ ਧੋਣਾ ਤੇ ਦੂਰ, ਲੋਕੀ ਉਸ ਪਾਣੀ ਨਾਲ ਨਹਾ ਵੀ ਨਹੀਂ ਸਕਦੇ, ਘਰ ਦੀ ਸਫਾਈ ਵੀ ਨਹੀਂ ਕਰ ਸਕਦੇ। ਹਜੇ ਤੱਕ ਉਹ ਸਮੱਸਿਆ ਬਣੀ ਪਈ ਹੈ। 6 ਮਹੀਨੇ ਹੋ ਗਿਆ ਪੈਪਾਂ ਸਿੱਟੀਆਂ ਗਈਆਂ, ਕਿਉਂ ਹੱਲ ਨਹੀਂ ਹੋਇਆ ਪ੍ਰੋਪਰ ਅਜੇ ਤੱਕ? ਮੈਂ ਪਹਿਲਾਂ ਤਾਂ ਤੁਹਾਨੂੰ ਇਹ ਕਲੀਅਰ ਕਰਦਾ, ਜਿਹੜੀਆਂ ਪਾਈਪਾਂ ਸੁੱਟੀਆਂ ਗਈਆਂ ਸੀ ਨਾ ਉਹ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਤੋਂ ਪਹਿਲਾਂ ਆਈਆਂ ਸੀਗੀਆਂ। ਉਸ ਦੌਰਾਨ ਕੀ ਹੋਇਆ ਕਿ ਇਲੈਕਸ਼ਨ ਆ ਗਏ। ਇਲੈਕਸ਼ਨਾਂ ਤੋਂ ਬਾਅਦ ਕਦੀ ਕੋਡ ਲੱਗ ਜਾ, ਕਦੀ ਲੋਕਡਾਊਨ ਸ਼ੁਰੂ ਹੋ ਜਾਂਦਾ ਸੀਗਾ, ਕਦੀ ਕੁਝ ਸ਼ੁਰੂ ਹੋ ਜਾਂਦਾ ਹੈ, ਕਦੀ ਉਸ ਤੋਂ ਬਾਅਦ ਇੱਕ ਜਿਨ੍ਹਾਂ ਦੀ ਇੱਕ ਡਿਊਟੀ ਬਣਦੀ ਹੈ ਉਹ ਕਾਉਂਸਲਰ ਦੀ ਹੈ, ਜਿਹੜੇ ਇਸ ਵਾਰਡ ਦੇ ਨੁਮਾਇੰਦੇ ਆ, ਉਹ ਆਏ ਬੀਜੇਪੀ ਦੇ ਨਰੇਸ਼ ਜੀ। ਫਿਰ ਉਸ ਤੋਂ ਬਾਅਦ ਉਹਨਾਂ ਦੀ ਡਿਊਟੀ ਬਣਦੀ ਹੈ। ਅਸੀਂ ਤੇ ਐਜ ਇੱਕ ਸੋਸ਼ਲ ਵਰਕਰ, ਇੱਕ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਤੇ ਜਿੰਨਾ ਵਰਕ ਕਰ ਸਕਦੇ ਸੀ ਆਪਣੇ ਲੋਕਾਂ ਦੇ ਲਈ, ਜਿੰਨੀ ਦੇਰ ਉਹਨਾਂ ਦੇ ਵਿੱਚ ਭੱਜ ਸਕਦੇ ਸੀਗੇ ਅਸੀਂ ਕੀਤਾ ਆ ਔਰ ਅੱਗੇ ਵੀ ਕਰਦੇ ਹਾਂ। ਔਰ ਕਈ ਵਾਰੀ ਅਸੀਂ ਵੀ ਇਹ ਚੀਜ਼ ਦੇਖਦੇ ਹਾਂ ਕਿ ਜਿਹੜੇ ਨੁਮਾਇੰਦੇ ਚੁਣ ਕੇ ਆਏ ਨੇ, ਜਿਨ੍ਹਾਂ ਦੀ ਰਿਸਪੌਂਸਿਬਿਲਟੀ ਹੈ, ਉਹਨਾਂ ਕੋਲ ਲੋਕ ਜਾਣ। ਪਹਿਲ ਤੇ ਉਹਨਾਂ ਨੂੰ ਦੋ ਨਾ ਜਾ ਕੇ ਜਿਨ੍ਹਾਂ ਨੂੰ ਵੋਟਾਂ ਪਾਈਆਂ, ਜਿਹੜੇ ਨੁਮਾਇੰਦੇ ਨੇ ਉਹ ਸਾਰਿਆਂ ਦੇ ਆ। ਜਦੋਂ ਜਿੱਤ ਕੇ ਆ ਗਿਆ ਉਹ ਫਿਰ ਉਹ ਸਾਰਿਆਂ ਦਾ ਹੈ, ਨਾ ਉਹ ਕਾਂਗਰਸ ਪਾਰਟੀ, ਨਾ ਉਹ ਬੀਜੇਪੀ ਪਾਰਟੀ, ਨਾ ਕਿਸੇ ਦਾ। ਉਹ ਸਾਰਿਆਂ ਦਾ ਸਾਂਝਾ ਇਕੁਅਲ ਹੈ।
ਸਭ ਤੋਂ ਪਹਿਲਾਂ ਉਹਨਾਂ ਦੇ ਸਾਡੇ ਮਹੱਲੇ ਦੀ ਵੀ ਔਰ ਈਵਨ ਦੈਨ ਕਿ ਮੇਰੀ ਵੀ। ਅਗਰ ਕੋਈ ਮਹੱਲੇ ਦੀ ਸਮੱਸਿਆ ਹੋਊਗੀ ਮੈਂ ਵੀ ਆਪਣੇ ਪਹਿਲਾਂ ਉਹਨੂੰ ਜਾ ਕੇ ਕਿਹਨੂੰ ਕਹਾਂਗਾ, ਆਪਣੇ ਕਾਉਂਸਲਰ ਨੂੰ ਕਹਾਂਗਾ ਜੀ, ਆਪਣੇ ਜਿਹੜਾ ਨੁਮਾਇੰਦਾ ਉਹਨੂੰ ਕਹਾਂਗਾ ਭਾਜੀ ਮੇਰੀ ਇਹ ਸਮੱਸਿਆ। ਉਹ ਪਾਈਪਾਂ ਪਈਆਂ, ਪਾਈਪਾਂ ਉੱਥੇ ਸਟਾਈਆਂ ਨੇ। ਇਹ ਨਰੇਸ਼ ਜੀ ਨੂੰ ਪੁੱਛੋ ਕਿ ਤੁਸੀਂ ਇੱਕ ਵਾਰੀ ਵੀ ਉਹ ਪਾਈਪਾਂ ਦੇ ਸੰਬੰਧ ਦੇ ਵਿੱਚ, ਤੁਹਾਡੇ ਪਾਈਪਾਂ ਦੇ ਗੰਦੇ ਪਾਣੀ ਦੇ ਸੰਬੰਧ ਦੇ ਵਿੱਚ ਮੇਅਰ ਸਾਹਿਬ ਤੱਕ ਇਹਨਾਂ ਨੇ ਗੱਲ ਪਹੁੰਚਾਈ ਹੈ? ਪੁੱਛੋ। ਜੀ ਨਰੇਸ਼ ਜੀ ਤੁਸੀਂ ਇਸ ਗੱਲ ਦਾ ਜਵਾਬ ਦਿਓ। ਪਲੱਸ ਪਾਈਪਾਂ ਪਈਆਂ ਨੇ, ਸਾਡੇ ਟਾਈਮ ਤੇ ਪਾਈਪਾਂ ਵੀ ਆ ਗਈਆਂ, ਅਸੀਂ ਪਵਾ ਵੀ ਦੇਣੀਆਂ ਸੀਗੀਆਂ। ਇਲੈਕਸ਼ਨ ਨਾ ਆਉਂਦੇ, ਇਲੈਕਸ਼ਨਾਂ ਕਰਕੇ ਰੁਕ ਗਿਆ, ਉਸ ਤੋਂ ਬਾਅਦ ਫਿਰ ਕੰਮ ਚੱਲ ਪਏ ਨੇ। ਅਸੀਂ ਪਾਈਪ ਦਾ ਤੁਹਾਨੂੰ ਕਮਿਟ ਕੀਤਾ ਕਿ ਐਮਐਲਏ ਸਾਹਿਬ ਨੇ ਤੇ ਔਰ ਮੇਅਰ ਸਾਹਿਬ ਨੇ ਮੈਨੂੰ ਪਤਾ ਕੀ ਕਿਹਾ ਸੀਗਾ ਕਿ ਉਹ 6 ਇੰਚੀ ਪਾਈਪ ਨਾ ਪਾਓ। ਸੁਣ ਲਓ ਗੱਲ, ਇੱਕ ਮਿੰਟ ਮੇਰੀ ਗੱਲ ਸੁਣਿਓ। ਹਾਂ ਸਾਰੇ ਨੂੰ ਚਾਹੀਦੀਆਂ, ਗੱਲ ਉਹ ਨਹੀਂ ਹੈ ਸ਼ਮਸ਼ੇਰ ਜੀ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਮੇਰੀ ਗੱਲ ਪੂਰੀ, ਮੇਰੀ ਗੱਲ ਸੁਣਿਓ ਪਹਿਲਾਂ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਜੇ ਉਸ ਤੋਂ ਬਾਅਦ ਇੱਕ ਜਿਹੜਾ ਬੰਦਾ, ਜਿਹੜਾ ਨੁਮਾਇੰਦਾ ਚੁਣਿਆ ਜਾਂਦਾ, ਉਹਦੀ ਡਿਊਟੀ ਜ਼ਿਆਦਾ ਬਣਦੀ ਹੈ, ਉਹਦੀ ਰਿਸਪੌਂਸਿਬਿਲਟੀ ਜ਼ਿਆਦਾ ਬਣਦੀ ਹੈ, ਨਾ ਕਿ ਮੇਰੀ ਬਣਦੀ ਹੈ। ਸੁਣੋ ਇਸ ਗੱਲ ਨੂੰ। ਤੇ ਔਰ ਸੈਕਿੰਡ, ਫਿਰ ਵੀ ਤੁਸੀਂ, ਮੈਂ ਇੱਕ ਸੋਸ਼ਲ ਵਰਕਰ, ਤੁਹਾਡਾ ਇੱਕ ਭਰਾ ਹੋਣ ਦੇ ਨਾਤੇ ਜਾਂ ਇੱਕ ਮਹੱਲੇ ਦਾ ਨੁਮਾਇੰਦਾ ਹੋਣ ਦੇ ਨਾਤੇ ਜਾਂ ਪਾਰਟੀ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ, ਮੈਂ ਫਿਰ ਵੀ ਜਿੰਨਾ ਮੇਰੇ ਕੋਲ ਐਫਰਟ ਹੁੰਦਾ, ਜਿਹੜਾ ਬੰਦਾ ਸਾਡੇ ਤੱਕ ਅਪਰੋਚ ਕਰਦਾ, ਜੋ ਮਿਲਦੇ ਆ, ਜਿਹੜੇ ਕੰਮ ਕਹਿੰਦੇ ਆ, ਪੁੱਛ ਕੇ ਵੇਖ ਸਕਦੇ ਹੋ ਕੰਮ ਹੁੰਦੇ ਆ ਕਿ ਨਹੀਂ ਹੁੰਦੇ, ਜਾਂ ਉਹਨਾਂ ਦੇ ਕੰਮ ਹੋਏ ਆ ਕਿ ਨਹੀਂ ਹੋਏ। ਜਿਨ੍ਹਾਂ ਨੇ ਵੀ ਅੱਜ ਜਾ ਕੇ ਸਾਡੇ ਨਾਲ ਜਾ ਕੇ ਮੇਅਰ ਸਾਹਿਬ ਨੂੰ ਅਪਰੋਚ ਕੀਤਾ ਜਾਂ ਐਮਐਲਏ ਸਾਹਿਬ ਨੂੰ ਅਪਰੋਚ ਕੀਤਾ, ਕੰਮ ਉਹ ਸਾਰਿਆਂ ਦੇ ਹੋਏ ਆ। ਔਰ ਤੁਹਾਡੀ ਗਲੀ ਦੇ ਵਾਸਤੇ ਮੈਂ ਸਪੈਸ਼ਲੀ ਦੱਸਣ ਲੱਗਾ, 2 ਇੰਚ ਦੀ ਨਾ, ਮੈਂ ਕਿਹੜੀ ਹੈ ਯਾਰ, 2.5 ਇੰਚ ਹੈ ਕਿ ਪਾਈਪ ਜਿਹੜੀ ਹੈ ਸੁੰਦਰ ਨਗਰ ਜਿਸ ਤਰ੍ਹਾਂ ਬਿਕਰਮ ਭਾਈ ਦੇ ਵਾਰਡ 'ਚ ਪਈ ਹੈ, ਸੇਮ ਐਮਐਲਏ ਸਾਹਿਬ ਨੇ ਕਿਹਾ ਹੈਗਾ ਕਿ 2 ਇੰਚ ਦੀ ਪਾਈਪ ਨਾ ਯਾਰ ਓਪਨ ਪਾ ਦਿਓ ਦੋਨੋਂ ਸਾਈਡਾਂ ਤੇ। ਤੁਹਾਨੂੰ ਵੀ ਕਹਿ ਕੇ ਗਏ, ਸਾਰੇ ਮਹੱਲੇ ਨੂੰ ਕਿਹਾ ਹੈ ਕਿ ਈਵਨ ਮੈਂ ਤੁਹਾਡੀ ਵਾਰਡ ਦਾ ਵੀ ਪਹਿਲਾਂ ਗੱਲ ਕੀਤੀ ਹੋਈ, ਤੁਹਾਡੀ ਗਲੀ ਵਾਸਤੇ ਸਪੈਸ਼ਲੀ ਕਹਿ ਚੁੱਕਾ ਕਿ ਮੇਅਰ ਸਾਹਿਬ ਉਹ ਗਲੀ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੈ, ਬਹੁਤ ਜ਼ਿਆਦਾ ਸਮੱਸਿਆ ਹੈ। ਮੈਂ ਮੇਰੇ ਘਰ ਵੀ ਕਈ ਵਾਰ ਗੰਦਾ ਪਾਣੀ ਆਉਂਦਾ, ਸਾਨੂੰ ਪਤਾ ਉਹ 'ਚ ਦਿੱਕਤ ਕੀ ਹੈ ਕਿ ਸਾਡੇ ਜਨਮ ਤੋਂ ਪਹਿਲਾਂ ਦੀਆਂ ਪਾਈਪਾਂ ਪਈਆਂ। ਉਸ ਵੇਲੇ ਕੀ ਕੀਤਾ ਤਾਂ ਕਿਤੇ ਪਾਣੀ ਦੀਆਂ ਪਾਈਪਾਂ ਵੀ ਸੀਵਰੇਜ ਚੋਂ ਕੱਢਤੀ ਦੀਆਂ, ਜਦੋਂ ਸੀਵਰੇਜ ਭਰ ਜਾਂਦੇ ਆ, ਓਵਰਫਲੋ ਹੁੰਦੇ ਤਾਂ ਗੰਦਾ ਪਾਣੀ ਮਿਕਸ ਹੋ ਜਾਂਦਾ। ਗੱਲ ਇਹੋ ਹੀ ਹੈ, ਸਮੱਸਿਆ ਤੇ ਇਹੋ ਹੀ ਹੈ। ਹੁਣ ਗੱਲ ਤੇ ਇਹ, ਜਾਂ ਉਹਨੂੰ ਪਾਈਪ ਨੂੰ ਚੇਂਜ ਕਰਦੀ ਹੈ ਜਾਂ 2 ਇੰਚੀ ਸਾਈਡਾਂ 'ਤੇ ਪਾ ਕੇ ਤੁਹਾਡੇ ਘਰ ਦਾ ਪਾਣੀ ਸਾਫ਼ ਆ ਜਾਏ, ਇਹ ਹੋ ਜਾਣਾ। ਪਰ ਹੁਣ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ, ਇਹ ਪਹਿਲਾ ਅਧਿਕਾਰ ਐਮਸੀ ਸਾਹਿਬ ਦਾ। ਉਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਉਹਦੇ ਨਾਲ ਮੇਅਰ ਸਾਹਿਬ ਨੇ ਸਾਹਮਣੇ ਵੀ ਗੱਲ ਕੀਤੀ ਕਿ ਮੈਨੂੰ ਐਮਸੀ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਇਸ ਵਾਰਡ ਦੇ ਨੁਮਾਇੰਦੇ ਹੋ, ਜਦੋਂ ਦਾ ਮੈਂ ਸੀਟ ਤੇ ਬੈਠਾ ਤੁਸੀਂ ਇੱਕ ਦਿਨ ਵੀ ਆਪਣੇ ਕਿਸੇ ਵੀ ਵਾਰਡ ਦੇ, ਆਪਣੇ ਮਹੱਲੇ ਦੇ ਕਿਸੇ ਵੀ ਲੋਕਾਂ ਦੀ ਇੱਕ ਵੀ ਸਮੱਸਿਆ ਲੈ ਕੇ ਮੇਰੇ ਕੋਲ ਕਦੀ ਆਇਓ ਇੱਥੇ ਕਮੇਟੀ ਘਰ? ਜੀ ਧੀਰਜ ਭਾਈ, ਜੀ ਭਾਈ ਉਹਨਾਂ ਨੂੰ ਸਰ ਸਵਾਲ ਇਹੀ ਹੈ, ਅਸੀਂ ਕੋਈ ਐਕਸਕਿਊਜ਼ ਨਹੀਂ ਸੁਣਾਂਗੇ, ਬਸ ਇੱਕੋ ਜਵਾਬ ਜਨਤਾ ਨੂੰ ਚਾਹੀਦਾ ਕਿ ਜਿਹੜੀ ਇਹਨਾਂ ਦੀ ਸਮੱਸਿਆਵਾਂ ਨੇ ਕਦੋਂ ਤੱਕ ਤੁਸੀਂ ਹੱਲ ਕਰਵਾ ਰਹੇ ਹੋ। ਤੇ ਦੂਜਾ ਸਵਾਲ ਮੈਂ ਇੱਕ ਨਾਲ ਹੋਰ ਇਨਕਲੂਡ ਕਰਾਂਗਾ, ਤੁਸੀਂ ਬਹੁਤ ਸਾਰੇ ਆਰੋਪ ਕਾਂਗਰਸ ਦੇ ਉੱਤੇ ਲਗਾਏ ਨੇ ਕਿ ਕਾਂਗਰਸ ਆਪਣੇ ਵਾਅਦਿਆਂ ਦੇ ਉੱਤੇ ਖਰੀ ਨਹੀਂ ਉਤਰੀ ਹੈ। ਸੈਂਟਰ ਦੇ ਵਿੱਚ ਭਾਜਪਾ ਸਰਕਾਰ ਹੈ, ਭਾਜਪਾ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬਹੁਤ ਵੱਡੇ ਵਾਅਦੇ ਵੀ ਕੀਤੇ ਸੀ, ਪਰ ਸਭ ਤੋਂ ਵੱਡੀ ਚੀਜ਼ ਸੀ ਮਹਿੰਗਾਈ ਨੂੰ ਕੰਟਰੋਲ ਕਰਨ ਦੀ। ਪਰ ਅੱਜ ਜਿਹੜੀ ਮਹਿੰਗਾਈ ਆ ਪਿਛਲੇ ਦਸ਼ਕਾਂ ਤੋਂ ਪੂਰਾ ਜਿਹੜੇ ਮਿਆਰ ਆ ਸਾਰੇ ਪਾਰ ਕਰ ਚੁੱਕੀ ਹੈ। ਪੈਟਰੋਲ ਦੀ ਕੀਮਤਾਂ ਲੋਕਾਂ ਨੇ ਐਕਸੈਪਟ ਨਹੀਂ ਕੀਤੀਆਂ ਕਿ 100 ਤੋਂ ਪਾਰ ਜਾਣਗੀਆਂ। ਖਾਣ ਵਾਲੇ ਤੇਲ ਆ ਉਹਦੀਆਂ ਕੀਮਤਾਂ ਪਾਰ ਕਰ ਚੁੱਕੀਆਂ ਨੇ। ਕਿੱਥੇ ਨੇ ਮੋਦੀ ਸਾਹਿਬ? ਕਿਉਂ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਰਿਹਾ? ਕਿਉਂ ਲੋਕਾਂ ਨੇ ਜਿਹੜੀ ਮਹਿੰਗਾਈ ਦੇ ਵਾਅਦੇ ਕੀਤੇ ਗਏ ਸੀ ਉਹਨਾਂ ਦੇ ਖਰੇ ਨਹੀਂ ਉਤਰ ਪਾਈ ਹੈ ਭਾਜਪਾ ਸਰਕਾਰ? ਪਲੱਸ ਵਾਰ ਦਾ ਵੀ ਸਰ ਜਵਾਬ ਦਿਓ ਤੁਸੀਂ। ਸਰ ਜਿਹੜੀ ਬਾੜ ਦੀ ਗੱਲ ਸ਼ਮਸ਼ੇਰ ਜੀ ਹੁਣਾਂ ਕੀਤੀ ਹੈ, ਜਦੋਂ ਐਮਸੀ ਦਾ ਇਲੈਕਸ਼ਨ ਸੀ ਉਸ ਤੋਂ ਪਹਿਲੇ ਉੱਥੇ ਉਹ ਪਾਈਪਾਂ ਸੁੱਟੀਆਂ, ਉਹ ਸੁੱਟੀਆਂ ਐਸੇ ਲਈ ਹੀ ਕਿ ਇਲੈਕਸ਼ਨ ਹੈ, ਇਲੈਕਸ਼ਨ ਇੱਕ ਸਟੰਟ ਹੈ ਕਿ ਲੋਕਾਂ ਨੇ ਕਿਹਾ ਜੀ ਇੱਥੇ ਪਾਣੀ ਗੰਦਾ ਆਉਂਦਾ, ਪਾਈਪਾਂ ਸੁੱਟ ਦਿਓ। ਇਲੈਕਸ਼ਨ ਹੋ ਗਿਆ, ਬੀਜੇਪੀ ਦਾ ਕੈਂਡੀਡੇਟ ਜਿੱਤ ਗਿਆ, ਬਸ ਸੋ ਗਏ ਸਾਰੇ ਜਿਹਨਾਂ ਸੁੱਟੀਆਂ ਸੀ ਪਾਈਪਾਂ, ਬਸ ਹੁਣ ਜਿੱਤ ਗਿਆ, ਹੁਣ ਛੱਡੋ ਪਰੇ, ਹੁਣ ਕੀ ਕਰਨਾ, ਹੋ ਗਿਆ ਇਲੈਕਸ਼ਨ। ਉਹ ਤਾਂ ਸਿਰਫ ਇੱਕ ਇਲੈਕਸ਼ਨ ਦੀ ਜਿਹੜੀ ਵੋਟਾਂ ਦੀ ਫਸਲ ਹੁੰਦੀ ਹੈ ਉਹ ਕੱਟਣ ਲਈ ਇੱਕ ਸਟੰਟ ਸੀ। ਫਿਰ ਵੀ ਜਦੋਂ ਸ਼ਮਸ਼ੇਰ ਜੀ ਹੁਣਾਂ ਮੇਰੇ ਕੋਲ ਮੈਨੂੰ ਸਮੱਸਿਆ ਦੱਸੀ ਤਾਂ ਮੈਂ ਸੀਵਰੇਜ ਬੋਰਡ ਵਾਲੇ ਨਾਲ ਗੱਲ ਕੀਤੀ ਕਿ ਤੁਸੀਂ ਉੱਥੇ ਪਾਈਪਾਂ ਸੁੱਟੀਆਂ ਪਈਆਂ ਕਿਉਂ ਨਹੀਂ। ਉਹਨਾਂ ਨੇ ਮੈਨੂੰ ਠੇਕੇਦਾਰ ਦਾ ਨੰਬਰ ਦਿੱਤਾ। ਠੇਕੇਦਾਰ ਦਾ ਜਿਹੜਾ ਫੀਲਡ ਇੰਜੀਨੀਅਰ ਹੈ ਅਮਿਤ ਸਿੰਗਲਾ, ਉਹ ਮੇਰੇ ਨਾਲ ਆਏ, ਉਹਨਾਂ ਵਾਰਡ ਦਾ ਸਰਵੇ ਕੀਤਾ, ਉਸ ਗਲੀ ਦਾ ਸਰਵੇ ਕੀਤਾ ਤੇ ਉਹਨਾਂ ਮੈਨੂੰ ਕਿਹਾ ਭਈ ਇਦਾਂ ਹੈ ਕਿ ਇਸ ਵੇਲੇ ਸਾਡੇ ਕੋਲ ਇਸ ਗਲੀ 'ਚ JCB ਤਾਂ ਆਣੀ ਨਹੀਂ, ਮੈਨੂਅਲ ਲੇਬਰ ਸਾਡੇ ਕੋਲ ਹਲੇ ਹੈ ਨਹੀਂ, ਮੈਨੂਅਲ ਲੇਬਰ ਜਿੱਲੇ ਆਉਂਦੀ ਹੈ ਅਸੀਂ ਇਹ ਪਾਈਪ ਦਾ ਕੰਮ ਕਰਵਾ ਦੇਵਾਂਗੇ। ਬਾਕੀ ਪਾਣੀ ਗੰਦਾ ਸੀ, ਉਹ ਇਹਨਾਂ ਨੂੰ ਚਾਹੀਦੀ ਫੌਰੀ ਜਿਹੜਾ ਇਹਨਾਂ ਦਾ ਸਮਾਧਾਨ ਸੀ ਉਹ ਗਟਰ ਸਾਫ਼ ਕਰਵਾਉਣਾ। ਮੈਂ ਕਮੇਟੀ ਘਰ ਤੋਂ ਵੀ ਬੰਦੇ ਲਿਆਂਦੇ, ਕਾਰਪੋਰੇਸ਼ਨ ਤੋਂ ਵੀ ਬੰਦੇ ਆਏ, ਉਹਨਾਂ ਜਿੰਨਾ ਹੋ ਸਕਿਆ ਕੀਤਾ। ਉਹਨਾਂ ਕਿਹਾ ਜੀ ਇੱਥੇ ਇੱਕ ਖੱਡਾ ਵੱਜਣਾ ਹੈ ਤੇ ਪ੍ਰਾਈਵੇਟ ਬੰਦੇ ਲਿਆਓ। ਮੈਂ ਆਪਣੀ ਜੇਬ 'ਚੋਂ ਬੰਦੇ ਬੁਲਾਏ ਪ੍ਰਾਈਵੇਟ, ਜੋ ਉਹਨਾਂ ਦੀ ਫੌਰੀ ਸਹਾਇਤਾ ਹੋ ਸਕਦੀ ਪਾਣੀ ਸਾਫ਼ ਕਰਵਾ ਦਿੱਤਾ ਆਪਾਂ। ਹੁਣ ਬਾਕੀ ਪਾਈਪਾਂ ਦੀ ਗੱਲ ਹੈ ਤੇ ਅਸੀਂ ਜਿੱਥੇ ਵੀ ਹੋਏਗਾ ਮਿਲਾਂਗੇ, ਸਾਨੂੰ ਕੋਈ ਨਹੀਂ, ਬਾਹਰ ਦੇ ਕੰਮ ਨੇ, ਚਾਹੇ ਮੇਅਰ ਸਾਹਿਬ ਕਾਂਗਰਸ ਦੇ ਨੇ ਅਸੀਂ ਜ਼ਰੂਰ ਜਾਵਾਂਗੇ, ਕਿਉਂ ਨਹੀਂ ਜਾਵਾਂਗੇ। ਮੇਅਰ ਸਾਹਿਬ ਪਠਾਨਕੋਟ ਦੇ ਨੇ, ਚਾਹੇ ਕਾਂਗਰਸ ਹੋਏ ਚਾਹੇ BJP ਦਾ ਹੋਏ, ਤੇ ਅਸੀਂ ਤੇ ਜਨਤਾ ਦਾ ਕੰਮ ਕਰਵਾਉਣਾ ਹੈ। ਸਾਨੂੰ ਕੋਈ ਝਿਜਕ ਨਹੀਂ ਕਿਸੇ ਕੋਲ ਜਾਣ ਦੀ, ਜਿਹੜੀ ਮਰਜ਼ੀ ਪਾਰਟੀ ਦਾ ਕੋਈ ਬੈਠਾ ਹੋਏ। ਬਾਕੀ ਬਾੜ ਦੇ ਵਿੱਚ ਜਿਹੜਾ ਵੀ ਮੇਰੇ ਕੋਲ ਆਏ, ਸਭ ਤੋਂ ਮਤਲਬ ਜਲਦੀ ਮਿਲਣ ਵਾਲਾ MC ਮੈਂ ਆ, ਕਿਉਂਕਿ ਮੇਰੀ
ਘਰ ਦੇ ਵਿੱਚ ਹੀ ਮੇਰੀ ਦੁਕਾਨ ਹੈ, ਮੈਂ ਉੱਥੇ ਹੀ ਬੈਠਾ ਹੁੰਦਾ। ਮੇਰੇ ਕੋਲ ਜਿਹੜਾ ਮਰਜ਼ੀ ਦਿਨ ਆਏ ਰਾਤ ਆਏ, ਮੈਂ ਹਰ ਵੇਲੇ ਮੌਜੂਦ ਹਾਂ। ਜੇ ਮੈਂ ਨਹੀਂ ਆਇਆ, ਕਿਸੇ ਨੇ ਮੈਨੂੰ ਬੁਲਾਇਆ ਹੋਏ, ਮੈਂ ਨਹੀਂ ਆਇਆ, ਕੋਈ ਮੇਰੇ ਕੋਲ ਸਮੱਸਿਆ ਲੈ ਕੇ ਆਇਆ, ਮੈਂ ਨਾ ਸੁਣੀ ਹੋਏ, ਫਿਰ ਤਾਂ ਮੇਰੇ ਦਾ ਆਰੋਪ ਲਗਾਉਣ। ਸਾਰੀ ਮੀਡੀਆ ਦੇ ਥਰੂ ਆਰੋਪ ਲਗਾਏ ਜਾਣ ਤੋਂ ਬਿਲਕੁਲ ਗਲਤ ਹੈ। ਜੀ ਸਰ, ਦੂਸਰੇ ਸਵਾਲ ਤੇ ਆਉਂਦੇ ਸਰ। ਦੂਸਰਾ ਸਵਾਲ ਤੁਸੀਂ ਕੀਤਾ ਕਿ ਪੈਟਰੋਲ ਦੀ ਬਹੁਤ ਜ਼ਿਆਦਾ ਕੀਮਤ ਵਧ ਗਈ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੈਟਰੋਲ ਦੀ ਕੀਮਤ ਜਿਹੜੀ ਵਧੀ ਹੈ ਨਾ, ਇਹਦੇ ਵਿੱਚ ਸੈਂਟਰ ਦਾ ਟੈਕਸ ਹੈ ਸਿਰਫ 16 ਰੁਪਏ, ਪੰਜਾਬ ਸਟੇਟ ਦਾ ਟੈਕਸ ਹੈ 44 ਰੁਪਏ। ਕਿਉਂ ਨਹੀਂ ਕੈਪਟਨ ਸਾਹਿਬ ਘਟਾਉਂਦੇ? 44 ਨੂੰ ਕਿਉਂ ਨਹੀਂ 16 ਤੇ ਲਿਆਂਦੇ? ਆਪੂ ਘਟ ਹੋ ਜਾਂਦਾ ਆਪਣੇ ਆਪ। ਨਹੀਂ, ਆਪਣੇ ਟੈਕਸ ਨਹੀਂ ਘਟਾਣੇ, ਆਪਣੇ ਟੈਕਸ ਨਹੀਂ ਘਟਾਣੇ। ਸੈਂਟਰ ਦੇ ਆਰੋਪ ਲਗਾਏ ਜਾਣਾ। ਸੈਂਟਰ ਕੋਵਿਡ ਦਾ ਚੱਕਰ ਚੱਲ ਰਿਹਾ ਸੀ, ਸੈਂਟਰ ਨੇ, ਮੋਦੀ ਸਾਹਿਬ ਨੇ ਈਵਨ ਕਿ ਆਉਣ ਵਾਲੀ ਦੀਵਾਲੀ ਤੱਕ ਸਾਰਿਆਂ ਨੂੰ ਰਾਸ਼ਨ ਫ੍ਰੀ, ਜਿਹੜੇ ਵੀ ਗਰੀਬੀ ਰੇਖਾ ਤੋਂ ਥੱਲੇ ਨੀਲੇ ਕਾਰਡ ਇੱਥੇ ਤਕਰੀਬਨ ਬਣੇ ਹੋਣੇ ਆ, ਸਾਰਿਆਂ ਦੇ ਬੈਠੇ ਨੇ। ਇਹ ਜਿਹੜਾ ਰਾਸ਼ਨ ਤੁਹਾਨੂੰ ਫ੍ਰੀ ਮਿਲ ਰਿਹਾ ਨਾ, ਇਹ ਮੋਦੀ ਸਾਹਿਬ ਹੀ ਭੇਜ ਰਹੇ ਨੇ, ਕੈਪਟਨ ਸਾਹਿਬ ਨਹੀਂ ਭੇਜ ਰਹੇ। ਇਸ ਭੁਲੇਖੇ 'ਚ ਨਾ ਰਹੋ ਵੀ ਫੋਟੋ ਕੈਪਟਨ ਸਾਹਿਬ ਦੀ ਲੱਗੀ ਦੀ ਹੈ ਥੱਲੇ ਤੇ ਕੈਪਟਨ ਨੇ ਭੇਜਦਾ। ਇਹ ਸੈਂਟਰ ਤੋਂ ਆ ਰਿਹਾ ਹੈ। ਜਿੰਨਾ ਵੀ ਕਣਕ ਆ ਰਹੀ ਹੈ ਫ੍ਰੀ ਵਾਲੀ, ਇਹ ਸੈਂਟਰ ਤੋਂ ਆ ਰਹੀ ਹੈ। ਤੇ ਜਿੱਲੇ ਸਰ ਇਹ ਵੈਸ਼ਵਿਕ ਮਹਾਮਾਰੀ ਹੈ, ਤੇ ਮਹਾਮਾਰੀ ਦੇ ਵਿੱਚ ਵੱਡੇ ਵੱਡੇ ਅਮਰੀਕਾ ਵਰਗੇ ਜਿਹੜੇ ਦੇਸ਼ ਸੀ, ਜਿਹੜੇ ਸੁਪਰ ਪਾਵਰ ਨੇ, ਉਹ ਹਿੱਲ ਗਏ ਨੇ। ਸਾਡਾ ਦੇਸ਼ ਤਾਂ ਅਜੇ ਬਹੁਤ ਵੱਡੀ ਜਨਸੰਖਿਆ ਹੈ, ਬਹੁਤ ਗਰੀਬੀ ਹੈ, ਤੇ ਥੋੜਾ ਬਹੁਤਾ ਤੇ ਇਸ ਤਰ੍ਹਾਂ ਦਾ ਚੱਲਣਾ ਹੀ ਚੱਲਣਾ ਹੈ। ਬਾਕੀ ਕੋਈ ਨਹੀਂ, ਹੋਰ 2-4 ਮਹੀਨੇ ਬਾਅਦ ਸਭ ਕੁਝ ਠੀਕ ਹੋ ਜਾਣਾ ਹੈ। ਜਿੱਲੇ ਕਰੋਨਾ ਮੁੱਕ ਗਿਆ ਤੇ ਸਾਡਾ ਦੇਸ਼ ਜਿਸ ਤਰ੍ਹਾਂ ਪਹਿਲੇ ਤਰੱਕੀ ਕਰ ਰਿਹਾ ਸੀ, ਉਸੇ ਤਰ੍ਹਾਂ ਤਰੱਕੀ ਕਰੇਗਾ। ਇਹੋ ਜਿਹੀ ਕੋਈ ਗੱਲ ਨਹੀਂ। ਬਾਕੀ ਸਟੇਟਾਂ ਕਿਉਂ ਨਹੀਂ ਆਪਣੇ ਟੈਕਸ ਘਟਾਉਂਦੀਆਂ? 44 ਰੁਪਏ ਟੈਕਸ ਸਟੇਟ ਦਾ ਹੈ ਪੈਟਰੋਲ ਸਰ, ਤੁਹਾਨੂੰ ਦੱਸ ਦਈਏ ਕਿ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਤੋਂ ਬਾਅਦ ਆਪਾਂ ਹੋਰ ਬਹੁਤ ਸਾਰੀਆਂ ਸਟੇਟਾਂ ਜਿਹਨਾਂ ਦੇ ਵਿੱਚ ਭਾਜਪਾ ਰੂਲ ਕਰ ਰਹੀ ਹੈ, ਉਹਨਾਂ ਦੇ ਵਿੱਚ ਵੀ ਤੇਲ ਦੀ ਕੀਮਤਾਂ 100 ਤੋਂ ਪਾਰ ਹੈ। ਉੱਥੇ ਟੈਕਸ ਕਿਉਂ ਨਹੀਂ ਘਟਾ ਰਹੀ ਭਾਜਪਾ? ਹਿਮਾਚਲ ਵਿੱਚ ਘੱਟ ਹੈ, ਮੈਂ ਦੂਰ ਦੀ ਗੱਲ ਨਹੀਂ ਕਰਾਂਗਾ। ਇਹਦਾ ਫਰਕ ਹੈ ਸਰ, 4 ਰੁਪਏ ਦਾ ਫਰਕ ਹੈ ਸਾਰਾ, 4 ਰੁਪਏ ਹੋਏ ਹੈ ਤਾਂ ਹੈ ਨਾ। ਪੰਜਾਬ ਵੀ 4 ਘਟਾ ਦੇ, ਲੋਕਾਂ ਨੂੰ ਆਪੇ ਮਿਲ ਜਾਏਗੀ ਫੌਰੀ। ਆਰਮੀ ਦੇ ਵਿੱਚ 10 ਸਾਲ ਹੋਇਆ ਆਰਮੀ ਵਿੱਚ ਸਵਾਲ ਦਾ ਜਵਾਬ ਮਿਲ ਰਿਹਾ ਜੀ। ਸਵਾਲ ਮਾਤਾ ਜੀ, ਤੁਹਾਡੇ ਕੋਲ ਮਿਲ ਰਿਹਾ। ਪਬਲਿਕ ਦੇ ਰਹੀ ਹੈ, ਜਨਤਾ ਦੀ ਅਦਾਲਤ ਹੈ, ਜਨਤਾ ਕੋਲ ਜਵਾਬ ਦਿਓ। ਉਹ ਬਾਰਡਰ ਦੇ ਕੰਢੇ ਬੈਠੇ ਤੇ ਉਹਨਾਂ ਦੇ ਢਿੱਡ ਫੂਕ ਕੇ 10 ਸਾਲ ਹੋਇਆ, ਉਹਨਾਂ ਵਿਚਾਰਿਆਂ ਨੂੰ ਦਿੱਤਾ ਕੱਖ ਨਹੀਂ। ਉਧਰੋਂ ਕੱਟ ਕੇ ਤੇ ਇੱਧਰ ਲੋਕਾਂ ਨੂੰ ਕਣਕ ਫ੍ਰੀ ਦੇਣ ਦੇ 2 ਰੁਪਏ ਕਿਲੋ। ਜੀ ਬਾਈ, ਤੁਸੀਂ ਵੀ ਸਾਡੇ ਨਾਲ ਇੱਕ ਨੌਜਵਾਨ ਜੁੜੇ ਨੇ ਸਾਥੀ ਵਾਰ ਦੇ। ਜੀ ਬਾਈ ਜੀ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਤੇ ਮੈਂ ਇੱਥੇ ਦੇ ਰਹਿਣ ਵਾਲਾ। ਸਾਰੇ ਕੋਲ ਆਵਾਂਗੇ ਵਾਰੀ-ਵਾਰੀ, ਪਲੀਜ਼ ਸ਼ਾਂਤੀ ਬਣਾਏ ਰੱਖੋ ਪਲੀਜ਼। ਇਹ ਗਲੀ ਤੁਸੀਂ ਲਾਈਵ ਦੇਖ ਰਹੇ ਹੋ ਇਸ ਟਾਈਮ। ਇੱਥੇ ਕੋਈ 3 ਮਹੀਨੇ ਪਹਿਲਾਂ ਟਰਾਲੀ ਖੱਡੇ 'ਚ ਗਿਰ ਗਈ, ਟੁੱਟ ਗਿਆ ਸੀਗਾ। ਚਲੋ ਜੀ, ਇਹਨਾਂ ਨੇ ਜਿਹੜੀ ਟਰਾਲੀ ਦੀ ਬਜਰੀ, ਉਹ ਬਜਰੀ ਤੋਂ ਹੀ ਇਹਨਾਂ ਨੇ ਮਟੀਰੀਅਲ ਲੈ ਲੂ ਕੇ ਇੱਕ ਤਿਆਰ ਕਰ ਲਿਆ ਕਵਰ, ਉਹਦਾ ਗਟਰ ਦਾ ਕਵਰ। ਠੀਕ ਹੈ ਜੀ। ਐਮਸੀ ਸਾਹਿਬ ਵੀ ਉੱਥੇ ਆਏ, ਟਰਾਲੀ ਦੇਖੀ, ਸਭ ਕੁਝ ਦੇਖਿਆ। ਇਹਨੂੰ 3 ਮਹੀਨੇ ਹੋ ਗਏ ਸੀਵਰੇਜ ਨੂੰ ਵਗਦੇ। ਜਾ ਕੇ ਭਾਜੀ ਇੱਕ ਵਾਰ ਵੀਡੀਓ ਮਾਰੋ ਉੱਥੇ, ਹਾਂਜੀ ਇਹ ਮੋੜ ਤੇ ਮਾਰੋ। 3 ਮਹੀਨੇ ਹੋ ਗਏ ਕਿ ਇਹਨਾਂ ਨੂੰ ਦੁਬਾਰਾ ਨਹੀਂ, ਇਹਨਾਂ ਰਿਸਪੌਂਸਿਬਿਲਟੀ ਆਪਾਂ ਦੇਖੀਏ ਆ ਇੰਨਾ ਗੰਦ ਹੈਗਾ, ਕਿੱਥੋਂ ਨਿਕਲਣਾ ਹੈ, ਪਿੱਛੇ ਦੇ ਘਰ ਦਾ ਜਾਂ ਕੁਝ ਵੀ ਹੈ। ਨੰਬਰ 2 ਗੱਲ ਇਹ ਕਹਿੰਦੇ ਵੀ ਹੁਣ ਨੁਹਾਰ ਬਦਲੀ ਹੈ ਪਿਛਲੇ ਏਰੀਏ ਦੀ। 15 ਸਾਲ ਹੋ ਗਏ ਪਾਣੀ ਦੀ ਪੈਪ ਪਏ ਹੋਏ ਪਿੱਛੇ। ਇਹ ਸਾਡੇ ਕੋਲ ਆਉਂਦੇ ਵੀ ਭਾਜੀ ਤੁਹਾਡੀ ਪੈਪ ਪਈ ਹੈਗੀ ਆ, ਚਲੋ ਤੁਸੀਂ ਇਸ ਤਰ੍ਹਾਂ ਕਰੋ ਵੀ ਮਿੱਟੀ ਸਟਾਓ, ਆਪਾਂ ਭਰੀ ਪੈਪਾਂ ਪਵਾ ਦਿੰਦੇ ਆ। ਭਾਜੀ ਉਹਨਾਂ ਕੋਲ ਟਾਈਮ ਨਹੀਂ ਹਜੇ ਕਿ ਡੇਲੀ ਇਸ ਗਲੀ ਚੋਂ ਇਹਨਾਂ ਦਾ ਆਉਣਾ ਜਾਣਾ ਹੈਗਾ, ਡੇਲੀ ਆਉਂਦੇ ਜਾਂਦੇ ਆ। ਨਹੀਂ ਯਕੀਨ ਤੇ ਪੁੱਛ ਲਓ। ਨੰਬਰ ਦੂਜੀ ਗੱਲ, ਧੀਰਜ ਭਾਜੀ ਆਏ ਆ, ਇਹਨਾਂ ਦੇ ਐਮਸੀ ਸਾਹਿਬ ਵੀ ਆਏ। ਉਹ ਗਏ ਸੀਗੇ ਉੱਥੇ, ਸਿੱਧੂ ਸਾਹਿਬ ਦੀ ਮੀਟਿੰਗ ਸੀਗੀ, ਉੱਥੇ ਗਏ ਸੀਗੇ। ਉਹਨਾਂ ਦਾ ਮੈਨੂੰ ਤੁਰੰਤ 2 ਵਾਰ ਕਾਲ ਆਇਆ ਮੇਅਰ ਸਾਹਿਬ ਦਾ ਕਿ ਮੈਂ ਇਮੀਡੀਏਟਲੀ ਬੰਦੇ ਭੇਜਦਾ ਤੇ ਤੁਹਾਡਾ ਕੰਮ ਕਰਵਾਉਣਾ, ਤੇ ਤਾਂ ਸਾਡਾ ਜਾ ਕੇ ਹੁਣ ਕੰਮ ਹੋਇਆ। ਨਹੀਂ ਕਿ ਇੰਨੀ ਦੇਰ ਤੋਂ ਇੱਥੇ ਇੰਨਾ ਪਾਣੀ ਆ ਜਾਂਦਾ ਸੀਗਾ, ਵੀ ਪੁੱਛ ਸਕਦੇ ਕਿ ਤੱਕ ਨਹੀਂ ਜੀ। ਇਹ ਕੁਝ ਕਹਿਣਾ ਚਾਹੁੰਦੇ ਨੇ, ਇਹਨਾਂ ਨੂੰ ਜਨਤਾ ਕੋ ਜਾਵਾ। ਮੋਦੀ ਸਾਹਿਬ ਮੁਕਤ ਕਣ ਦੇ ਰਹੇ, ਲੋਕਾਂ ਦੇ ਟੈਕਸ ਜਾ ਰਹੇ ਨੇ। ਮੋਦੀ ਸਾਹਿਬ ਕੋ ਰੋਣੀ ਦੇ ਰਹੇ ਕਣਕ ਮਕਣ, ਇਹ ਟੈਕਸ ਜਾ ਰਹੇ। ਬਿਲਕੁਲ ਬਿਲकुल। ਉਥੋਂ ਦੇ ਰਿਹਾ ਜਿਹੜਾ ਸਰਕਾਰ ਘਟਾ ਨਹੀਂ ਖਾਂਦੀ ਜੀ, ਸਰਕਾਰ ਨਹੀਂ ਘਟਾ ਖਾਂਦੀ। 1000 ਰੁਪਏ ਸਿਲੰਡਰ ਹੋਗਾ, ਗਰੀਬ ਆਦਮੀ ਕੀ ਖਾਏਗਾ ਜੀ। ਬਾਬਾ ਜੀ ਦੀ ਜਿਹੜੀ ਗੱਲ ਆ ਬਿਲਕੁਲ ਸਹੀ ਆ, ਕਿਉਂਕਿ ਅਸੀਂ ਜਿੰਨੇ ਵੀ ਲੋਕ ਇੱਥੇ ਬੈਠੇ ਆ, ਭਾਵੇਂ ਕੋਈ ਦਿਹਾੜੀਦਾਰ ਆ, ਭਾਵੇਂ ਕੋਈ ਨੌਕਰੀ ਪੇਸ਼ਾ, ਹਰ ਬੰਦਾ ਕੋਈ ਵੀ ਚੀਜ਼ ਖਰੀਦ ਰਿਹਾ, ਹਰ ਚੀਜ਼ ਦੇ ਉੱਤੇ ਉਹ ਟੈਕਸ ਦੇ ਰਿਹਾ। ਤੇ ਜੇ ਅੱਜ ਸਾਨੂੰ ਕੁਝ ਮੁਫਤ ਮਿਲ ਰਿਹਾ ਜਾਂ ਕੁਝ ਸਹੂਲਤਾਂ ਮਿਲ ਰਹੀਆਂ, ਤਾਂ ਸਾਡੇ ਹੀ ਟੈਕਸ ਦੇ ਵਿੱਚੋਂ ਉਹ ਜਾ ਕੇ ਸਰਕਾਰਾਂ ਸਾਨੂੰ ਜਿਹੜੀਆਂ ਫਾਇਦਾ ਦਿੰਦੀਆਂ। ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਵਾਰਡ ਨੰਬਰ 29 ਦੇ ਜਿਹੜੇ ਕਿ ਲੋਕ ਨੇ ਬਹੁਤ ਜ਼ਿਆਦਾ ਜਾਗਰੂਕ ਨੇ। ਇੱਕ ਵਾਰੀ ਸਾਰੇ ਲੋਕ ਆਪਣੇ ਲਈ ਤਾੜੀਆਂ ਜ਼ਰੂਰ ਮਾਰਨ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜਿਵੇਂ ਹਰ ਵਰਗ ਦਾ ਇਨਸਾਨ ਜਿਹੜਾ ਉਹ ਟੈਕਸ ਦੇ ਰਿਹਾ ਹੈ, ਫਿਰ ਵੀ ਜਿਹੜੇ ਹੈ ਕਿਹਾ ਜਾਂਦਾ ਹੈ ਕਿ ਇਸ ਪਾਰਟੀ ਨੇ ਸਾਨੂੰ ਫਾਇਦਾ ਦਿੱਤਾ। ਮੈਂ ਤੁਹਾਨੂੰ ਪਹਿਲਾਂ ਦੱਸਦਾ ਜਾਗਰੂਕਤਾ ਲਈ ਕਿ ਤੁਸੀਂ ਲੋਕ ਹੋ ਜਿਹੜੇ ਹਰ ਵਰਗ ਦਾ ਇਨਸਾਨ ਜਿਹੜਾ ਟੈਕਸ ਦਿੰਦਾ ਹੈ, ਸਹੂਲਤਾਂ ਦਿੰਦੀਆਂ ਨੇ। ਜੀ ਸਰ, ਤੁਸੀਂ ਮੈਂ ਜੀ
ਜੀ ਨਰੇਸ਼ ਜੀ ਨੂੰ ਜਵਾਬ ਦੇਣਾ ਚਾਹੁੰਦਾ ਇੱਕ ਗੱਲ ਦਾ। ਇਹਨਾਂ ਨੇ ਥੋੜੀ ਦੇਰ ਪਹਿਲੇ ਕਿਹਾ ਸੀਗਾ ਕਿ ਪਿਛਲੀ ਗਲੀ ਬਾਰੇ ਕੋਈ ਗੱਲ ਕੀਤੀ ਸੀਗੀ। ਮੇਰੇ ਖਿਆਲ ਨਾਲ ਨਿਊਜ਼ ਵਾਲੇ ਇੱਥੇ ਆਏ ਸੀਗੇ ਜਦੋਂ, ਉਦੋਂ ਇਹਨਾਂ ਨੂੰ ਕਾਲ ਕੀਤੀ ਸੀਗੀ ਕਿ ਸਰ ਜਿਹੜੀ ਪਿਛਲੀ ਗਲੀ ਹੈ ਉਹ ਤਿਆਰ ਕਿਉਂ ਨਹੀਂ ਹੋ ਰਹੀ। ਇਹਨਾਂ ਨੇ ਕਿਹਾ ਜੀ ਸਾਡੀ ਉਸ ਗਲੀ 'ਚ ਬੋਰਡ ਨਹੀਂ ਹੈਗੇ। ਇਹਦਾ ਮਤਲਬ ਬੋਰਡ ਨਹੀਂ ਹੈਗੇ ਤੇ ਇਹ ਇਸ ਇਲਾਕੇ 'ਚ ਗਲੀ ਨਹੀਂ ਹੈਗੀ। ਉਸ ਗਲੀ ਦੇ ਵਿੱਚ ਜਾਨਵਰ ਰਹਿੰਦੇ ਆ, ਬੰਦੇ ਨਹੀਂ ਰਹਿੰਦੇ। ਇਹਨਾਂ ਨੂੰ ਪੁੱਛੋ ਕਿ ਇਲੈਕਸ਼ਨ ਦੇ ਦੌਰਾਨ ਇਸ ਗਲੀ 'ਚ ਆਏ, ਤੁਹਾਨੂੰ ਇਸ ਗੱਲ ਦਾ ਪਹਿਲੇ ਜਵਾਬ ਦੇਣ। ਦੂਸਰੀ ਗੱਲ ਜੀ, ਜੇ ਉਹ ਗਲੀ ਬਣੀ ਹੈ, ਜੇ ਉਹ ਗਲੀ ਬਣੀ ਹੈ ਤੇ ਇਹਨਾਂ ਦੇ ਐਫਰਟ ਨਾਲ ਨਹੀਂ ਬਣੀ, ਉਹ ਧੀਰਜ ਦੇ ਐਫਰਟ ਨਾਲ ਬਣੀ ਹੈ ਤੇ ਇੱਥੋਂ ਦੇ ਲੋਕਾਂ ਦੇ ਐਫਰਟ ਨਾਲ ਬਣੀ ਹੈ। ਅਸੀਂ ਧੀਰਜ ਜੀ ਨੂੰ ਅਪਰੋਚ ਕੀਤੀ ਹੈ, ਸਾਨੂੰ ਨਹੀਂ ਪਤਾ ਨੀਵੇਂ ਹੈ ਉੱਚੇ ਹੈ ਕੁਝ ਵੀ ਹੈ, ਸਾਨੂੰ ਇੰਨਾ ਪਤਾ ਕਿ ਅਸੀਂ ਉੱਥੇ ਅਪਰੋਚ ਕੀਤੀ ਹੈ ਤੇ ਸਾਡੀ ਗਲੀ ਜਿਹੜੀ ਹੈ ਉਹ ਸੀਵਰੇਜ ਬਣ ਗਏ ਹੈ ਤੇ ਤਿਆਰ ਵੀ ਹੋ ਗਈ ਹੈ। ਹੁਣ ਸਾਨੂੰ ਇੱਕ ਪ੍ਰੋਬਲਮ ਹੈ, ਉਹ ਇਹਨਾਂ ਨੂੰ ਹੁਣੇ ਮੈਂ ਦੱਸ ਰਿਹਾ। ਸਾਨੂੰ ਇੱਥੇ ਹੈ ਟਰਾਂਸਫਾਰਮਰ ਦੀ ਪ੍ਰੋਬਲਮ, ਠੀਕ ਹੈ ਜੀ। ਸਾਨੂੰ ਉੱਥੇ ਇੱਕ ਘਰ ਦੀ ਮੋਟਰ ਚਲਾਉਣੀ ਪਵੇ ਤੇ ਦੂਸਰੇ ਘਰ ਨੂੰ ਕਹਿਣਾ ਪੈਂਦਾ ਕਿ ਤੁਸੀਂ ਆਪਣਾ ਬੰਦ ਕਰੋ। ਜੇ ਉਹ ਹੱਲ ਕਰਾ ਸਕਦੇ ਆ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸਾਡੇ ਨਾਲ ਇੱਥੇ ਹੋਰ ਵੀ ਵਾਰਡ ਵਾਸੀ ਜੁੜੇ ਨੇ ਜੀ। ਬਾਬਾ ਜੀ ਮਾਨਯੋਗ ਪ੍ਰਧਾਨ ਔਰ ਮੇਰੀਆਂ ਭੈਣਾਂ ਬੀਬੀਆਂ ਔਰ ਭਾਈ ਔਰ ਬੱਚੇ ਸਾਰਿਆਂ ਨੂੰ ਮੇਰੀ ਨਮਸਕਾਰ। ਇੱਥੇ 2 ਵਾਰ ਸ਼ੋਕ ਸ਼ਰਮਾ ਬਣਿਆ, 2 ਵਾਰ ਸ਼ੋਕ ਸ਼ਰਮਾ ਬਣਿਆ, ਕੋਈ ਇੱਥੇ ਨਹੀਂ ਪਹੁੰਚਾ। 2 ਵਾਰ ਮਾਸਟਰ ਮੋਹਨਵਾਲ ਬਣਿਆ, ਕੋਈ ਇੱਥੇ ਨਹੀਂ ਪਹੁੰਚਿਆ। ਅਤੇ ਅਸ਼ਮੀ ਬਣਿਆ ਇੱਕ ਵਾਰ, ਕੋਈ ਇੱਥੇ ਨਹੀਂ ਪਹੁੰਚਿਆ। ਲੇਕਿਨ ਮੈਂ ਬਹੁਤ ਧੰਨਵਾਦ ਕਰਦਾ ਹਮਾਰਾ ਐਮਐਲਏ, ਤੇ ਨਹੀਂ ਮੈਂ ਦੇਖਿਆ ਐਮਐਲਏ ਦਾ ਭਰਾ ਜ਼ਰੂਰੀ ਆਉਂਦਾ ਇੱਥੇ। ਜਿੰਨੇ ਵਾਰੀ ਅਸੀਂ ਇਹ ਮੁੰਡੇ ਨੂੰ ਕਹੇ ਉਸੇ ਵੇਲੇ ਆ ਜਾਂਦੇ ਆ। ਬਾਕੀ ਇਹ ਨਾ ਮੇੜ ਤੇ ਕਿੱਕਰ ਫੇंकिया। मिस्टर मेयर बहुत अच्छा आदमी है, तुम्हारा आदमी ने हर एक आदमी की सोचा। और मेरे को 32 साल हो गए इतने बैठे, साढ़े तो ना करे धुएं वाली पैप भी निकलाई, सानू मच्छर नहीं लड़ता, साढ़े बच्चे नहीं है, अं पानी गंदा नहीं पी रहे। 15 साल हो गया पैप पे। अं अपनी पेमेंट पवाई है, 10,000 रुपया पहले लाया, 10,000 हूँ लाया, लेकिन कोई इधर नहीं बढ़िया साढ़े वाले पास। एक दूसरे से चिक्कड़ फेंकना कोई चंगी गल थोड़ी है। हाँ बिल्कुल, मैं एमएलए से खुश। ਸੋ ਅਸੀਂ ਨਰੇਸ਼ ਜੀ ਤੁਹਾਡੇ ਕੋਲ ਆਵਾਂਗੇ। ਆਰੋਪ ਪ੍ਰਤਿਆਰੋਪ ਬਹੁਤ ਸਾਰੇ ਲੱਗਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਵਾਬ ਮੰਗਾਂਗੇ ਕਿ ਬਹੁਤ ਕੁਝ ਜੋ ਹੋਣਾ ਸੀ ਪਿੱਛੇ ਹੁਣ ਹੋ ਗਿਆ, ਅਸੀਂ ਉਹਨਾਂ ਬਾਰੇ ਗੱਲ ਨਹੀਂ ਕਰਾਂਗੇ। ਸਮੱਸਿਆਵਾਂ ਲੋਕਾਂ ਦੀਆਂ ਜੈਨੂਨ ਜਿਹੀਆਂ ਹੈਗੀਆਂ, ਅਸੀਂ ਪਿੱਛੇ ਵੇਖਦੇ ਆ ਰਹੇ ਹਾਂ ਕਿ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ, ਪਾਣੀ ਦੀ ਸਮੱਸਿਆ, ਜਿਵੇਂ ਭਾਜੀ ਨੇ ਕਹਿ ਰਹੇ ਟਰਾਂਸਫਾਰਮਰ ਦੀ ਸਮੱਸਿਆ। ਅਸੀਂ ਸਿਰਫ ਤੁਹਾਡੇ ਕੋਲ ਆਸ਼ਵਾਸਨ ਚਾਹਾਂਗੇ ਕਿ ਤੁਸੀਂ ਕਿੰਨੀ ਜਲਦੀ ਇਸ ਸਮੱਸਿਆ ਦਾ ਹੱਲ ਕਰਵਾਓਗੇ। ਟਾਈਮ ਬਹੁਤ ਘੱਟ ਹੈ ਸਰ, ਤੁਸੀਂ ਸਰ ਹੱਲ ਕਰਵਾਉਣ ਬਾਰੇ ਦੱਸਣਾ। ਜੋ ਪਿੱਛੇ ਗੱਲਾਂ ਹੋ ਗਈਆਂ ਉਹਨਾਂ ਤੇ ਅਸੀਂ ਮਿੱਟੀ ਪਾਈ ਹੈ। ਸਰ ਸੀਵਰੇਜ ਦੀ ਬਲੋਕੇਜ ਦੀ ਜਿਹੜੀ ਸਮੱਸਿਆ ਨਿਯੰਤਰਣ ਮਤਲਬ ਲਗਾਤਾਰ ਚੱਲਣ ਵਾਲੀ ਸਮੱਸਿਆ ਹੈ। ਅੱਜ ਅਸੀਂ ਬਲੋਕੇਜ ਹਟਾ ਕੇ ਜੰਨੇ ਕਈ ਗਲੀਆਂ ਚੋਂ, ਕੱਲ ਦੁਬਾਰਾ ਬੰਦ ਹੋ ਜਾਂਦੀ ਹੈ, ਦੁਬਾਰਾ ਬੰਦੇ ਆ ਜਾਂਦੇ ਆ। ਮਤਲਬ ਸ਼ਹਿਰ ਦੇ ਵਿੱਚ ਜਿਹੜੇ ਸੀਵਰਮੈਨ ਰੱਖੇ ਗਏ ਉਹ ਇਸੇ ਲਈ ਰੱਖੇ ਗਏ ਆ ਕਿ ਜਿਹੜੀ ਸੀਵਰੇਜ ਦੀ ਸਮੱਸਿਆ ਇਹ ਰੋਜ਼ ਚੱਲਣ ਵਾਲੀ ਸਮੱਸਿਆ ਹੈ। ਇੱਕ ਦਿਨ ਵਿੱਚ ਦਾ ਹੱਲ ਨਹੀਂ ਹੋ ਸਕਦਾ ਵੀ ਅਸੀਂ ਬਿਲਕੁਲ ਪਠਾਨਕੋਟ ਦੇ ਵਿੱਚ ਸੀਵਰੇਜ ਬਲੋਕੇਜ ਦੀ ਸਾਰੀ ਸਮੱਸਿਆ ਹੱਲ ਹੋ ਜਾਏ, ਉਹ ਨਹੀਂ ਹੋ ਸਕਦਾ। ਹਾਂ, ਜਦੋਂ ਹੱਲ ਹੋਏਗੀ ਮੇਰੇ ਕੋਲ ਕਾਲ ਆਏਗੀ ਮੇਰੇ ਵਾਰਡ ਵਾਸੀਆਂ ਦੀ, ਉਹ ਹੱਲ ਕਰਵਾ ਦਿੱਤੀ ਜਾਏਗੀ। ਕਿਉਂਕਿ ਸਰ ਬਰਸਾਤਾਂ ਦੇ ਸਮੇਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਕੀ ਅਸੀਂ ਤੁਹਾਡੇ ਕੋਲ ਆਸ਼ਵਾਸਨ ਲੈ ਸਕਦੇ ਹਾਂ ਕਿ ਆਉਣ ਵਾਲੀਆਂ ਬਰਸਾਤਾਂ ਦੇ ਵਿੱਚ ਲੋਕਾਂ ਨੂੰ ਇਸ ਸਮੱਸਿਆ ਦੇ ਨਾਲ ਜੂਝਣਾ ਨਹੀਂ ਪਵੇਗਾ? ਬਿਲਕੁਲ ਜੀ, ਬਰਸਾਤਾਂ ਤੋਂ ਪਹਿਲੇ ਹੀ ਅਸੀਂ ਚੈਂਬਰ ਜਿਹੜੇ ਆ ਸਾਫ਼ ਕਰਵਾ ਦੇਵਾਂਗੇ ਤੇ ਸਮੱਸਿਆ ਜਿਹੜੀ ਪਾਣੀ ਭਰਾਵ ਦੀ ਸਮੱਸਿਆ ਹੈ ਉਹ ਨਹੀਂ ਆਏਗੀ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ। ਤੇ ਸਾਡੀ ਗਲੀ ਆ ਪਿੱਛੇ ਪਾਸੇ ਅੰਗੂਰਾਂ ਵਾਲਾ ਵਾਹ ਕਹਿੰਦੇ, ਸਾਰਿਆਂ ਨੇ ਉੱਥੋਂ ਅੰਗੂਰ ਵੀ ਖਾਦੇ ਹੋਣੇ ਨੇ। ਬੜੇ ਫ੍ਰੀ ਅੰਗੂਰ ਖਾਦੇ, ਪਰ ਕਿਸੇ ਨੇ ਉਹਦੀ ਕੋਈ ਸੁਣਾਈ ਨਹੀਂ ਕੀਤੀ। 8 ਸਾਲ ਪਹਿਲਾਂ ਮੈਂ ਉੱਥੇ ਪਲਾਟ ਲਿੱਤਾ ਸੀ, ਇੱਕ ਮਕਾਨ ਹੁੰਦਾ ਸੀ ਉੱਥੇ, ਤੇ ਸੋਚਿਆ ਚਲੋ 2-4 ਸਾਲ ਵਿੱਚ ਕਦੀ ਸੀਵਰ ਪੈ ਜਾਏਗਾ। 7 ਸਾਲਾਂ ਬਾਅਦ ਮੈਂ ਮਕਾਨ ਬਣਾਇਆ, ਉਹਦਾ ਕੋਈ ਵਾਲੀ ਵਾਰਸ ਨਹੀਂ ਸੀ। ਬੜੇ ਪਰੇਸ਼ਾਨ ਹੋ ਗਏ, ਆਪਣੇ ਸੀਵਰੇਜ ਪਾਏ, 10-10 ਹਜ਼ਾਰ ਆਪਣੇ ਕੋਲੋਂ ਲਾਇਆ, ਜਿੰਨੀ ਕਿ ਸਾਡੀ ਤਫੀਕ ਹੀ ਲਾ ਸਕਦੇ। ਉਸ ਤੋਂ ਬਾਅਦ ਸਾਡੇ ਵੀ ਹੱਥ ਖੜੇ ਹੋ ਗਏ। ਇਹ ਹਾਲਾਤ ਆ ਗਏ ਕਿ ਲੇਡੀਜ਼ ਸਿਰਫ ਅੰਦਰ ਟਾਇਲਟ ਕਰਨ, ਨਹੀਂ ਨਹਾਣਾ ਪੀਣਾ, ਸਾਡਾ ਪਾਣੀ ਬੰਦ ਹੋ ਗਿਆ। ਬਾਹਰ 16 ਬਾਲਟੀਆਂ ਚੁੱਕ ਕੇ ਸੁੱਟਣੀ। ਫਿਰ ਅਸੀਂ ਬੜੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਕਿਤੋਂ ਕੁਛ ਨਹੀਂ ਮਿਲਿਆ ਜੀ। ਸਾਡੇ ਹੱਥ ਕੁਛ ਨਹੀਂ ਗਾ, ਇੱਕੋ ਲਾਈਨ ਮਿਲੀ, ਸਾਡੇ ਹੱਥ ਕੁਛ ਨਹੀਂ ਹੈਗਾ। ਸਾਨੂੰ ਫਿਰ ਕਿਤੋਂ ਧੀਰਜ ਜੀ ਦਾ ਪਤਾ ਚੱਲਾ। ਮੈਂ ਇਸ ਇਲਾਕੇ 'ਚ ਬਿਲਕੁਲ ਨਵਾਂ ਵਾਂ, 2 ਸਾਲ ਮੈਨੂੰ ਹੋਇਆ, ਮੇਰੀ ਕੋਈ ਅਪਰੋਚ ਨਹੀਂ, ਮੈਨੂੰ ਕੋਈ ਨਹੀਂ ਜਾਣਦਾ। ਅਸੀਂ ਧੀਰਜ ਜੀ ਕੋ ਗਏ, ਕਿਸੇ ਥਰੂ ਚਲੇ ਗਏ, ਇਹਨਾਂ ਨੇ ਬੜੀ ਸਾਡੀ ਸੁਣਵਾਈ ਕੀਤੀ। ਇਹਨਾਂ ਨੇ ਸਾਨੂੰ ਰਾਹ ਪਾਇਆ। ਮੇਅਰ ਸਾਹਿਬ ਆਏ, ਮੇਅਰ ਸਾਹਿਬ ਸਾਡੀ ਗਲੀ 'ਚ 150 ਫੁੱਟ ਦੇ ਸਿਰ ਵਾਸਤੇ 3 ਵਾਰੀ ਆ। ਕਿਉਂ? ਪਹਿਲੀ ਵਾਰੀ ਕੰਮ ਹੋ ਗਿਆ ਤੇ ਜੀ ਇਹਨਾਂ ਨੇ ਕੰਮ ਖਰਾਬ ਕਰਤਾ, ਲੈਵਲ ਉੱਚੇ ਕਰਤੇ।
ਮੇਅਰ ਸਾਹਿਬ ਆਏ, ਉਹਨਾਂ ਨੇ ਦੇਖਿਆ ਕਿ ਇਹ ਕੀ ਕਰਤਾ, ਘਰਾਂ ਦੇ ਥੜੇ ਨੀਵੇਂ ਤੇ ਸੀਵਰ 6-6 ਫੁੱਟ ਉੱਚੇ, ਸਾਰਾ ਕੰਮ ਟੁੱਟਾ, ਦੁਬਾਰਾ ਹੋਣ ਦਿਆ। ਮੈਂ ਤੇ ਅੱਜ ਵੀ ਕਹਾਂਗਾ ਪਾਰਟੀ ਬਾਜੀ ਤੇ ਬੜੀ ਲੱਗਦੀ ਚੀਜ਼ ਆ। ਜਿਹੜੇ ਸਾਡੇ ਇੱਥੋਂ ਦੇ ਨੁਮਾਇੰਦੇ ਸੀ, ਜਿਹੜੇ ਕੋਈ ਜਿੱਤੇ ਹਾਰੇ, ਸਾਡੀ ਗਲੀ ਸੀ ਟੁੱਟੀ, ਲਾਈਟ ਕੋਈ ਸੀਵਾ ਹੀ ਨਹੀਂ ਸੀ ਉੱਥੇ, ਸਾਡੀ ਗਲੀ 'ਚ ਤੇ ਕਿਸੇ ਨੇ ਪੈਰ ਰੱਖ ਕੇ ਵੀ ਨਹੀਂ ਵੇਖਿਆ ਕਿ ਇੱਥੇ ਬੰਦੇ ਰਹਿੰਦੇ ਕਿ ਨਹੀਂ ਰਹਿੰਦੇ। ਸਾਡੀ ਗਲੀ 'ਚ ਫੋਨ ਅਪਰੋਚ ਕਰਨ ਤੋਂ ਬਾਅਦ 3 ਸਟਰੀਟ ਲਾਈਟਾਂ ਲੱਗੀਆਂ, ਜਿੱਤੇ ਸਾਡੀ ਗਲੀ 'ਚ 7 ਵਜੇ ਤੋਂ ਬਾਅਦ ਤੁਸੀਂ ਨਿਕਲ ਨਹੀਂ ਸਕਦੇ ਸੀ। ਠੀਕ ਹੈ ਜੀ, ਸਾਡੇ ਕੰਮ ਹੋ ਜਿਆ, ਅਸੀਂ ਰਾਤੀ 10 ਵਜੇ ਆਣਾ, ਸਵੇਰੇ 5 ਵਜੇ ਵੀ ਜਾਣਾ ਪੈਂਦਾ। ਤੁਸੀਂ ਦੱਸੋ ਟੁੱਟੀ ਗਲੀ ਹੋਵੇ ਤੇ ਅੱਖਾਂ ਬੰਦ ਕਰਕੇ ਕਿਵੇਂ ਤੁਸੀਂ ਨਿਕਲ ਸਕਦੇ ਹੋ? ਤੇ ਦੂਜੀ ਰਹੀ ਗੱਲ ਦਾ, ਉੱਥੇ ਇਹੀ ਪ੍ਰੋਬਲਮ ਸੀ ਕਿ ਮਸ਼ੀਨ ਨਹੀਂ ਆ ਸਕਦੀ। ਅਸੀਂ ਉਹਨਾਂ ਨੂੰ ਮੇਅਰ ਸਾਹਿਬ ਨੂੰ ਕਿਹਾ ਜੀ ਮਸ਼ੀਨ ਇੱਥੇ, ਕਹਿੰਦੇ ਜੀ ਵੱਡੀ 3DX ਮਸ਼ੀਨ ਨਹੀਂ ਆ ਸਕਦੀ। ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਤੁਹਾਨੂੰ 2DX ਜਿਹੜੀ 2DX ਮਸ਼ੀਨ ਮਿਲੀ, 2 ਵਾਰੀ ਮਸ਼ੀਨ ਵੀ ਆਈ, ਮਸ਼ੀਨ ਨੇ ਸਾਰਾ ਕੰਮ ਵੀ ਕੀਤਾ। ਅੱਜ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ, ਉੱਥੇ ਕੰਮ ਹੋ ਰਿਹਾ, ਬੰਦੇ ਕੰਮ ਕਰਦੇ ਪਏ ਆ। ਉਹ ਸਾਡੇ ਕਹਿਣ ਤੇ ਨਹੀਂ ਕਰਦੇ ਪਏ। ਅਸੀਂ ਕੌਣ ਹੁੰਦੇ ਆ? ਅਸੀਂ ਕੌਣ ਆ? ਅਸੀਂ ਕੁਛ ਨਹੀਂ ਗਏ। ਮੇਰਾ ਪਰਸਨਲ ਨੰਬਰ ਇੱਕ ਸਿਰਫ ਮੇਰੇ ਕੋਲ ਮੇਅਰ ਸਾਹਿਬ ਦਾ ਹੈਗਾ ਸੀ, ਕੋਈ ਸੇਵ ਨਹੀਂ ਨੰਬਰ। ਮੈਂ ਤੁਹਾਨੂੰ ਦੱਸਿਆ ਮੈਂ ਆਮ ਇਨਸਾਨ ਆ, ਤੁਸੀਂ ਕਦੀ ਵੀ ਇਨਕੁਆਰੀ ਮੇਰੀ ਕਢਾ ਲੈਣਾ, ਮੈਨੂੰ ਕੋਈ ਨਹੀਂ ਇੱਥੇ ਜਾਣਦਾ ਹੈਗਾ। ਠੀਕ ਹੈ ਜੀ, ਮੈਂ ਆਪਣੇ ਪਰਸਨਲ ਫੋਨ ਤੋਂ ਇੱਕ ਵਾਰੀ ਮੇਅਰ ਸਾਹਿਬ ਨੂੰ ਫੋਨ ਕੀਤਾ, ਉਹਨਾਂ ਦਾ ਬਿਜ਼ੀ ਆ ਰਿਹਾ, ਦੂਸਰੇ ਮਿੰਟ ਬਾਅਦ ਉਹਨਾਂ ਦੀ ਕਾਲ ਆ ਗਈ ਮੈਨੂੰ, ਕਹਿੰਦੇ ਦੱਸੋ ਬੇਟਾ। ਮੈਂ ਕਿਹਾ ਸਰ ਮੈਂ ਰਾਜੀਵ ਵਧਵਾ ਵਾਰਡ ਨੰਬਰ 29 ਚੋਂ ਬੋਲਦਾ ਪਿਆ, ਸਾਡਾ ਕੰਮ ਜਿਹੜਾ ਹੈਗਾ 8-10 ਦਿਨ ਤੋਂ ਵਿੱਚ ਰੁਕਿਆ, ਪ੍ਰੋਬਲਮ ਹੋ ਗਈ। ਕਹਿੰਦੇ ਬੇਟਾ ਅੱਧੇ ਘੰਟੇ ਦਾ ਟਾਈਮ ਲੈ, ਮੈਂ ਇੱਥੇ ਆ। ਵਿਦਿਨ 30 ਮਿੰਟਸ ਉਹ ਆਪਣੀ ਕਾਰ ਲੈ ਕੇ ਇੱਥੇ ਆਏ ਆ, ਪੂਰੀ ਉਹਨਾਂ ਦੀ ਟੀਮ ਆਈ ਆ। ਉਹਨਾਂ ਨੇ ਉਸ ਟਾਈਮ ਤੇ ਇੰਜੀਨੀਅਰ ਸੱਦਿਆ, ਆਰਕੀਟੈਕਟ ਸਾਰੇ ਸੱਦੇ, ਉਹਦੀ ਉਹ ਬੇਇੱਜ਼ਤੀ ਕੀਤੀ ਆ ਕਿ ਤੂੰ ਕੀ ਬਣਾਇਆ, ਤੂੰ ਕਿੱਥੋਂ ਪੜ੍ਹ ਕੇ ਆਇਆ, ਕਿਹੜੇ ਬਣਾਤੇ ਸੀਵਰੇਜ। ਤੇ ਅਸੀਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ, ਅੱਜ ਵੀ ਧੰਨਵਾਦ ਕਰਾਂਗੇ ਜੀ। ਠੀਕ ਹੈ ਨਾ, ਸਭ ਦੇ ਜਿੱਥੇ ਮਿਲਣਗੇ ਸੇਵਾਵਾਂ। ਰਮਨਦੀਪ ਜੀ, ਦੇਖਿਆ ਜਾ ਰਿਹਾ ਕਿ ਇਸ ਵਾਰਡ ਦੇ ਵਿੱਚ ਲੋਕ ਧੀਰਜ ਵੀਰ ਜੀ ਨੂੰ ਬਹੁਤ ਸਪੋਰਟ ਕਰ ਰਹੇ ਨੇ। ਜੀ ਸਰ, ਨਰੇਸ਼ ਜੀ ਅਸੀਂ ਤੁਹਾਡੇ ਕੋਲ ਆਨੇ ਆ, ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਹੈ। ਕੰਮ ਬਹੁਤ ਸਾਰੇ ਵਾਰਡ ਦੇ ਹਜੇ ਵੀ ਪੈਂਡਿੰਗ ਪਏ ਨੇ। ਅਸੀਂ ਕੁਝ ਐਕਸਕਿਊਜ਼ ਨਹੀਂ ਦੱਸਾਂਗੇ ਲੋਕਾਂ ਨੂੰ, ਸਿਰਫ ਲੋਕਾਂ ਕੋਲ ਵਾਅਦਾ ਲਵਾਂਗੇ। ਇੱਕ ਮਿੰਟ ਭਾਜੀ, ਤੁਹਾਨੂੰ ਟਾਈਮ ਦਿਆਂਗੇ ਪੂਰਾ। ਨਰੇਸ਼ ਜੀ ਤੁਹਾਡੇ ਕੋਲ ਆਉਂਦੇ ਆ ਕਿ ਤੁਸੀਂ ਇਹ ਲੋਕਾਂ ਨੂੰ ਆਸ਼ਵਾਸਨ ਦਿਓ ਕਿ ਜਿੰਨੇ ਵੀ ਲੋਕਾਂ ਦੇ ਕੰਮ ਤੁਹਾਡੇ ਵਾਰਡ ਦੇ ਰਹਿੰਦੇ ਨੇ, ਕਿੰਨਾ ਕੁ ਸਮਾਂ ਤੁਹਾਨੂੰ ਲੱਗੇਗਾ ਲੋਕਾਂ ਦੇ ਵਾਰਡਾਂ ਦਾ ਕੰਮ ਕਰਵਾਉਣ ਦੀ। ਪਲੱਸ ਭਾਜੀ ਉਹਨਾਂ ਦੀ ਇੱਕ ਸਮੱਸਿਆ ਸੀ ਕਿ ਟਰਾਂਸਫਾਰਮ ਜਿਹੜਾ ਕਿ ਉਹਨਾਂ ਨੂੰ ਚਾਹੀਦਾ ਉਹਨਾਂ ਦੇ ਗਲੀ ਦੇ ਵਿੱਚ, ਕਦੋਂ ਤੱਕ ਲਗਵਾਇਆ ਜਾਵੇਗਾ ਪਲੀਜ਼ ਸ਼ੋਰਟ ਟਾਈਮ ਦੇ ਵਿੱਚ। ਸਰ ਜਿਹੜੀ ਇਹ ਵਾਰਡ ਦੇ ਕੰਮ ਕਰਨ ਦੀ ਗੱਲ, ਅਜੇ 3 ਮਹੀਨੇ ਹੋਇਆ ਸਾਨੂੰ ਜਿੱਤੇ ਦੇ, ਅੱਗੇ ਬਹੁਤ ਅਰਸਾ ਪਿਆ ਹੋਇਆ ਤੇ ਕੰਮ ਕਰਨ ਲਈ ਹੀ ਅਸੀਂ ਬਣੇ ਆ ਤੇ ਕਰਦੇ ਰਵਾਂਗੇ। ਜਿੰਨੇ ਕੁ ਹੋ ਸਕਣਗੇ ਜ਼ਰੂਰ ਕਰਾਂਗੇ। ਸਰਕਾਰਾਂ ਉੱਪਰ ਸਾਥ ਦੇਣਗੀਆਂ, ਕਿਉਂਕਿ ਪੈਸਿਆਂ ਬਗੈਰ ਕੋਈ ਕੰਮ ਨਹੀਂ ਹੋਣਾ। ਔਰ ਜਨਤਾ ਨੂੰ ਮੈਂ ਇੱਕ ਗੱਲ ਇਹ ਦੱਸ ਦਿਆਂ, ਸ਼ਾਇਦ ਇਹਨਾਂ ਨੂੰ ਨਹੀਂ ਪਤਾ ਹੋਣਾ ਕਿ MC ਦੇ ਕੋਲ ਕੋਈ ਵੀ ਫਾਈਨੈਂਸ਼ੀਅਲ ਪਾਵਰ ਨਹੀਂ ਹੁੰਦੀ ਹੈ। ਮਤਲਬ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਡਾਊਟ ਹੈ ਕਿ MC ਕੋਲ ਪੈਸੇ ਆ ਗਏ ਨੇ, MC ਨੇ ਲਾਏ ਨਹੀਂ ਹੈ। ਮੈਂ ਇਹਨਾਂ ਨੂੰ ਦੱਸ ਦਿਆਂ ਕਿ ਟੈਂਡਰ ਕਰਨ ਦੀ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਮੇਅਰ ਸਾਹਿਬ ਦੇ ਹੱਥ ਵਿੱਚ ਹੈ। MC ਕੋਲ, ਕੋਈ ਇੰਡੀਵਿਜੂਅਲ ਕੋਲ ਕੋਈ 1 ਰੁਪਈਆ ਲਾਉਣ ਦੀ ਪਾਵਰ ਵੀ ਨਹੀਂ। ਹਾਂ, ਅਸੀਂ ਆਪਣੀ ਜੇਬ 'ਚੋਂ ਕੁਝ ਕੰਮ ਕਰਵਾਏ ਨੇ, ਕਿਤੇ ਢੱਕਣ ਟੁੱਟੇ ਸੀ ਜਾਂ ਕਿਤੇ ਕੋਈ ਸਮੱਸਿਆ ਸੀ, ਆਪਣੀ ਜੇਬ 'ਚੋਂ ਪੈਸੇ ਲਾ ਕੇ ਅਸੀਂ ਕਰਵਾਏ ਨੇ। ਬਾਕੀ MC ਕੋਲ 1 ਰੁਪਏ ਦੀ ਪਾਵਰ ਨਹੀਂ ਹੈ, ਫਾਈਨੈਂਸ਼ੀਅਲ ਪਾਵਰ 1 ਰੁਪਏ ਦੀ ਨਹੀਂ ਹੈ ਕਿ ਉਹ ਇਹ ਕੰਮ ਇਹ ਕਹਿਣ ਵੀ ਇੱਥੇ ਹੋ ਗਿਆ ਉਹ ਕੰਮ ਕਰਵਾ। ਜਨਤਾ ਲੈ ਕੇ ਖੁਦ ਜਿੱਥੇ ਵੀ ਜਾਣਾ ਹੋਏਗਾ, ਧਰਨਾ ਲਾਣਾ ਪਿਆ ਲਾਵਾਂਗਾ, ਕੰਮ ਕਰਾਵਾਂਗਾ, ਜਿੱਦਾਂ ਵੀ ਹੋਣਗੇ ਕਰਵਾਵਾਂਗਾ। ਹਾਂ, ਜੇ ਸਰਕਾਰ ਕਿਤੇ BJP ਦੀ ਆ ਗਈ ਅਗਲੀ ਵਾਰ ਤੇ ਫਿਰ ਦਿਨ ਦੁਗਣੀ ਰਾਤ ਚੁਗਣੀ ਮੇਰੀ ਵਾਰਡ ਜਿਹੜੀ ਆ ਤਰੱਕੀ ਕਰੇਗੀ। ਮੈਂ ਚਾਹੁੰਦੀ ਹਾਂ ਕਿ ਮਾਈਕ ਜਿਹੜਾ ਦਿਲਾਵਰ ਜੀ ਨੂੰ ਦਿੱਤਾ ਜਾਵੇ। ਦਿਲਾਵਰ ਜੀ, ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ 300 ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ ਪੰਜਾਬੀਆਂ ਨੂੰ। ਹਾਂਜੀ, ਉਹਨਾਂ ਨੇ 300 ਯੂਨਿਟ ਬਿਜਲੀ ਦੇਣ ਦਾ ਐਲਾਨ ਕੀਤਾ। ਵਾਅਦਾ ਨਹੀਂ ਕੀਤਾ ਉਹਨੇ ਗਰੰਟੀ ਦਿੱਤੀ ਹੈਗੀ ਆ, ਗਰੰਟੀ ਦਿੱਤੀ ਹੈਗੀ ਆ 300 ਯੂਨਿਟ ਜਿਹੜੀ ਆ ਫ੍ਰੀ ਦੇਵਾਂਗਾ। ਸਰ ਜਿਵੇਂ ਮਾਤਾ ਜੀ ਵੀ ਕਹਿ ਰਹੇ ਨੇ ਕਿ ਲਾਈਟ ਤੇ ਆਉਂਦੀ ਨਹੀਂ ਹੈ, ਪੰਜਾਬ ਦੇ ਵਿੱਚ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਲੋਕਾਂ ਦੇ ਘਰਾਂ ਦੇ ਵਿੱਚ 8-8 ਘੰਟੇ ਦੇ ਕੱਟ ਲੱਗ ਰਹੇ ਨੇ, ਲਾਈਟ ਤੇ ਆਉਂਦੀ ਨਹੀਂ ਹੈ। ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਐਡਾ ਵੱਡਾ ਵਾਅਦਾ ਕਰ ਦਿੱਤਾ ਹੈ, ਵਾਅਦੇ ਨੂੰ ਪੂਰਾ ਕਿਵੇਂ ਕਰਨਗੇ? ਪਰ ਮੈਨੂੰ ਲੱਗਦਾ ਹੈ ਕਿ ਤਲਵੰਡੀ ਸਾਬੋ ਦੇ ਵਿੱਚ, ਮੈਂ ਇੱਕ ਮਿੰਟ ਰੋਕਾਂਗੀ ਤੁਹਾਨੂੰ। ਤਲਵੰਡੀ ਸਾਬੋ ਦੇ ਵਿੱਚ ਥਰਮਲ ਪਲਾਂਟ ਖਰਾਬ ਹੋਈ ਸੀ, ਜਿਸ ਕਾਰਨ ਬਿਜਲੀ ਜਿਹੜੀ ਹੈ ਉਹ ਘੱਟ ਆ ਰਹੀ ਸੀ। ਜੀ ਕੰਟੀਨਿਊ ਕਰੋ। ਦੇਖੋ ਜੀ, ਇਹ ਤਾਂ ਕਾਂਗਰਸ ਪਾਰਟੀ ਨੂੰ ਚਾਹੀਦਾ ਹੈਗਾ, ਜਿਨ੍ਹਾਂ ਦੀ ਪਾਰਟੀ ਇਸ ਵੇਲੇ ਸੱਤਾ ਵਿੱਚ ਹੈਗੀ ਹੈ, ਉਹੀ ਇਹ ਕੰਮ ਕਰਾਉਣ ਤੇ ਹੁੰਦੇ ਨਾ। ਕਿਉਂ ਕੇਜਰੀਵਾਲ ਨੇ ਥੋੜੇ ਆ ਕੇ ਇੱਥੇ ਕਰਾਣੇ ਆ। ਕੇਜਰੀਵਾਲ ਦੀ ਸਰਕਾਰ ਆ ਗਈ, ਜਿੱਦਾਂ ਦਿੱਲੀ ਦੇ ਵਿੱਚ ਉਹਨੇ ਕੀਤੇ ਹੈਗੇ ਕੰਮ,
ਸਾਰਿਆਂ ਨੂੰ ਪਤਾ ਦਿੱਲੀ ਦੇ ਵਿੱਚ ਸਾਰੇ ਕੰਮ ਹੋ ਰਹੇ ਨੇ। ਕਿਹੜਾ ਕੰਮ ਜਿਹੜਾ ਐਸਾ ਦਿੱਲੀ ਦੇ ਵਿੱਚ ਨਹੀਂ ਹੋ ਰਿਹਾ। ਜੇ ਉਹਨਾਂ ਨੇ ਵਾਅਦਾ ਕੀਤਾ ਹੈਗਾ, ਗਰੰਟੀ ਦਿੱਤੀ ਹੈ 300 ਯੂਨਿਟ ਮਾਫ ਕਰਾਂਗਾ, ਉਹ ਕਰੇਗਾ, ਵਸਿਆ ਕਰੇਗਾ। ਉਹ ਪਾਰਟੀ ਆਏਗੀ ਤੇ ਅਸੀਂ ਸਾਰੇ ਕੰਮ ਜਿੰਨੇ ਵੀ ਹੈ ਇਲਾਕੇ ਦੇ ਨਾਲ ਹੋ ਕੇ ਸਾਰੇ ਕੰਮ ਕਰਾਂਗੇ। ਦਿਲਵੀਰ ਜੀ ਤੁਹਾਡੇ ਕੋ ਆਵਾਂਗੇ। ਪਠਾਨਕੋਟ ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਬਰਸਾਤ ਤੋਂ ਪਹਿਲਾਂ ਜਿਹੜੇ ਨੇ ਸਾਰੇ ਕੰਮ ਕਰਾ ਦਿੱਤੇ ਜਾਣਗੇ, ਪਰ ਬਰਸਾਤ ਦੀ ਪਹਿਲੇ ਦਿਨ ਹੀ ਪੂਰੇ ਸ਼ਹਿਰ ਦੇ ਵਿਕਾਸਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਜੇ ਤੇ ਗੱਲ ਕਰੀਏ ਕਿਸੇ ਵੀ ਸੜਕ ਦੀ ਪਾਣੀ ਜਮਾ ਹੋਇਆ ਪਿਆ, ਸਿਵਲ ਹਸਪਤਾਲ ਪਠਾਨਕੋਟ ਦੀ ਗੱਲ ਕਰੀਏ ਤੇ ਉੱਥੇ ਵੀ ਮਰੀਜ਼ ਆਪਣੀ ਵੀਲ ਚੇਅਰ ਤੇ ਜਾਨ ਪਾਉਣਾ ਉਹਨਾਂ ਲਈ ਬਹੁਤ ਮੁਸ਼ਕਿਲ ਹੋ ਰਿਹਾ। ਤੁਸੀਂ ਕੀ ਕਹਿੰਦੇ ਹੋ? ਮੈਡਮ ਇਹਦੇ ਵਿੱਚ ਗੱਲ ਮੈਂ ਝੁਠਲਾ ਨਹੀਂ ਸਕਦਾ ਕਿ ਬਰਸਾਤਾਂ ਦੇ ਵਿੱਚ ਪਾਣੀ ਨਹੀਂ ਹੋਇਆ, ਹਰ ਇੱਕ ਏਰੀਏ ਦੇ ਵਿੱਚ ਪਾਣੀ ਆਇਆ। ਪਾਰਟੀਕੂਲਰ ਜਾਂ ਤੇ ਦੱਸ ਦਿਓ ਕਿ ਐਮਐਲਏ ਸਾਹਿਬ ਨੇ ਇਹ ਰੋਡ ਬਣਾਈ ਸੀਗੀ ਜੀ, ਇਹਦੇ ਤੇ ਪਾਣੀ ਦੀ ਨਿਕਾਸੀ ਵਾਸਤੇ ਕੱਲੀ ਇਹੋ ਰੋਡ ਬਣਾਈ ਸੀਗੀ ਤੇ ਕਿਹਾ ਸੀਗਾ ਕਿ ਗਰੰਟੀ ਦਿੱਤੀ ਕਿ ਇੱਥੇ ਪਾਣੀ ਨਹੀਂ ਆਏਗਾ, ਹੈਨਾ। ਤੇ ਉਸੇ ਜਗ੍ਹਾ ਤੇ ਪਾਣੀ ਆਇਆ, ਪੂਰੇ ਸ਼ਹਿਰ 'ਚ ਪਾਣੀ ਆਇਆ। ਔਰ ਇਵਨ ਦੈਨ ਕਿ ਇਹ ਪਿਛਲੀਆਂ ਬਰਸਾਤਾਂ ਦੇ ਰਿਕਾਰਡ ਵੀ ਕਢਾ ਕੇ ਚੈੱਕ ਕੀਤੇ ਜਾ ਸਕਦੇ ਨੇ। ਇਹ ਨਹੀਂ ਹੈ ਕਿ ਐਮਐਲਏ ਸਾਹਿਬ ਨੇ ਵਿਚਾਰਿਆਂ ਨੇ ਕੋਈ ਜਾਦੂ ਕਰਤਾ ਕਿ ਉਹਨਾਂ ਦੇ ਟਾਈਮ ਤੇ ਜਾ ਕੇ ਹੁਣ ਸਾਰੀਆਂ ਸੜਕਾਂ ਤੇ ਸਾਰੇ ਮੁਹੱਲੇ ਸਾਰੇ ਏਰੀਆ 'ਚ ਪਾਣੀ ਆ ਰਿਹਾ ਹੈ। ਇਹ ਪਾਣੀ ਦੀ ਜਿਹੜੀ ਸਮੱਸਿਆ ਬਰਸਾਤਾਂ 'ਚ 1-2 ਮਹੀਨੇ ਜਿਹੜੀ ਹੈ ਉਹ ਸਾਰੇ ਏਰੀਏ ਵਾਸਤੇ ਪੂਰੇ ਪਠਾਨਕੋਟ 'ਚ ਆਉਂਦੀ ਹੈ। ਬੀਜੇਪੀ ਦੇ ਸ਼ਾਸਨ ਪਿਛਲੇ ਟਾਈਮ ਦੇ ਵਿੱਚ ਦੇਖੋ ਉਦੋਂ ਵੀ ਹੁੰਦਾ ਰਿਹਾ, ਉਸ ਤੋਂ ਪਹਿਲਾਂ ਵੀ ਹੁੰਦਾ ਰਿਹਾ। ਉਦੋਂ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ। ਉਹਨਾਂ ਵੱਲੋਂ ਜਿੰਨੇ ਐਫਰਟ ਕੀਤੇ ਜਾ ਰਹੇ ਨੇ ਉਹ ਸਰਾਹਨੀय ਨੇ। ਕਿਉਂ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਨੇ ਆਪਣੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਬੈਠਣ ਨਹੀਂ ਦਿੰਦੇ। ਕਿਤਨਾ ਕਿਤੇ ਦੜਾਇਆ ਹੀ ਹੋਇਆ ਹੈ। ਔਰ ਨਾਲਿਆਂ ਦੀਆਂ ਸਫਾਈਆਂ ਜਿਹੜੀਆਂ ਕਿ ਪਹਿਲਾਂ 20 ਸਾਲਾਂ ਤੋਂ ਨਹੀਂ ਹੋਈਆਂ, ਜਿਹੜੇ ਡੰਪ ਹੋਏ ਪਏ ਨੇ, ਜਿਹੜੇ ਬਲੌਕ ਹੋ ਗਏ ਨੇ, ਜਿਹੜੀਆਂ ਨਿਕਾਸੀਆਂ ਬਿਲਕੁਲ ਬੰਦ ਹੋਈਆਂ ਪਈਆਂ ਨੇ, ਉਹ ਸਾਰੇ ਸ਼ਹਿਰ ਦੇ ਨਾਲਿਆਂ ਦੀ ਸਫਾਈਆਂ ਕਰਾ ਰਹੇ ਨੇ। ਜਿੱਥੋਂ ਬਲੌਕੇਜ ਹੈਗੀ ਆ ਬਲੌਕੇਜ ਹਟਾ ਰਹੇ ਨੇ। ਹੁਣ ਟਾਈਮ ਤੇ ਮੈਡਮ ਹਰ ਇੱਕ ਚੀਜ਼ ਨੂੰ ਲੱਗਦਾ ਹੀ ਹੈ ਨਾ, ਕੰਮ ਕਰਨਾ ਹੈ। ਹੁਣ ਉਹਨਾਂ ਨੇ ਪ੍ਰੋਮਿਸ ਕੀਤਾ, ਆਪਣਾ ਪ੍ਰੋਮਿਸ ਨਿਭਾ ਵੀ ਰਹੇ ਨੇ, ਉਹ ਕਰ ਰਹੇ ਨੇ। ਗਰਾਊਂਡ ਲੈਵਲ ਤੇ ਜਾ ਕੇ ਦੇਖੋ, ਲੋਕਾਂ ਨੂੰ ਪਤਾ ਕਰਕੇ ਵੀ ਵੇਖ ਲਓ, ਕੰਮ ਕਰ ਰਹੇ ਨੇ, ਕੰਮ ਹੋ ਰਹੇ ਨੇ। ਬਾਕੀ ਇਹ ਬਰਸਾਤਾਂ ਦੇ 1-2 ਸੀਜ਼ਨ ਜਿਹੜੇ ਹੁੰਦੇ ਆ ਇਹ ਅੱਜ ਦੀ ਨਹੀਂ ਹੈ, ਪਹਿਲਾਂ ਤੋਂ ਵੀ ਦੇਖੋ, ਪਾਸਟ ਦੇਖੋ, ਉਦੋਂ ਵੀ ਹੁੰਦੀ ਰਹੀ ਹੈ। ਸਾਡੇ ਆਪਣੇ ਇਸ ਇਲਾਕੇ ਦੇ ਵਿੱਚ ਦੇਖੋ ਸਾਰੇ ਲੋਕ ਬੈਠੇ ਆ, ਹੁਣ 2 ਬਾਰਿਸ਼ਾਂ ਹੋਣ ਦੋ ਇੱਥੇ ਇਹਨਾਂ ਦਾ ਪਾਣੀ ਹੋ ਜਾਏਗਾ, ਹੋਰ 1 ਘੰਟੇ ਬਾਅਦ ਉਹ ਪਾਣੀ ਨਿਕਲ ਵੀ ਜਾਂਦਾ। ਮਤਲਬ ਇਹ ਹੁੰਦੀ ਨਹੀਂ ਹੈ, ਇਹ ਬਹੁਤ ਪੁਰਾਣੀ ਸਮੱਸਿਆ ਹੈ। ਕਿਉਂਕਿ ਨਾਲੇ ਉਹੀ ਨੇ, ਗਰੋਥ ਜ਼ਿਆਦਾ ਹੋ ਰਹੀ ਹੈ। ਜਿੱਥੇ ਪਹਿਲਾਂ 5 ਘਰ ਸੀਗੇ ਉੱਥੇ 20 ਘਰ ਹੋ ਗਏ। ਇਹ ਪੁਰਾਣੀ ਸਮੱਸਿਆ ਪਰ ਕਦੋਂ ਤੱਕ ਠੀਕ ਹੋਏਗੀ? ਤੁਹਾਨੂੰ ਨਹੀਂ ਲੱਗਦਾ ਕਿ ਸੜਕਾਂ ਹੀ ਉਸ ਹਿਸਾਬ ਨਾਲ ਬਣਾਉਣੀ ਚਾਹੀਦੀ ਹੈ ਕਿ ਜਿਹੜਾ ਲੈਵਲ ਪਾਣੀ ਦਾ ਉਹ ਨਿਕਲ ਜਾਏ, ਪਾਣੀ ਦੀ ਨਿਕਾਸੀ ਹੋ ਪਾਏ? ਮੈਂ ਸਮਝ ਰਿਹਾ ਤੁਹਾਡੀ ਗੱਲ। ਦੇਖੋ 50 ਸਾਲ ਪਹਿਲੇ ਸੀਵਰੇਜ ਪਏ ਹੋਏ ਆ, ਹੈਨਾ। ਉਸ ਤੋਂ ਵੀ ਪਹਿਲਾਂ ਦੀ ਕੋਈ ਪਾਈਪਲਾਈਨ ਨੇ। ਮੈਂ ਉਹੀ ਤੁਹਾਨੂੰ ਦੱਸ ਰਿਹਾ, ਜਿੱਥੇ 5 ਘਰ ਹੁੰਦੇ ਸੀਗੇ ਉੱਥੇ ਅੱਜ 20 ਘਰ ਹੋ ਗਏ ਨੇ, ਉੱਥੇ 50 ਘਰ ਹੋ ਗਏ ਨੇ। ਉਹ ਚੀਜ਼ਾਂ ਨੂੰ ਕੁਝ ਚੇਂਜ ਕਰਨ ਵਾਸਤੇ ਉਹਨਾਂ ਨੂੰ ਸੀਵਰੇਜ ਲਾਈਨ ਨੂੰ ਜਾਂ ਪਾਈਪ ਨੂੰ ਜਾਂ ਨਾਲਿਆਂ ਨੂੰ ਦਰੁਸਤ ਕਰਨ ਲੱਗਿਆ ਟਾਈਮ ਤਾਂ ਲੱਗੇਗਾ ਹੀ ਨਾ। ਉਹ ਟਾਈਮ ਲੱਗ ਰਿਹਾ, ਕਰ ਰਹੇ ਨੇ, ਉਹ ਹੋਏਗਾ। ਔਰ ਲੋਕਾਂ ਲਈ ਸਭ ਕੁਝ ਹੋਣਾ ਹੋਏਗਾ ਕਿ ਜੀ ਧੀਰਜ ਜੀ, ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੁ ਮਹੀਨਿਆਂ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਨੇ। ਤੁਸੀਂ ਆਪਣੇ ਵਾਰਡ ਦੇ ਲੋਕਾਂ ਨੂੰ ਕੀ ਵਾਅਦਾ ਕਰਕੇ ਜਾਂਦੇ ਹੋ ਕਿ ਆਉਣ ਵਾਲੀ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਜੇਕਰ ਕਾਂਗਰਸ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਆਉਂਦੀ ਹੈ, ਕਿਹੜੇ ਅਜਿਹੇ ਕੰਮ ਹੋਣਗੇ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੇ ਕਰਵਾਏ ਜਾਣਗੇ ਐਮਐਲਏ ਸਾਹਿਬ ਨੂੰ? ਭਾਜੀ ਮੈਂ ਤਾਂ ਹਰ ਉਸ ਕੰਮ ਨੂੰ, ਚਾਹੇ ਕਿਸੇ ਸਾਡੇ ਪਰਿਵਾਰ ਨੂੰ ਦੁੱਖ ਹੈ, ਤਕਲੀਫ ਹੈ, ਕੋਈ ਵੀ ਹੈ, ਉਹਨਾਂ ਦੀ ਗਲੀਆਂ ਨਾਲੀਆਂ ਤੇ ਜਿਹੜੇ ਨਾ ਚੱਲਦੇ ਰਹਿਣੇ ਆ। ਜਦੋਂ ਤੱਕ ਰਾਜਨੀਤੀ ਚੱਲਦੀ ਹੈ ਤੱਕ ਇਹ ਨਾਲ ਹੀ ਚੱਲਣੇ ਆ। ਕਦੀ ਗਲੀਆਂ ਬਣ ਜਾਣੀਆਂ, ਕਦੀ ਟੁੱਟ ਜਾਣੀਆਂ, ਕਦੀ ਕੁਝ ਹੋਣਾ ਹੈ, ਹੁੰਦਾ ਹੀ ਰਹਿਣਾ। ਬਟ ਇੱਕ ਚੀਜ਼ ਪੱਕੀ ਹੈ ਜੀ, ਇਹ ਸਾਰੇ ਲੋਕ ਨੇ, ਤੁਸੀਂ ਇਹਨਾਂ ਕੋਲ ਸਾਡੇ ਜਿਹੜੇ ਲੋਕ ਜਿਨ੍ਹਾਂ ਨਾਲ ਜਿਹੜੇ ਲੋਕ ਐਮਐਲਏ ਸਾਹਿਬ ਨੂੰ ਮਿਲ ਕੇ ਆਏ ਨੇ ਜਾਂ ਜਿਹੜੇ ਲੋਕ ਮੇਅਰ ਸਾਹਿਬ ਨੂੰ ਮਿਲ ਕੇ ਆਏ ਨੇ, ਮੇਰੇ ਨਾਲ ਗਏ ਨੇ, ਮੇਰੇ ਤੋਂ ਬਾਅਦ ਵੀ ਗਏ ਨੇ। ਇੱਕ ਕਾਮਨ ਜੀ ਗੱਲ ਸਾਰਿਆਂ ਨੂੰ ਪੁੱਛ ਕੇ ਦੇਖਿਓ, ਕਿ ਇਹਨਾਂ ਲੋਕਾਂ ਦੇ ਕੋਲ ਮੇਰੇ ਤੋਂ ਇਲਾਵਾ ਰਮਨ ਜੀ ਮੈਂ ਤੁਹਾਨੂੰ ਦੱਸ ਰਿਹਾ, ਮੇਰੇ ਤੋਂ ਇਲਾਵਾ ਸਾਰਿਆਂ ਕੋਲ ਮੇਅਰ ਦਾ, ਐਮਐਲਏ ਸਾਹਿਬ ਦਾ ਨੰਬਰ ਸੇਵ ਹੋਣਗੇ। ਇਹਨਾਂ ਦੇ ਫੋਨਾਂ ਦੇ ਵਿੱਚ ਉਹਨਾਂ ਦੇ ਨੰਬਰ ਸੇਵ ਨੇ। ਉਹ ਮੇਰੇ ਫੋਨ ਕਰਨ ਦੀ ਵੀ ਲੋੜ ਨਹੀਂ ਪੈਂਦੀ। ਮੈਂ ਫੋਨ ਨਾ ਵੀ ਕਰਾਂ, ਰਾਹੁਲ ਹੈ, ਕੋਈ ਹੈ, ਸੌਰਵ ਹੈ, ਦੀਦੀ ਹੈ ਜਾਂ ਆਂਟੀ ਨੇ ਜਾਂ ਮਾਮੀ ਹੋਰੀ, ਜਿਹੜੇ ਵੀ ਲੋਕ ਨੇ, ਉਹ ਪਿੱਛੇ ਸਾਡੇ ਕੁਝ ਲੋਕ ਆਪਣੇ ਹੋਰ ਖੜੇ ਨੇ, ਇਹਨਾਂ ਨੂੰ ਪੁੱਛੋ। ਇਹ ਮੇਰੇ ਤੋਂ ਬਾਅਦ ਵੀ, ਮੈਂ ਇੱਥੇ ਨਾ ਵੀ ਹੋਵਾਂ, ਕੰਮ ਚੱਲ ਰਿਹਾ, ਇਹ ਮੇਅਰ ਸਾਹਿਬ ਨੂੰ ਫੋਨ ਆਪ ਡਾਇਰੈਕਟਲੀ ਵੀ ਕਰਦੇ ਨੇ। ਔਰ ਇਹਨਾਂ ਦੇ ਫੋਨ ਚੁੱਕੇ ਜਾਂਦੇ ਨੇ ਔਰ ਇਹਨਾਂ ਨੂੰ ਉਸੇ ਵੇਲੇ ਵਿਦਿਨ ਜਿਹੜਾ ਟਾਈਮ ਲਿਮਿਟ ਦਿੱਤੀ ਜਾਂਦੀ ਉਹਦੇ ਵਿੱਚ ਕੰਮ ਕੀਤੇ ਜਾਂਦੇ ਆ। ਜੇ ਦਿਨਾਏ ਆ, ਜੇ ਗਲਤ ਕਹਿ ਰਹੇ ਪੁੱਛ ਕੇ ਦੇਖ ਸਕਦੇ ਹੋ, ਸਾਰਿਆਂ ਕੋਲ ਨੰਬਰ ਨੇ। ਤੁਹਾਡੀ ਗੱਲ ਨਾਲ ਸਹਿਮਤ ਆ। ਮੇਰਾ ਸਵਾਲ ਉਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਅਜਿਹੇ ਕੰਮ ਨੇ ਜਿਹੜੇ ਲੋਕਾਂ ਨੂੰ ਤੁਸੀਂ ਤੋਹਫਾ ਦੇਣ ਜਾ ਰਹੇ ਹੋ ਕਿ ਪਹਿਲਾਂ ਨਹੀਂ ਹੋਏ? ਐਮਐਲਏ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਪਹਿਲ ਦੇ ਆਧਾਰ ਤੇ, ਅਸੀਂ ਪਹਿਲ ਦੇ ਆਧਾਰ ਤੇ ਇਹੋ ਹੀ ਕਰਾਂਗੇ ਆਪਣੇ ਲੋਕਾਂ ਨੂੰ ਨਾ, ਜਿੱਦਾਂ ਵੋਟਾਂ ਵੇਲੇ ਲੀਡਰ ਸਾਡੇ ਘਰਾਂ ਜਾਂਦੇ ਆ ਨਾ, ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਹ ਜਿਹੜਾ ਇੱਕ ਹੈ ਨਾ ਲੈਵਲ, ਉਹ ਖਤਮ ਕਰੀਏ। ਯਾਰ ਜਦੋਂ ਸਾਡੇ ਲੋਕਾਂ ਨੂੰ ਕੋਈ ਸਮੱਸਿਆ ਪਵੇ, ਇਹ ਲੋਕ ਉਹਨਾਂ ਦੇ ਬੂਹਿਆਂ ਤੇ ਕਿਉਂ ਜਾਣ?
ਜਦੋਂ ਵੋਟਾਂ ਲੈਣ ਲਈ ਸਾਡੇ ਨੁਮਾਇੰਦੇ, ਸਾਡੇ ਲੀਡਰ ਸਾਡੇ ਘਰਾਂ 'ਚ ਆ ਸਕਦੇ ਨੇ, ਉਸ ਵੇਲੇ ਉਹ ਇਹ ਨਹੀਂ ਵੇਖਦੇ ਕਿ ਕੌਣ ਹੈ, ਚੰਗਾ ਹੈ, ਮਾੜਾ ਹੈ, ਇਹ ਹੈ, ਉਹ ਹੈ। ਅਸੀਂ ਉਹ ਚੀਜ਼ ਨੂੰ ਖਤਮ ਕਰਾਂਗੇ ਕਿ ਸਭ ਤੋਂ ਪਹਿਲਾਂ ਸਾਡੇ ਵਾਰਡ ਦੇ ਵਿੱਚ ਕੋਈ ਦੁੱਖ ਤਕਲੀਫ ਹੋਏਗੀ, ਸਾਡੇ ਨੁਮਾਇੰਦੇ, ਸਾਡੇ ਮੇਅਰ ਹੋਣਗੇ, ਸਾਡੇ ਐਮਐਲਏ ਹੋਣਗੇ, ਸਾਡੇ ਵਾਰਡ ਦੇ ਨੁਮਾਇੰਦੇ ਹੋਣਗੇ, ਉਹ ਲੋਕਾਂ ਦੇ ਘਰ ਜਾ ਕੇ ਆਪ ਸਮੱਸਿਆ ਨੂੰ ਸੁਣਨਗੇ। ਜੀ ਸਮੱਸਿਆ ਦੱਸੋ ਜੀ। ਥੈਂਕ ਯੂ ਭਾਈ, ਥੈਂਕ ਯੂ। ਅਸੀਂ ਆਵਾਂਗੇ ਨਰੇਸ਼ ਜੀ ਤੁਹਾਡੇ ਕੋਲੋਂ। ਭਾਜਪਾ ਦੀ ਸਰਕਾਰ ਜੇ ਆਉਣ ਵਾਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਅਜਿਹੇ ਕੰਮ ਨੇ ਕਿ ਪਹਿਲ ਦੇ ਆਧਾਰ ਦੇ ਉੱਤੇ ਭਾਜਪਾ ਦੇ ਵੱਲੋਂ ਕਰਵਾਏ ਜਾਣਗੇ? ਜੇ ਮੈਂ ਆਪਣੀ ਵਾਰਡ ਦੀ ਗੱਲ ਕਰਾਂ, ਜੇ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਮੇਰਾ ਸਭ ਤੋਂ ਪਹਿਲਾ ਪ੍ਰਯਾਸ ਹੋਏਗਾ ਕਿ ਮੇਰੇ ਵਾਰਡ ਵਾਸੀ ਜਿੰਨੇ ਵੀ ਹਨ, ਹਰ ਇੱਕ ਘਰ ਨੂੰ ਪੀਣ ਲਈ ਪਾਣੀ ਜਿਹੜਾ ਹੈ ਉਹ ਸਾਫ਼ ਮਿਲੇ, ਸੀਵਰੇਜ ਰਹਿਤ ਮਿਲੇ। ਮਤਲਬ ਕਿੰਨਾ ਚਿਰ ਹੋ ਗਿਆ ਆਜ਼ਾਦ ਹੋਏ ਦੇਸ਼ ਨੂੰ, ਕਿੰਨੀਆਂ ਸਰਕਾਰਾਂ ਆਈਆਂ ਹੋਣਗੀਆਂ, ਚਾਹੇ ਉਹ ਭਾਜਪਾ ਦੀ ਹੋਏ ਚਾਹੇ ਕਾਂਗਰਸ ਦੀ ਹੋਏ। ਮਤਲਬ ਇੱਕ ਕਿੰਨੀ ਸ਼ਰਮਨਾਕ ਗੱਲ ਹੈ ਕਿ ਹਾਲੇ ਤੱਕ ਵੀ ਸੀਵਰੇਜ ਦਾ ਜਿਹੜਾ ਪਾਣੀ ਹੈ ਉਹ ਗੰਦਾ ਆ ਰਿਹਾ ਤੇ ਲੋਕੀ ਪੀ ਰਹੇ ਨੇ। ਬਹੁਤ ਮਤਲਬ ਇਹ ਵੱਡੀ ਸਮੱਸਿਆ ਹੈ। ਮੇਰੀ ਪਹਿਲ ਹੋਏਗੀ ਕਿ ਮੈਂ ਸਾਫ਼ ਸੁਥਰਾ ਪਾਣੀ ਹੈ ਜਿਹੜਾ ਆਪਣੀ ਵਾਰਡ ਨੂੰ ਉਪਲਬਧ ਕਰਾਵਾਂ। ਜੀ ਜੀ, ਥੈਂਕ ਯੂ ਸਰ। ਅਸੀਂ ਆਵਾਂਗੇ ਦਿਲਾਵਰ ਜੀ ਦੀ ਕੋਲ। ਦਿਲਾਵਰ ਜੀ, ਤੁਸੀਂ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਇੱਥੇ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ, ਕਿਹੜੇ ਅਜਿਹੇ ਕੰਮ ਨੇ ਕਿ ਪਹਿਲ ਦੇ ਆਧਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਵਾਏ ਜਾਣਗੇ? ਦੇਖੋ ਜੀ, ਸਾਰੇ ਕੰਮ ਜਿੰਨੇ ਵੀ ਹੈ ਨਾ, ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਪਹਿਲੇ ਨੰਬਰ ਜੋ ਗਲੀਆਂ, ਪਾਣੀ ਦਾ, ਪੀਣ ਵਾਲੇ ਦਾ ਪਾਣੀ ਖਰਾਬ ਆ ਰਿਹਾ, ਪੀਣ ਵਾਲਾ ਗੰਦਾ ਪਾਣੀ ਪੀ ਰਹੇ ਲੋਕਾਂ ਨੂੰ ਪਹਿਲੇ ਇਹੀ ਸਟਾਰਟ ਕਰਾਂਗੇ। ਬਾਕੀ ਹੋਰ ਜਿਹੜੀਆਂ ਬਿਜਲੀ ਦੀ ਸਮੱਸਿਆ ਵੀ ਹੱਲ ਹੋਣਗੀਆਂ। ਸਾਰੇ ਕੰਮ ਜਿਹੜੇ ਵੀ ਹੈ ਉੱਥੋਂ ਦਿੱਲੀ ਸਰਕਾਰ ਦੇਗੀ, ਉਹ ਅਸੀਂ ਇੱਥੇ ਪੰਜਾਬ ਦੇ ਵਿੱਚ ਸਾਰੇ ਕਰਾਂਗੇ। ਮੈਂ ਸਾਰੇ ਨੁਮਾਇੰਦਿਆਂ ਨੂੰ ਅਪੀਲ ਕਰਾਂਗੀ ਕਿ ਅੱਜ ਨਿਊਜ਼ ਦੇ ਮਾਧਿਅਮ ਰਾਹੀਂ ਕਿ ਮੌਕੇ ਦੇ ਪਾਰਸ਼ਦ ਨੇ ਨਰੇਸ਼ ਜੀ ਇਸ ਵਾਰਡ ਦੇ ਕੰਮ ਜਿਹੜੇ ਨੇ ਪਲੀਜ਼ ਪਹਿਲ ਦੇ ਆਧਾਰ ਤੇ ਕੰਮ ਕਰਾਏ ਜਾਣ ਤੇ ਇਹਨਾਂ ਦੀ ਜ਼ਿਆਦਾ ਕੁਝ ਨੀਡਸ ਨਹੀਂ ਹੈਗੀ, ਇਹਨਾਂ ਦੀ ਬੇਸਿਕ ਨੀਡਸ ਹੈ, ਜ਼ਿਆਦਾ ਡਿਮਾਂਡ ਨਹੀਂ ਹੈਗੀ ਤੇ ਕਿਰਪਾ ਪਲੀਜ਼ ਬੇਨਤੀ ਹੈ ਕਿ ਤੁਸੀਂ ਇਹਨਾਂ ਦੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਕਰਾਓ। ਸੋ ਲੋਕੀ ਸਰ ਹਜੇ ਵੀ ਜਿਹੜੇ ਨੇ ਕਿ ਵਾਰਡ ਦੇ ਉਹ ਪਾਣੀ ਤੇ ਸੀਵਰੇਜ ਦੇ ਮਸਲਿਆਂ ਦੇ ਵਿੱਚ ਉਲਝ ਕੇ ਬੈਠੇ ਹੋਏ ਨੇ। ਬਹੁਤ ਸਾਰੇ ਮੁੱਦੇ ਨੇ, ਐਜੂਕੇਸ਼ਨ ਹੈ, ਰੁਜ਼ਗਾਰ ਹੈ, ਹੈਲਥ ਹੈ, ਬਹੁਤ ਸਾਰੇ ਮੁੱਦਿਆਂ ਦੇ ਵਿੱਚ ਤੱਕ ਲੋਕਾਂ ਨੂੰ ਪਹੁੰਚਣ ਲਈ ਹਜੇ ਸੋਚ ਹੀ ਨਹੀਂ ਮਿਲ ਰਹੀ, ਕਿਉਂਕਿ ਲੋਕਾਂ ਦੇ ਘਰਾਂ ਤੱਕ ਪੀਣ ਵਾਲਾ ਪਾਣੀ ਹੀ ਸਾਫ਼ ਨਹੀਂ ਪਹੁੰਚ ਰਿਹਾ ਹੈ। ਸੋ ਸਾਡੀ ਇਹੀ ਸਾਰੇ ਨੁਮਾਇੰਦਿਆਂ ਨੂੰ ਬੇਨਤੀ ਹੈ ਕਿ ਪਾਰਟੀਬਾਜ਼ੀ ਨੂੰ ਛੱਡ ਕੇ ਸਾਰੇ ਇਕੱਠੇ ਹੋ ਕੇ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੇ ਲਈ ਕੰਮ ਕੀਤਾ ਜਾਵੇ। ਸੋ ਲੋਕਾਂ ਦੀ ਮੇਨ ਡਿਮਾਂਡ ਹੈ ਕਿ ਪਹਿਲ ਦੇ ਆਧਾਰ ਦੇ ਉੱਤੇ ਜ਼ਿਆਦਾ ਸਮਾਂ ਨਾ ਲਗਾਉਂਦੇ ਹੋਏ ਪੀਣ ਵਾਲਾ ਪਾਣੀ ਹੈ ਵਾਰਡ ਦੇ ਹਰ ਘਰ ਦੇ ਵਿੱਚ ਸਾਫ਼ ਸੁਥਰਾ ਪਹੁੰਚਾਇਆ ਜਾਵੇ। ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਕੋਈ ਵੀ ਨੁਮਾਇੰਦਾ ਹੋਵੇ, ਸਾਰੇ ਜਿਹੜੇ ਸਾਰੇ ਹੀ ਮੁੱਦੇ ਮਾਤਾ ਜੀ ਇਹਨਾਂ ਨੇ ਸੁਣ ਚੁੱਕੇ ਹਨ ਤੇ ਸਾਰੇ ਹੀ ਮੁੱਦੇ ਤੇ ਵਿਚਾਰ ਵੀ ਕੀਤੀ ਜਾਵੇਗੀ। ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ। ਸੋ ਜੀ ਮਾਤਾ ਜੀ, ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਡਾ ਪ੍ਰੋਗਰਾਮ ਹੁਣ ਲਗਭਗ ਖਤਮ ਹੋ ਚੁੱਕਾ, ਤੁਸੀਂ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਹੋ। ਸੋ ਅਸੀਂ ਫਿਰ ਇਸੇ ਤਰ੍ਹਾਂ ਕਿਸੇ ਪਠਾਨਕੋਟ ਸ਼ਹਿਰ ਦੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਨਵੀਂ ਜਗ੍ਹਾ ਦੇ ਉੱਤੇ ਨਵੇਂ ਨੁਮਾਇੰਦਿਆਂ ਦੇ ਨਾਲ ਮਿਲਾਂਗੇ। ਸਾਡੇ ਪ੍ਰੋਗਰਾਮ ਨੂੰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ। ਜਨਤਾ ਦੀ ਅਦਾਲਤ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਨਤਾ ਦੀ ਕਸੌਟੀ ਦੇ ਵਿੱਚ ਆਖਿਰ ਉਤਰੇਗਾ ਕੌਣ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਬਨੇ ਰਹੋ ਸਾਡੇ ਨਾਲ, ਦੇਖਦੇ ਰਹੋ KRT ਨਿਊਜ਼ ਨੈਟਵਰਕ। ਅਗਲੀ ਵਾਰ ਫਿਰ ਕਿਸੇ ਵਾਰਡ 'ਚ ਜਾਵਾਂਗੇ, ਵਾਰਡ ਵਾਸੀ ਦੀ ਸਮੱਸਿਆਵਾਂ ਸੁਣਾਂਗੇ। ਜਨਤਾ ਦੀ ਅਦਾਲਤ ਸਪਾਂਸਰਡ ਬਾय KD ਹਸਪੀਟਲ ਤੇ ਨਾਲ ਹੀ ਸਾਗਰ ਇਲੈਕਟ੍ਰੀਕਲਸ। ਧੰਨਵਾਦ, ਦੇਖਦੇ ਰਹੋ KRT ਨਿਊਜ਼। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।